ਸਤਿ ਸ਼੍ਰੀ ਅਕਾਲ ਜੀ। ਆਪ ਸਭ ਜੀ ਦਾ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਪੋਜ਼ਿਟਿਵ ਵਾਈ ਪੰਜਾਬ ਦੇ ਉੱਤੇ। ਅੱਜ ਲੈ ਕੇ ਆਏ ਹਾਂ ਰਾਜੇ ਤੁਹਾਡੀ ਡਿਮਾਂਡ ਤੇ ਸਪੈਸ਼ਲ ਕੰਪਿਊਟਰ ਦੀ ਕਲਾਸ, ਜਿਹੜਾ ਆਪਣਾ ਪੇਪਰ ਹੋਣ ਜਾ ਰਿਹਾ 8 ਨੂੰ ਸਟਾਰਟ PSPCL ਦਾ। ਇਹਦੇ ਵਿੱਚ ਕੰਪਿਊਟਰ ਥੋੜਾ ਜਿਹਾ ਵੱਖਰਾ ਹੁੰਦਾ ਬਾਕੀ ਐਗਜ਼ਾਮ ਦੇ ਨਾਲੋਂ, ਤੇ ਥੋੜਾ ਜਿਹਾ ਥਿਓਰੇਟੀਕਲ ਟਾਈਪ ਪੁੱਛਿਆ ਜਾਂਦਾ ਹੈ। ਤੇ ਅੱਜ ਦੀ ਵੀਡੀਓ 'ਚ ਆਪਾਂ ਕਵਰ ਕਰਾਂਗੇ ਲਗਭਗ 100 ਪਲੱਸ ਕੁਐਸਚਨ ਕਵਰ ਕਰਾਂਗੇ, ਜਿਹੜੇ ਕਿ ਵਾਰ-ਵਾਰ ਪੁੱਛੇ ਗਏ ਆ, ਚਾਹੇ ਉਹ PSPCL ਦਾ ਐਗਜ਼ਾਮ ਹੈ ਚਾਹੇ ਉਹ PSTCL ਦਾ ਐਗਜ਼ਾਮ ਹੈ। ਤੇ ਪਹਿਲਾਂ ਜਿਹੜੇ ਐਗਜ਼ਾਮ ਹੋਏ ਆ 15 ਦੇ ਵਿੱਚ ਜਾਂ 18 ਦੇ ਵਿੱਚ, ਉਹਦੇ ਵਿੱਚ ਤਾਂ ਕਾਫੀ ਡਿਫੀਕਲਟ ਲੈਵਲ ਦਾ ਆਉਂਦਾ ਰਿਹਾ ਕੰਪਿਊਟਰ, ਬਟ ਜਿਹੜਾ ਇਸ ਵਾਰੀ ਹੋਇਆ PSTCL ਦਾ, ਐਜ਼ ਕੰਪੇਅਰ ਟੂ ਪ੍ਰੀਵੀਅਸ ਈਅਰ 18 ਜਾਂ 15 ਦੇ ਮੁਕਾਬਲੇ ਇਸ ਵਾਰੀ ਕੁਐਸਚਨ ਜਿਹੜੇ ਪੁੱਛੇ ਗਏ ਆ ਸਹੀ ਲੈਵਲ ਦੇ ਪੁੱਛੇ ਗਏ ਆ। ਐਂ ਕਹਿ ਸਕਦੇ ਆ ਵੀ ਕਲੈਰੀਕਲ ਲੈਵਲ ਦੇ ਪੁੱਛੇ ਗਏ ਆ। ਤੇ ਇਹਦੇ ਵਿੱਚ ਆਪਾਂ ਹਾਈ ਲੈਵਲ ਦੇ ਵੀ ਕਵਰ ਕਰਾਂਗੇ ਤੇ 2021 ਵਾਲੇ ਸਾਰੇ ਕਵਰ ਕਰਾਂਗੇ। ਤੇ ਇਸ ਤੋਂ ਇਲਾਵਾ ਅੱਜ ਕਾਫੀ ਦੇਰ ਬਾਅਦ ਵੀਡੀਓ ਪਾ ਰਹੇ ਹਾਂ। ਤੁਹਾਨੂੰ ਸਭ ਨੂੰ ਪਤਾ ਸੀ ਸਿਹਤ ਦੀ ਪ੍ਰੋਬਲਮ ਸੀਗੀ, ਚਲੋ ਤੁਹਾਡੀਆਂ ਦੁਆਵਾਂ ਦੇ ਨਾਲ, ਮਾਲਕ ਦੀ ਕਿਰਪਾ ਦੇ ਨਾਲ ਹੁਣ ਬਿਲਕੁਲ ਠੀਕ ਆ ਆਪਾਂ, ਤੇ ਰੈਗੂਲਰ ਵੀਡੀਓ ਦਿੰਦੇ ਰਵਾਂਗੇ। ਤੁਹਾਡਾ ਪਿਆਰ ਇਦਾਂ ਹੀ ਬਣਿਆ ਰਵੇ। ਤੇ ਕਾਫੀ ਨਾ ਹੁਣ ਇਸ ਟਾਈਮ ਤੇ ਪੇਪਰ ਕੈਂਸਲ ਹੋ ਗਏ ਪੰਜਾਬ ਦੇ, ਪੰਜਾਬ ਪੁਲਿਸ ਦੇ ਐਗਜ਼ਾਮ ਕੈਂਸਲ ਹੋ ਗਏ, ਜਾਂ ਕੁਝ ਹੋਰ ਰਿਜ਼ਲਟ ਡਿਲੇ ਹੋ ਰਹੇ ਆ। ਬੱਚੇ ਨਾ ਡੀਮੋਟੀਵੇਟ ਬਹੁਤ ਹੋ ਰਹੇ ਆ। ਉਹਦੇ ਵਾਸਤੇ ਮੈਂ ਇੱਕ ਸਪੈਸ਼ਲ ਵੀਡੀਓ ਪਾਉਂਗਾ ਮੋਟੀਵੇਸ਼ਨ ਵਾਸਤੇ। ਕਾਫੀ ਬੱਚੇ ਕਹਿੰਦੇ ਸਰ ਤੁਸੀਂ ਪਲੀਜ਼ ਸਾਨੂੰ ਮੋਟੀਵੇਟ ਕਰ ਦਿਓ। ਬਾਕੀ ਮੈਂ ਤੁਹਾਨੂੰ ਬਾਰ-ਬਾਰ ਕਹਿਣਾ ਹੁੰਦਾ ਵੀ ਜਿਹੜੇ ਵੀ ਧਰਮ ਦੇ ਵਿੱਚ ਤੁਸੀਂ ਹੈਗੇ ਹੋ, ਚਾਹੇ ਤੁਸੀਂ ਠੀਕ ਹੈ ਮੰਦਿਰ ਜਾਂਦੇ ਹੋ, ਗੁਰਦੁਆਰਾ ਸਾਹਿਬ ਜਾਂਦੇ ਹੋ, ਚਰਚ ਜਾਂਦੇ ਹੋ, ਜਿੱਥੇ ਮਰਜ਼ੀ ਜਾਂਦੇ ਹੋ ਹਨਾ, ਜਿੱਥੇ ਤੁਹਾਡਾ ਵਿਸ਼ਵਾਸ ਹੈਗਾ ਉੱਥੇ ਜ਼ਰੂਰ ਜਾਇਆ ਕਰੋ। ਉਹਦੇ ਨਾਲ ਇੱਕ ਆਪਾਂ ਨੂੰ ਪੋਜ਼ਿਟਿਵਿਟੀ ਮਿਲਦੀ ਹੈ। ਬਾਕੀ ਪ੍ਰਮਾਤਮਾ ਨੂੰ ਯਾਦ ਰੱਖੋ। ਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਵੀ ਤੁਹਾਨੂੰ ਮੈਂ ਕਾਫੀ ਵਾਰ ਸਮਝਾਉਂਦਾ ਰਹਿਣਾ ਹਨਾ, ਚਿੰਤਾ ਨਹੀਂ ਕਰਨੀ ਚਾਹੀਦੀ ਆਪਾਂ ਨੂੰ, ਠੀਕ ਹੈ। ਤੇ ਬਾਕੀ ਕਹਿੰਦੇ ਆ ਜੀ, ਅੱਜ ਦਾ ਜਿਹੜਾ ਤੁਹਾਨੂੰ ਮੈਂ ਦੱਸ ਰਿਹਾ ਵੀ ਤੁਹਾਡੇ ਸਾਹਮਣੇ ਲਿਖਿਆ ਹੋਇਆ ਹੈ, ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਹੀ ਲਿਆ ਗਿਆ, ਅੰਗ ਨੰਬਰ 547 ਤੋਂ, ਠੀਕ ਹੈ ਜੀ। ਤੂੰ ਸਮਰੱਥ ਵੱਡਾ, ਮੇਰੀ ਮੱਤ ਥੋੜੀ ਰਾਮ, ਠੀਕ ਹੈ। ਕਿਉਂਕਿ ਆਪਣੀ ਮੱਤ ਇੰਨੀ ਵੱਡੀ ਨਹੀਂ ਹੈਗੀ ਜਿੰਨੀ ਕਿ ਪ੍ਰਮਾਤਮਾ ਦੀ ਹੈ। ਉਹਨਾਂ ਨੇ ਜੋ ਸੋਚਿਆ ਹੋਊਗਾ ਆਪਣੇ ਵਾਸਤੇ ਬਹੁਤ ਵਧੀਆ ਸੋਚਿਆ, ਠੀਕ ਹੈ। ਜੇ ਆਪਾਂ ਨੂੰ ਨੌਬ ਹਜੇ ਨਹੀਂ ਮਿਲ ਰਹੀ, ਉਹਦੇ ਵਿੱਚ ਆਪਣੀ ਕੋਈ ਨਾ ਕੋਈ ਭਲਾਈ ਹੋਊਗੀ, ਜਿੱਥੇ ਮਿਲੂਗੀ। ਜਹਾਂ ਦਾਣੇ ਤਹਾਂ ਖਾਣੇ, ਗੁਰੂ ਨਾਨਕ ਦੇਵ ਜੀ ਨੇ ਫਰਮਾਇਆ ਜਿੱਥੇ ਦਾਣੇ ਲਿਖੇ ਉੱਥੇ ਖਾਣੇ ਹੀ ਪੈਣੇ ਆ, ਔਰ ਜਾਣਾ ਪੈਣਾ ਆਪਾਂ ਨੂੰ। ਤਾਂ ਇਸ ਕਰਕੇ ਮਿਹਨਤ ਕਰਨਾ ਆਪਣਾ ਫਰਜ਼ ਹੈ। ਚਿੰਤਾ ਨਹੀਂ ਕਰਨੀ ਚਾਹੀਦੀ ਕਦੇ ਵੀ, ਖੁਸ਼ ਰਹਿਣਾ ਚਾਹੀਦਾ ਜ਼ਿੰਦਗੀ ਦੇ ਵਿੱਚ। ਜ਼ਿੰਦਗੀ ਬੜੀ ਛੋਟੀ ਹੈ, ਇਹ 'ਚ ਖੁਸ਼ ਰਹੋ, ਠੀਕ ਹੈ ਜੀ। ਤਾਂ ਆਪਾਂ ਸਟਾਰਟ ਕਰਦੇ ਹਾਂ। ਬਾਕੀ ਮੋਟੀਵੇਸ਼ਨਲ ਵਾਲੀ ਵੀਡੀਓ ਆਪਾਂ ਅਲੱਗ ਪਾਵਾਂਗੇ। ਵੀਡੀਓ ਸਟਾਰਟ ਕਰਨ ਤੋਂ ਪਹਿਲਾਂ ਤੁਹਾਨੂੰ ਪਤਾ ਹੀ ਹੈ, ਜੇ ਵੀਡੀਓ ਵਧੀਆ ਲੱਗੂਗੀ ਐਂਡ ਤੇ ਜਾ ਕੇ ਲਾਈਕ ਕਰ ਦਿਓ, ਸ਼ੇਅਰ ਕਰ ਦਿਓ। ਤੇ ਜਿਹੜੇ ਬੱਚੇ ਚੈਨਲ ਤੇ ਨਵੇਂ ਨੇ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ। ਇੱਕ ਹੋਰ ਛੋਟਾ ਜਿਹਾ ਮੈਸੇਜ ਤੁਹਾਨੂੰ ਮੈਂ ਦੇਣਾ ਹੈ। ਜਿਹੜੇ ਬੱਚੇ ਜਿਹੜਾ ਇਸ ਵਾਰੀ ਪਟਵਾਰੀ ਦਾ ਐਗਜ਼ਾਮ ਹੋਇਆ ਮੇਨ ਦੇ ਵਿੱਚ ਸਿਲੈਕਟਡ ਨੇ, ਬਟ ਹਜੇ ਤੱਕ ਉਹਨਾਂ ਨੂੰ ਜੁਆਇਨਿੰਗ ਨਹੀਂ ਮਿਲ ਰਹੀ, ਕਾਫੀ ਬੱਚੇ ਮੈਸੇਜ ਕਰ ਰਹੇ ਆ। ਤਾਂ ਉਹਨਾਂ ਦੀ ਸਿਲੈਕਟਡ ਜਿਹੜੇ ਬੱਚੇ ਪਟਵਾਰੀ ਹੈਗੇ, ਉਹਨਾਂ ਦੀ ਇੱਕ ਯੂਨੀਅਨ ਬਣੀ ਹੋਈ ਹੈ। ਉਸ ਯੂਨੀਅਨ ਦੇ ਪ੍ਰਧਾਨ ਨੇ ਆਪਣੇ ਹੀ ਸਟੂਡੈਂਟ ਨੇ, ਜੋਗਿੰਦਰ ਸਿੰਘ ਜੀ। ਆ ਉਹਨਾਂ ਦਾ ਨੰਬਰ ਹੈ ਰਾਜੇ। ਉਹਨਾਂ ਦਾ ਇੱਕ WhatsApp ਗਰੁੱਪ ਹੈ ਜਿਹਦੇ ਵਿੱਚ ਲਗਭਗ 150 ਬੱਚਾ ਹੈ। ਤੇ ਹੋਰ ਵੀ ਜਿਹੜੇ ਬੱਚੇ ਸਿਲੈਕਟਡ ਹੈ ਪਲੀਜ਼ ਉਹ ਐਡ ਹੋ ਜਾਓ। ਇਹ ਲਿੰਕ ਮੈਂ ਵੀਡੀਓ ਦੀ ਡਿਸਕ੍ਰਿਪਸ਼ਨ ਦੇ ਵਿੱਚ ਪਾ ਦੂੰਗਾ। ਬਾਕੀ ਤੁਸੀਂ ਇਸ ਨੰਬਰ ਤੇ ਵੀ ਕੰਟੈਕਟ ਕਰ ਸਕਦੇ ਹੋ। ਤੇ ਇੱਕ ਰਿਕੁਐਸਟ ਹੈ, ਜੈਨੂਅਨ ਬੰਦੇ ਹੀ ਕੰਟੈਕਟ ਕਰਿਓ, ਕਿਉਂਕਿ ਇਹਦੇ ਵਿੱਚ ਜਿਹੜੇ ਸੀਰੀਅਸ ਬੱਚੇ ਨੇ ਉਹੀ ਐਡ ਹੋਏ ਨੇ, ਜਿਹੜੇ ਕਿ ਜਲਦੀ ਤੋਂ ਜਲਦੀ ਕੀ ਕਰਨਾ ਚਾਹੁੰਦੇ ਆ, ਜੁਆਇਨਿੰਗ ਕਰਨਾ ਚਾਹੁੰਦੇ ਆ। ਉਹਦੇ ਵਾਸਤੇ ਵੀ ਸਟਰਗਲ ਕਰ ਰਹੇ ਆ। ਦੇਖੋ ਪੈਰ ਪੈਰ ਤੇ ਸਟਰਗਲ ਹੈ, ਜੌਬ ਲੈਣ 'ਚ ਵੀ ਸਟਰਗਲ ਹੈ, ਜੌਬ ਜੁਆਇਨਿੰਗ 'ਚ ਸਟਰਗਲ ਹੈ, ਫਿਰ ਅੱਗੇ ਜਾਓਗੇ ਪੱਕੇ ਹੋਣ 'ਚ ਸਟਰਗਲ ਹੈ। ਤਾਂ ਸਾਰੀ ਉਮਰ ਜ਼ਿੰਦਗੀ ਦੇ ਵਿੱਚ ਸਟਰਗਲ ਹੀ ਚੱਲਦੀ ਹੈ। ਇਹਦਾ ਨਾਮ ਹੀ ਜ਼ਿੰਦਗੀ ਹੈ। ਤਾਂ ਟੈਨਸ਼ਨ ਚਿੰਤਾ ਨਹੀਂ ਕਰਨੀ ਚਾਹੀਦੀ, ਖੁਸ਼ ਰਹਿਣਾ ਚਾਹੀਦਾ। ਚਲੋ ਸਟਾਰਟ ਕਰਦੇ ਹਾਂ ਜੀ ਅੱਜ ਦੀ ਵੀਡੀਓ। ਪਹਿਲਾ ਕੁਐਸਚਨ ਤੁਹਾਡੀ ਸਕਰੀਨ ਤੇ ਰਿਹਾ, ਤੇ ਟਾਈਪ ਕਰਨ ਦਾ ਮੇਰੇ ਕੋਲ ਟਾਈਮ ਨਹੀਂ ਸੀਗਾ ਕਿਉਂਕਿ ਸਿਹਤ ਦੀ ਪ੍ਰੋਬਲਮ ਸੀਗੀ। ਇਸ ਕਰਕੇ ਮੈਂ ਡਾਇਰੈਕਟ ਪੁਰਾਣੇ ਪੇਪਰਾਂ ਦੇ ਜਿੰਨੇ ਵੀ ਕੁਐਸਚਨ ਜਿਹੜੇ ਇੰਪੋਰਟੈਂਟ ਨੇ ਸਾਰੇ ਐਜ਼ ਇਟ ਇਜ਼ ਸਕਰੀਨਸ਼ਾਟ ਲੈ ਲਏ ਆ, ਤੇ ਆਨਸਰ ਤੁਹਾਨੂੰ ਨਾਲ ਹੀ ਮਿਲਣਗੇ। ਇਹਦੇ ਵਾਸਤੇ ਮਾਫੀ ਹੈ ਵੀ ਟਾਈਮ ਦੀ ਕਮੀ ਸੀਗੀ, ਦੂਜਾ ਸਿਹਤ ਦੀ ਪ੍ਰੋਬਲਮ ਸੀਗੀ, ਇੰਨਾ ਕੁ ਐਡਜਸਟ ਕਰ ਲਿਓ। ਬਾਕੀ ਇਹ ਗਰੰਟੀ ਆ ਵੀ ਇਹਦੇ ਵਿੱਚੋਂ ਬਹੁਤ ਕੁਐਸਚਨ ਤੁਹਾਨੂੰ ਦੇਖਣ ਨੂੰ ਮਿਲਣਗੇ, ਨਾਲ ਹੀ ਕਾਫੀ ਨੌਲੇਜ ਮਿਲੂਗੀ ਤੁਹਾਨੂੰ ਇਹਨਾਂ ਕੁਐਸਚਨਾਂ ਦੇ ਉੱਪਰੋਂ। ਤੁਸੀਂ ਪਹਿਲੀ ਵਾਰ ਦੇਖੇ ਹੋਣਗੇ ਕੁਐਸਚਨ, ਜਿਹੜੇ ਕੁਝ ਨਵੇਂ ਕੁਐਸਚਨ ਹੋਣਗੇ। ਪਹਿਲਾ ਕੁਐਸਚਨ ਕੀ ਹੈ ਤੁਹਾਡੀ ਸਕਰੀਨ ਤੇ ਬੇਟਾ, ਇਹ ਸਭ ਕੁਝ ਕਰਵਾਇਆ ਹੋਇਆ ਤੁਹਾਨੂੰ ਮੈਂ ਨਾਲ ਦੀ ਨਾਲ ਨਾ ਦੱਸੀ ਜਾਊਂਗਾ ਵੀ ਕਿਹੜੀ ਕਿਹੜੀ ਥਿਓਰੇਟੀਕਲ ਵੀਡੀਓ ਤੁਸੀਂ ਵੇਖਣੀਆਂ ਨੇ। ਕਿਉਂਕਿ ਪੇਪਰ ਕਰੈਕ ਕਰਨ ਦਾ ਰਾਈਟ ਅਪਰੋਚ ਕੀ ਆ, ਥਿਓਰੇਟੀਕਲ ਪਲੱਸ MCQ। ਸਾਰੀਆਂ ਹੁਣ ਥਿਓਰੇਟੀਕਲ ਦੇਖਣ ਦਾ ਟਾਈਮ ਨਹੀਂ ਹੈਗਾ, ਦੋ ਚਾਰ ਸਿਲੈਕਟਡ ਜੀ ਦੱਸ ਕੇ ਜਾਊਂਗਾ, ਜਰੂਰ ਦੇਖ ਲਿਓ। ਜਾਣ ਤੋਂ ਪਹਿਲਾਂ ਡੈਫੀਨੇਟਲੀ ਤੁਹਾਨੂੰ ਫਾਇਦਾ ਹੋਊਗਾ। ਕੁਐਸਚਨ ਕੀ ਕਹਿ ਰਿਹਾ, ਕਹਿੰਦਾ ਜਿਹੜਾ ਸਟੋਰਡ ਪ੍ਰੋਗਰਾਮ ਕਨਸੈਪਟ ਹੈ ਓਰੀਜਨਲੀ ਕਹਿੰਦਾ ਕਿਹਨੇ ਪ੍ਰਪੋਜ਼ ਕੀਤਾ ਸੀਗਾ। ਸਟੋਰਡ ਪ੍ਰੋਗਰਾਮ ਕਨਸੈਪਟ ਹੁੰਦਾ ਬੇਟੇ, ਜਿਵੇਂ ਆਪਾਂ ਮੰਨ ਲਓ ਅਲੈਕਸਾ ਬਾਰੇ ਤੁਸੀਂ ਸੁਣਿਆ ਹੋਊਗਾ। ਅਲੈਕਸਾ ਇੱਕ ਆਉਂਦਾ ਨਾ ਆਪਣਾ ਵਾਇਸ ਰੈਕਗਨਾਈਜੇਸ਼ਨ ਵਾਲਾ ਸਿਸਟਮ ਆਉਂਦਾ ਹੈ ਹਨਾ। ਜਿਵੇਂ ਆਪਾਂ ਮੰਨ ਲਓ ਉਹਨੂੰ ਕੋਈ ਵੀ ਇੰਸਟਰਕਸ਼ਨ ਦਿੰਦੇ ਆ ਤਾਂ ਆਟੋਮੈਟਿਕਲੀ ਆਪਾਂ ਕਹਿ ਦਿੰਦੇ ਆ ਪਲੀਜ਼ ਅਲੈਕਸਾ ਪਲੇ
ਦਲਜੀਤ ਦੋਸਾਂਝ ਸੌਂਗ ਜਾਂ ਕੋਈ ਹੋਰ ਸੌਂਗ ਜਾਂ ਸ਼ਬਦ ਹਨਾ, ਉਹ ਆਟੋਮੈਟਿਕਲੀ ਪਲੇ ਕਰਨ ਲੱਗ ਜਾਂਦੀ ਹੈ, ਕਿਉਂਕਿ ਉਹਦੇ ਵਿੱਚ ਕੀ ਹੁੰਦੀਆਂ ਨੇ, ਪ੍ਰੀ ਜਨਰੇਟਡ ਇਵੈਂਟਸ ਹੁੰਦੀਆਂ ਨੇ, ਜਾਂ ਇਹ ਕਹਿ ਸਕਦੇ ਹਾਂ ਇੰਸਟਰਕਸ਼ਨਸ ਹੁੰਦੀਆਂ ਨੇ, ਜਿਨ੍ਹਾਂ ਨੂੰ ਆਪਾਂ ਕਹਿ ਦਿੰਦੇ ਹਾਂ ਸਟੋਰਡ ਪ੍ਰੋਗਰਾਮ ਕੰਸੈਪਟ। ਇਹ ਇੱਕ ਬੰਦਾ ਸੀਗਾ ਜੌਨ ਵੌਨ ਨੀਮੈਨ, ਇਹਨੇ ਫਾਈਂਡ ਆਊਟ ਕੀਤਾ ਸੀਗਾ ਲਗਭਗ 1940 ਦੇ ਵਿੱਚ। ਇਹਦੇ ਵਿੱਚ ਕੀ ਹੁੰਦਾ ਸੀਗਾ, ਬਾਈਨਰੀ ਫਾਰਮੈਟ। ਬਾਈਨਰੀ ਫਾਰਮੈਟ ਤੁਹਾਨੂੰ ਪਤਾ ਹੀ ਆ, 1 ਤੇ 0 ਦੀ ਫਾਰਮ ਦੇ ਵਿੱਚ। ਬਾਈਨਰੀ ਫਾਰਮੈਟ ਦੇ ਵਿੱਚ ਕੀ ਕਰਦੇ ਸੀਗੇ, ਮਸ਼ੀਨ ਇੰਸਟਰਕਸ਼ਨ ਨੂੰ ਕੀ ਕੀਤਾ ਜਾਂਦਾ ਸੀਗਾ, ਸੇਵ ਕੀਤਾ ਜਾਂਦਾ ਸੀਗਾ। ਇਸ ਤੋਂ ਪਹਿਲਾਂ ਕਦੇ ਵੀ ਨਹੀਂ ਹੋਇਆਗਾ, ਇਹਨਾਂ ਨੇ ਪਹਿਲਾਂ ਸਭ ਤੋਂ ਪਹਿਲਾਂ ਸਟਾਰਟ ਕੀਤਾ ਸੀਗਾ। ਇਹਨਾਂ ਦਾ ਨਾਮ ਯਾਦ ਰੱਖ ਲਿਓ, 1940 ਦੇ ਵਿੱਚ ਹੋਇਆ ਸੀਗਾ। 1940 ਤਾਂ ਨਹੀਂ ਪੁੱਛਿਆ ਜਾਂਦਾ, ਬਸ ਨਾਮ ਪੁੱਛਿਆ ਜਾਂਦਾ। ਕਹਿਣ ਦਾ ਭਾਵ ਕਿ ਕੱਲਾ ਕੱਲਾ ਕੁਐਸਚਨ ਮੋਸਟ ਇੰਪੋਰਟੈਂਟ ਹੈ। ਪਹਿਲਾ ਕੁਐਸਚਨ ਕਲੀਅਰ ਹੈ, ਅੱਗੇ ਚੱਲਦੇ ਹਾਂ ਜੀ ਆਪਾਂ। ਬਾਕੀ ਐਲਨ ਟਿਊਰਿੰਗ ਦਾ ਨਾਮ ਵੀ ਆਉਂਦਾ ਜੀ, ਫਾਦਰ ਆਫ ਕੰਪਿਊਟਰ ਸਾਇੰਸ ਨੇ, ਠੀਕ ਹੈ ਜੀ। ਇਹ ਫਾਦਰ ਆਫ ਸੀ ਹੈ, ਸੀ ਲੈਂਗੁਏਜ ਦੇ ਨੇ, ਠੀਕ ਹੈ ਜੀ। ਇਹ ਕੀ ਨੇ ਜੀ, ਕੰਪਿਊਟਰ ਸਾਇੰਸ ਦੇ ਫਾਦਰ ਨੇ, ਜਾਂ ਮਾਡਰਨ ਕੰਪਿਊਟਰ ਦੇ ਕਹਿ ਸਕਦੇ ਆ, ਠੀਕ ਹੈ। ਇਹ ਸਾਰੀਆਂ ਗੱਲਾਂ ਨੋਟ ਕਰ ਲੈਣੀਆਂ ਨੇ, ਨਿੱਕੀ ਨਿੱਕੀਆਂ ਗੱਲਾਂ ਹੁੰਦੀਆਂ, ਕੰਮ ਆ ਜਾਂਦੀਆਂ। ਅਗਲੀ ਗੱਲ ਕਰਦੇ ਹਾਂ ਜੀ ਆਪਾਂ। ਦੇਖੋ ਇਹ ਸਾਰੇ ਜਿਹੜੇ ਮੈਂ ਹੁਣ ਤੁਹਾਨੂੰ ਕਰਵਾ ਰਿਹਾ, ਇਹ 2018 ਦੇ ਵਿੱਚ ਆਇਆ ਹੋਇਆ। ਇਹ ਤਾਂ ਨਜਾਇਜ਼ ਇੱਕ ਧੱਕਾ ਕੀਤਾ ਹੋਇਆ, ਬਹੁਤ ਹੀ ਹਾਈ ਲੈਵਲ ਦੇ ਕਨਸੈਪਟ ਨੇ। ਅੱਜ ਆਪਾਂ ਗੱਲ ਕਰੀਏ ਵੀ ਐਮਸੀਏ ਦੇ ਵਿੱਚ ਵੀ ਨਹੀਂ ਕਰਵਾਏ ਜਾਂਦੇ, ਬਹੁਤ ਹਾਈ ਲੈਵਲ ਦੇ ਕਨਸੈਪਟ ਨੇ, ਬਟ ਮੈਂ ਕੋਸ਼ਿਸ਼ ਕਰੂੰਗਾ ਕਿ ਮੈਕਸਿਮਮ ਟੂ ਮੈਕਸਿਮਮ ਤੁਹਾਨੂੰ ਸਮਝਾਇਆ ਜਾਵੇ। ਅਗਲਾ ਕਹਿੰਦਾ ਜੀ, ਡੈਸ਼ ਕੰਟੇਨ ਏ ਹਾਇਰਾਰਕੀ ਆਫ ਦਾ ਸਪੈਸ਼ਲ ਫਾਈਲਸ corresponding to the running processes and the system hardware represent the current kernel status। ਹੁਣ ਕਈ ਬੰਦਿਆਂ ਨੂੰ ਕਰਨਲ ਦੇ ਬਾਰੇ ਨਹੀਂ ਪਤਾ ਹੋਊਗਾ ਬੇਟੇ। ਆਪਰੇਟਿੰਗ ਸਿਸਟਮ ਦੇ ਵਿੱਚ ਇੱਕ ਮੇਨ, ਠੀਕ ਹੈ, ਸੌਫਟਵੇਅਰ ਕਹਿ ਲਓ ਜਾਂ ਫਾਈਲ ਕਹਿ ਲਓ, ਕਰਨਲ ਹੁੰਦਾ ਹੈ। ਇਹਦੇ ਵਿਦਾਊਟ ਕੀ ਆਪਰੇਟਿੰਗ ਸਿਸਟਮ ਫੇਲ ਹੋ ਜਾਂਦਾ ਹੈ। ਹੁਣ ਇਹਦੇ ਬਾਰੇ ਵੀ ਆਪਣੀ ਇੱਕ ਵੀਡੀਓ ਪਈ ਹੈ ਆਪਰੇਟਿੰਗ ਸਿਸਟਮ ਵਾਲੀ, ਉਹ 'ਚ ਮੈਂ ਕਰਵਾਇਆ ਹੋਇਆ ਕਰਨਲ ਕੀ ਹੁੰਦਾ ਹੈ, ਸਿਸਟਮ ਕਾਲ ਕੀ ਹੁੰਦੀ ਹੈ, ਯੂਜ਼ਰ ਸਪੇਸ ਕੀ ਹੁੰਦਾ, ਕਰਨਲ ਸਪੇਸ ਕੀ ਹੁੰਦਾ। ਇਹ ਵੀਡੀਓ ਜ਼ਰੂਰ ਦੇਖ ਲਿਓ, ਇਹਦਾ ਲਿੰਕ ਮੈਂ ਡਿਸਕ੍ਰਿਪਸ਼ਨ ਦੇ ਵਿੱਚ ਪਾ ਦੂੰਗਾ। ਹੁਣ ਇਹਦੇ ਵਾਸਤੇ ਇੱਕ ਨਾ ਸਪੈਸ਼ਲ ਕੀ ਹੁੰਦੀ ਹੈ ਬੇਟੇ, ਇੱਕ ਨਾ ਕਾਲ ਕਹਿ ਲਓ, ਮੈਥਡ ਕਹਿ ਲਓ, ਇਹਨੂੰ ਕਹਿ ਦਿੰਦੇ ਆ ਜੀ PROC, ਠੀਕ ਹੈ ਜੀ। ਇੱਕ ਕਮਿਊਨੀਕੇਸ਼ਨ ਮੈਥਡ ਹੁੰਦਾ ਹੈ ਜਿਹੜਾ ਕਿ ਯੂਜ਼ਰ ਤੇ ਕਰਨਲ ਸਪੇਸ ਦੇ ਵਿਚਕਾਰ ਕੀ ਕਰਦਾ, ਤਾਲਮੇਲ ਕਰਦਾ ਹੈ। ਯੂਜ਼ਰ ਸਪੇਸ ਕੀ ਹੁੰਦਾ ਤੁਹਾਨੂੰ ਮੈਂ ਦੱਸ ਦਿੰਦਾ। ਯੂਜ਼ਰ ਸਪੇਸ ਹੁੰਦਾ, ਮੰਨ ਲਓ ਆਪਾਂ WhatsApp ਹੈ, WhatsApp ਇੰਸਟਾਲ ਕੀਤਾ, ਉਹਨੇ ਜਿਹੜੀ ਸਪੇਸ ਲੈਣੀ ਹੈ ਯੂਜ਼ਰ ਸਪੇਸ ਦੇ ਵਿੱਚ ਲੈਣੀ ਹੈ, ਤੇ ਕਰਨਲ ਦੇ ਵਿੱਚ ਸਿਰਫ ਜਿਹੜੇ ਪ੍ਰੋਸੈਸ, ਉਹ ਪ੍ਰੋਸੈਸ ਜਾਣਗੇ ਜਿਹੜੇ ਆਪਰੇਟਿੰਗ ਸਿਸਟਮ ਦੇ ਨਾਲ ਰਿਲੇਟਡ ਹੋਣਗੇ। ਕਹਿਣ ਦਾ ਭਾਵ ਇਹ ਸਪੇਸ ਅਲੱਗ ਹੈ, ਇਹ ਸਪੇਸ ਅਲੱਗ ਹੈ। ਦੋਵਾਂ ਨੇ ਜਦੋਂ ਕਮਿਊਨੀਕੇਸ਼ਨ ਕਰਨਾ ਤਾਂ ਇੱਕ ਕਾਲ ਦੇ ਥਰੂ ਕਰਦੇ ਆ। ਉਹ ਕਾਲ ਦੇ ਬਾਰੇ ਹੀ ਪੁੱਛ ਰਿਹਾ, ਤਾਂ ਉਹ ਹੁੰਦੀ ਹੈ ਜੀ PROC ਕਾਲ ਹੁੰਦੀ ਹੈ, ਠੀਕ ਹੈ। ਜ਼ਿਆਦਾ ਡਿਟੇਲ 'ਚ ਜਾਣ ਦੀ ਜ਼ਰੂਰਤ ਨਹੀਂ ਹੈਗੀ, ਤੁਹਾਨੂੰ ਮੈਂ ਸਮਝਾ ਦਿੰਦਾ। ਦੇਖੋ ਦੱਸ ਵੀ ਦਿੱਤਾ ਤੁਹਾਨੂੰ ਮੈਂ, ਆ ਯੂਜ਼ਰ ਸਪੇਸ ਹੁੰਦੀ ਹੈ, ਇਹ ਕਰਨਲ ਸਪੇਸ ਹੁੰਦੀ ਹੈ। ਯੂਜ਼ਰ ਸਪੇਸ ਦੇ ਵਿੱਚ ਜਿੰਨੀਆਂ ਵੀ ਐਪਲੀਕੇਸ਼ਨ ਰਨ ਕਰਦੀਆਂ ਨੇ ਉਹ ਸਾਰੀਆਂ ਹੁੰਦੀਆਂ ਨੇ। ਇਹਦੇ ਵਿੱਚ ਸਿਰਫ ਆਪਾਂ ਪਰਮਿਸ਼ਨ ਲੈ ਕੇ ਜਾ ਸਕਦੇ, ਅਦਰਵਾਈਜ਼ ਇਹਦੀ ਮੈਮਰੀ ਆਪਾਂ ਯੂਜ਼ ਨਹੀਂ ਕਰ ਸਕਦੇ। ਬਸ ਇੰਨਾ ਕੁ ਸਮਝ ਲਓ ਦਿਮਾਗ ਦੇ ਵਿੱਚ। ਅੱਗੇ ਚੱਲਦੇ ਹਾਂ ਜੀ। ਸੌਖਾ ਕੁਐਸਚਨ ਹੈ, ਡੌਗਲਸ ਦੇ ਬਾਰੇ ਮੈਂ ਕਰਵਾਇਆ ਹੋਇਆ ਤੁਹਾਨੂੰ। ਡੌਗਲਸ ਨੇ ਕੀ ਕੀਤਾ ਸੀਗਾ ਰਾਜੇ, ਮਾਊਸ ਇਨਵੈਂਟ ਕੀਤਾ ਸੀਗਾ, ਠੀਕ ਹੈ। ਇਹ ਸਾਰਿਆਂ ਨੂੰ ਮੈਂ ਕਰਵਾਇਆ ਹੋਇਆ। ਲਗਭਗ 1960 ਦੇ ਵਿੱਚ ਸ਼ੁਰੂ ਕੀਤਾ ਸੀ, ਪਰ ਜਿਹੜਾ ਸਹੀ ਬਣ ਕੇ ਤਿਆਰ ਹੋਇਆ ਸੀਗਾ ਉਹ 1964 ਦੇ ਵਿੱਚ ਹੋਇਆ ਸੀ ਤਿਆਰ, ਠੀਕ ਹੈ ਜੀ। ਤੇ ਤੁਹਾਨੂੰ ਮੈਂ ਦਿਖਾ ਵੀ ਦਿੰਦਾ। ਪਹਿਲਾ ਮਾਊਸ ਆ ਭਾਈ ਤੁਹਾਡਾ ਚੂਹਾ ਲੱਕੜ ਦਾ, ਇਹ ਥੱਲੇ ਵੀਲ ਲੱਗਾ ਸੀਗਾ, ਆ ਬਟਨ ਲੱਗਾ ਸੀ ਇੱਕ, ਤੇ ਆਹ ਨੇ ਜੀ ਡੌਗਲਸ ਤੁਹਾਡੇ, ਠੀਕ ਹੈ ਜੀ। ਤਾਂ ਕਲੀਅਰ ਹੈ। ਅੱਗੇ ਚੱਲਦੇ ਹਾਂ ਜੀ ਆਪਾਂ। ਅੱਗੇ ਆ ਗਿਆ ਜੀ ਪਟਾਹਾ। ਇਹ ਮੈਂ ਗੱਲ ਬਾਅਦ ਚ ਦੱਸਦਾ, ਪਹਿਲਾਂ ਮੈਂ ਰੈਂਸਮਵੇਅਰ ਬਾਰੇ ਦੱਸਦਾ। ਬਾਕੀ ਮੈਂ ਤੁਹਾਨੂੰ ਇੱਕ ਵੀਡੀਓ ਕਰਾਈ ਹੋਈ ਹੈ ਮਾਲਵੇਅਰ ਦੇ ਉੱਪਰ, ਉਹਦੇ ਵਿੱਚ ਮੈਂ ਟਰੋਜਨ ਹਾਰਸ ਵੀ ਕਰਾਇਆ ਹੋਇਆ, ਵਾਇਰਸ ਕਰਾਇਆ, ਵੋਮ ਕਰਾਇਆ, ਸਪਾਈਵੇਅਰ ਕਰਾਇਆ, ਐਡਵੇਅਰ ਕਰਾਇਆ, ਸਾਰਾ ਕੁਝ ਮੈਂ ਕਰਵਾਇਆ ਹੋਇਆ। ਇਸ ਕਰਕੇ ਮੈਂ ਇੱਥੇ ਦੱਸ ਦੂੰਗਾ ਨਹੀਂ, ਕਿਉਂਕਿ ਟਾਈਮ ਬਹੁਤ ਵੇਸਟ ਹੋਊਗਾ। ਰੈਂਸਮਵੇਅਰ ਰਾਜੇ, ਰੈਂਸਮਵੇਅਰ ਦਾ ਮਤਲਬ ਹੁੰਦਾ ਫਰੋਤੀ। ਜਿਵੇਂ ਆਪਾਂ ਕਹਿ ਦਿੰਦੇ ਆ ਕਿ ਆਪਾਂ ਜਿਵੇਂ ਕੁਝ ਲੋਕ ਕੀ ਕਰਦੇ ਨੇ ਨਾ, 2 ਨੰਬਰ 'ਚ ਪੈਸਾ ਕਮਾਉਣ ਦੇ ਮਾਰੇ ਕਿਸੇ ਦੇ ਘਰੋਂ ਕਿਸੇ ਦਾ ਮੁੰਡਾ ਚੱਕ ਲਿਆ ਜਾਂ ਕੋਈ ਚੀਜ਼ ਚੱਕ ਲਈ, ਸਾਨੂੰ ਇੰਨਾ ਪੈਸਾ ਦਿਓ ਅਸੀਂ ਤਾਂ ਤੁਹਾਨੂੰ ਵਾਪਸ ਕਰਾਂਗੇ। ਉਵੇਂ ਰਾਜੇ ਇੱਕ ਆਨਲਾਈਨ ਫਰਾਡ ਹੁੰਦਾ। ਉਹਦੇ ਵਿੱਚ ਕੀ ਕਰਦਾ ਹੈਕਰ, ਕੀ ਕਰਦੇ ਨੇ, ਤੁਹਾਡਾ ਨਾ ਕੰਪਿਊਟਰ ਦਾ ਅਸੈਸ ਲੈ ਲੈਂਦੇ ਨੇ, ਮਤਲਬ ਤੁਹਾਡਾ ਆਈਡੀ ਤੇ ਪਾਸਵਰਡ ਕੀ ਆ ਉਹ ਚੁਰਾ ਲੈਂਦੇ ਨੇ ਤੇ ਉਹ ਚੇਂਜ ਕਰ ਦਿੰਦੇ ਨੇ। ਤੇ ਤੁਹਾਡੇ ਤੋਂ ਫਿਰ ਕੀ ਇੱਕ ਕਾਲ ਆਉਂਦੀ ਹੈ, ਕਾਲ ਕਹਿ ਲਓ, ਮੈਸੇਜ ਕਹਿ ਲਓ, ਤੁਹਾਨੂੰ ਇੱਕ ਕਾਲ ਜਾਂ ਮੈਸੇਜ ਆਉਂਦਾ WhatsApp ਦੇ ਉੱਪਰ ਵੀ ਤੁਹਾਨੂੰ ਤਾਂ ਆਈਡੀ ਪਾਸਵਰਡ ਦਿੱਤਾ ਜਾਊਗਾ, ਤੁਹਾਡਾ ਅਸੈਸ ਤਾਂ ਦੁਆਰਾ ਦਿੱਤਾ ਜਾਊਗਾ ਤੇ ਤੁਸੀਂ ਕੁਝ ਪੈਸਾ ਪੇ ਕਰੋਗੇ, ਠੀਕ ਹੈ। ਇਹਨੂੰ ਕਹਿ ਦਿੰਦੇ ਆ ਰੈਂਸਮਵੇਅਰ। ਇਹ 2016 ਦੇ ਵਿੱਚ ਹੋਇਆ ਸੀਗਾ। ਇਹਦਾ ਨਾਮ ਹੈ ਜੀ ਪਟਾਹਾ ਨਾਮ ਦਾ ਇੱਕ ਹੋਇਆ ਸੀ ਰੈਂਸਮਵੇਅਰ। ਤਾਂ ਰੈਂਸਮਵੇਅਰ ਤੁਹਾਨੂੰ ਸਮਝ ਲੱਗ ਗਈ ਹੋਊਗੀ। ਤਾਂ ਇਹਦਾ ਰਾਈਟ ਆਨਸਰ ਕੀ ਬਣਦਾ ਤੁਹਾਡਾ, ਫਸਟ ਬਣਦਾ। ਇਹ 2016 ਦੇ ਵਿੱਚ ਹੋਇਆ ਸੀ ਬੇਟੇ, ਵਿੰਡੋ ਬੇਸਡ ਹੋਇਆ ਸੀਗਾ। ਵਿੰਡੋ ਬੇਸਡ ਜਿੰਨੇ ਵੀ ਪੀਸੀ ਸੀਗੇ ਸਾਰੇ ਹੈਕ ਕਰ ਲਏ ਸੀਗੇ, ਟਾਰਗੇਟ ਕੀਤਾ ਸੀ ਉਹਨਾਂ ਨੇ, ਫਿਰ ਉਹਨਾਂ ਨੇ ਪੈਸਾ ਮੰਗਦੇ ਸੀਗੇ। ਤਾਂ ਇਹ 2016 ਦੇ ਵਿੱਚ ਅਮਰੀਕਾ ਦੇ ਵਿੱਚ ਹੋਇਆ ਸੀ, ਠੀਕ ਹੈ। ਅੱਗੇ ਚੱਲਦੇ ਹਾਂ, ਜ਼ਿਆਦਾ ਡਿਟੇਲ 'ਚ ਜਾਣ ਦੀ ਜ਼ਰੂਰਤ ਨਹੀਂ ਹੈਗੀ ਆਪਾਂ ਨੂੰ। ਆਹ ਦੇਖੋ ਜਿਹੜਾ ਹੁਣ ਜਿਹੜਾ ਕੁਐਸਚਨ ਹੈਗਾ ਬਹੁਤ ਹੀ ਹਾਈ ਲੈਵਲ ਦਾ। ਆਪਰੇਟਿੰਗ ਸਿਸਟਮ ਦੇ ਵਿੱਚ ਨਾ ਇੱਕ ਟੈਕਨੀਕ ਹੁੰਦੀ ਹੈ ਪੇਜ ਰਿਪਲੇਸਮੈਂਟ, ਠੀਕ ਹੈ। ਪੇਜ ਰਿਪਲੇਸਮੈਂਟ ਇੱਕ ਟੈਕਨੀਕ ਹੁੰਦੀ ਹੈ। ਹੁਣ ਤੁਸੀਂ ਕਹੋਗੇ ਸਰ ਪੇਜ ਰਿਪਲੇਸਮੈਂਟ ਕੀ ਚੀਜ਼ ਹੁੰਦੀ ਹੈ, ਤੁਹਾਨੂੰ ਮੈਂ ਦੱਸ ਦਿੰਦਾ, ਥੋੜਾ ਜਿਹਾ ਜ਼ਿਆਦਾ ਡਿਟੇਲ 'ਚ ਨਹੀਂ ਜਾਂਦਾ।
ਜਿਵੇਂ ਨਾ ਮੰਨ ਲਓ ਕੋਈ ਵੀ ਆਪਾਂ ਕੰਮ ਕਰਦੇ ਆ ਨਾ ਕੰਪਿਊਟਰ ਦੇ ਵਿੱਚ, ਉਹ ਹਿੱਸਿਆਂ ਦੇ ਵਿੱਚ ਡਿਵਾਈਡ ਹੋ ਜਾਂਦਾ ਹੈ। ਐਂ ਕਹਿ ਸਕਦੇ ਆ ਫਰੇਮ ਦੇ ਵਿੱਚ ਡਿਵਾਈਡ ਹੋ ਜਾਂਦਾ, ਹਰੇਕ ਨੂੰ ਆਪਣਾ ਆਪਣਾ ਬਲੋਕ ਮਿਲ ਜਾਂਦਾ ਹੈ, ਹਰੇਕ ਨੂੰ ਆਪਣਾ ਆਪਣਾ ਸਪੇਸ ਮਿਲ ਜਾਂਦਾ ਹੈ। ਜਾਂ ਆਪਾਂ ਇਹਨੂੰ ਪੇਜ ਵੀ ਕਹਿ ਸਕਦੇ ਆ, ਪੇਜ 1 ਪੇਜ 0 ਪੇਜ 1 2 3। ਹੁਣ ਕੀ ਹੁੰਦਾ ਵੀ ਕਈ ਵਾਰੀ ਉਹ ਕੰਮ ਖਤਮ ਹੋ ਜਾਂਦਾ ਬਟ ਉਹ ਨਾ ਮੈਮਰੀ ਦੇ ਵਿੱਚ ਪਿਆ ਰਹਿੰਦਾ ਹੈ। ਕਹਿਣ ਦਾ ਭਾਵ ਕਿ ਮੈਮਰੀ ਕੀ ਕਰਦਾ, ਉਹ ਵੇਸਟ ਕਰਦਾ ਹੈ। ਤਾਂ ਆਪਾਂ ਉਹਨੂੰ ਬਾਹਰ ਕੱਢ ਸਕਦੇ ਹਾਂ, ਉਹਨੂੰ ਕਹਿ ਦਿੰਦੇ ਆ ਪੇਜ ਆਊਟ, ਆਪਾਂ ਅੰਦਰ ਵੀ ਜਾ ਸਕਦੇ ਹਾਂ, ਕਹਿ ਦਿੰਦੇ ਆ ਪੇਜ ਇਨ। ਤਾਂ ਪੇਜ ਰਿਪਲੇਸਮੈਂਟ ਇੱਕ ਟੈਕਨੀਕ ਹੈ ਜਦੋਂ ਆਪਾਂ ਮੈਮਰੀ ਖਾਲੀ ਕਰਾਉਣੀ ਹੋਵੇ, ਠੀਕ ਹੈ, ਰੈਮ ਦੇ ਵਿੱਚੋਂ। ਤਾਂ ਉਹਦੇ ਵਾਸਤੇ ਨਾ ਅਲੱਗ-ਅਲੱਗ ਐਲਗੋਰਿਥਮ ਯੂਜ਼ ਹੁੰਦੇ ਆ। ਵੀ ਲੇਡੀ ਨਾਮ ਦਾ ਇੱਕ ਐਲਗੋਰਿਥਮ ਹੈਗਾ, ਵੈਸੇ ਤਾਂ ਫੀਫੋ ਵੀ ਹੁੰਦਾ, ਫਸਟ ਇਨ ਫਸਟ ਆਊਟ, ਕਾਫੀ ਸਾਰੇ ਹੁੰਦੇ ਆ, ਬਟ ਇਹਨਾਂ ਨੇ ਇੱਥੇ ਪੁੱਛਿਆ ਵੀ ਲੇਡੀ। ਤਾਂ ਵੀ ਲੇਡੀ ਕੀ ਹੈ, ਇੱਕ ਪੇਜ ਰਿਪਲੇਸਮੈਂਟ ਦਾ ਕੀ ਹੈ, ਐਲਗੋਰਿਥਮ ਹੈ। ਤਾਂ ਜ਼ਿਆਦਾ ਹੁਣ ਡਿਟੇਲ 'ਚ ਆਪਾਂ ਕੀ ਜਾਣਾ ਇਹਦਾ, ਬਸ ਯਾਦ ਰੱਖ ਲਿਓ ਇਹਨੂੰ, ਠੀਕ ਹੈ ਜੀ। ਇਹ ਪੇਜ ਰਿਪਲੇਸਮੈਂਟ ਹੈ, ਤੁਸੀਂ ਇਹਦਾ ਸਕਰੀਨਸ਼ਾਟ ਲੈ ਲਿਓ, ਇਹਨੂੰ ਸਮਝ ਲਿਓ। ਤੁਹਾਨੂੰ ਮੈਂ ਦੱਸਤਾ ਵੀ ਜਿਵੇਂ ਮੰਨ ਲਓ ਕੋਈ ਵੀ ਖਾਲੀ ਕਰਾਉਣਾ ਤਾਂ ਪੇਜ ਨੂੰ ਆਪਾਂ ਸਵੈਪ ਆਊਟ ਕਰ ਸਕਦੇ ਹਾਂ, ਸਵੈਪ ਇਨ ਵੀ ਕਰ ਸਕਦੇ ਹਾਂ। ਅੱਗੇ ਗੱਲ ਕਰਦੇ ਹਾਂ ਜੀ, ਆਹ ਕੁਐਸਚਨ ਮੋਸਟ ਇੰਪੋਰਟੈਂਟ ਹੈ, ਕਰਵਾਇਆ ਹੋਇਆ ਆਪਾਂ। ਕਹਿੰਦਾ ਐਕਸਟਰਾ ਸਪੇਸ ਦੈਟ ਇਜ਼ ਐਡਿਡ ਟੂ ਦਾ ਬਾਈਂਡਿੰਗ ਸਾਈਡ। ਤਾਂ ਤੁਹਾਨੂੰ ਮੈਂ ਕਰਵਾਇਆ ਹੋਇਆ ਐਮਐਸ ਵਰਡ ਦੇ ਵਿੱਚ ਕੀ ਹੁੰਦਾ ਰਾਜੇ, ਅਲੱਗ-ਅਲੱਗ ਤਰ੍ਹਾਂ ਦਾ ਮਾਰਜਨ ਹੁੰਦਾ। ਇਹਨੂੰ ਬੋਲ ਦਿੰਦੇ ਹਾਂ ਜੀ ਆਪਾਂ ਲੈਫਟ ਮਾਰਜਨ, ਇਹਨੂੰ ਬੋਲ ਦਿੰਦੇ ਹਾਂ ਜੀ ਰਾਈਟ ਮਾਰਜਨ, ਇਹਨੂੰ ਬੋਲ ਦਿੰਦੇ ਹਾਂ ਜੀ ਆਪਾਂ ਟੌਪ ਮਾਰਜਨ, ਇਹਨੂੰ ਬੋਲ ਦਿੰਦੇ ਹਾਂ ਜੀ ਆਪਾਂ ਬਾਟਮ ਮਾਰਜਨ। ਪਰ ਹੁਣ ਕਈ ਵਾਰੀ ਕੀ ਹੁੰਦਾ, ਲੈਫਟ ਮਾਰਜਨ ਦੀ ਜਗ੍ਹਾ ਤੇ ਆਪਾਂ ਨਾ ਇੱਕ ਮਾਰਜਨ ਛੱਡਦੇ ਹਾਂ ਜਿਹਨੂੰ ਕਹਿ ਦਿੰਦੇ ਗਟਰ ਮਾਰਜਨ। ਉਹ ਕਾਹਦੇ ਵਾਸਤੇ ਹੁੰਦਾ ਕਿ ਮੰਨ ਲਓ ਆਹ ਮੇਰੀ ਕਿਤਾਬ ਹੈ, ਕਿਤਾਬ ਨੂੰ ਮੈਂ ਬਾਈਂਡਿੰਗ ਕਰਾਉਣੀ ਹੈ ਇੱਥੋਂ, ਮੈਂ ਇੱਥੋਂ ਬਾਈਂਡਿੰਗ ਕਰਾਉਣੀ ਹੈ, ਸਪਾਇਰਲ ਬਾਈਂਡਿੰਗ। ਤਾਂ ਮੈਂ ਇੰਨੀ ਕੁ ਸਪੇਸ ਛੱਡ ਕੇ ਫੇਰ ਲਿਖੂੰਗਾ, ਕਿਉਂਕਿ ਜੇ ਮੈਂ ਬਾਈਂਡਿੰਗ ਕਰਵਾਉਂਗਾ ਉਹ ਮੇਰਾ, ਜੇ ਮੈਂ ਇੱਥੇ ਲਿਖਣਾ ਸ਼ੁਰੂ ਕਰੂੰਗਾ ਉਹ ਮੇਰਾ ਕੱਟ ਜੂਗਾ। ਤਾਂ ਇਹਨੂੰ ਕਹਿ ਦਿੰਦੇ ਜੀ ਗਟਰ ਮਾਰਜਨ। ਇੱਕ ਚੀਜ਼ ਹੋਰ ਯਾਦ ਰੱਖਿਓ, ਗਟਰ ਮਾਰਜਨ ਦੀ ਪੋਜੀਸ਼ਨ ਹੁੰਦੀਆਂ ਦੋ, ਇੱਕ ਤਾਂ ਲੈਫਟ ਸਾਈਡ ਤੋਂ ਆਪਾਂ ਬਾਈਂਡਿੰਗ ਕਰਾ ਸਕਦੇ ਹਾਂ, ਇੱਕ ਆਪਾਂ ਜਿਵੇਂ ਨੋਟਪੈਡ ਨੂੰ ਕਰਾਉਣੇ ਆ ਟੌਪ ਤੋਂ ਕਰਾ ਸਕਦੇ ਹਾਂ। ਤਾਂ ਦੋ ਇਹਦੀਆਂ ਪੋਜੀਸ਼ਨ ਵੀ ਯਾਦ ਰੱਖਣੀਆਂ ਨੇ ਤੇ ਗਟਰ ਮਾਰਜਨ ਵੀ ਯਾਦ ਰੱਖਣਾ। ਹੁਣ ਗਟਰ ਮਾਰਜਨ ਕਿਹੜਾ ਮਾਰਜਨ ਹੁੰਦਾ, ਜਿਹੜਾ ਕਿ ਬਾਈਂਡਿੰਗ ਸਾਈਡ ਛੱਡਿਆ ਜਾਂਦਾ। ਦੋ ਇਹਦੀਆਂ ਪੋਜੀਸ਼ਨ ਹੁੰਦੀਆਂ ਨੇ ਲੈਫਟ ਤੇ ਟੌਪ, ਦੋਨੇ ਯਾਦ ਰੱਖਣੀਆਂ ਨੇ, ਠੀਕ ਹੈ ਜੀ। ਅੱਗੇ ਚੱਲਦੇ ਹਾਂ, ਪਲੀਜ਼ ਇੱਕ ਵਾਰੀ ਚੈੱਕ ਕਰ ਲਈਏ, ਥੋੜਾ ਜਿਹਾ ਨਾ ਮੈਨੂੰ ਨਾ ਡਾਊਟ ਹੁੰਦਾ ਕਈ ਵਾਰੀ ਨਾ ਰਿਕਾਰਡਿੰਗ ਬੰਦ ਹੋ ਜਾਂਦੀ ਹੈ। ਪਲੀਜ਼ ਇੱਕ ਸੈਕਿੰਡ ਬਸ, ਮੈਡਮ ਮੈਨੂੰ ਚੈੱਕ ਕਰ ਲੈਣ ਦਿਓ ਰਿਕਾਰਡਿੰਗ ਚੱਲ ਰਹੀ ਹੈ, ਬਸ ਠੀਕ ਹੈ। ਇਸ ਤੋਂ ਬਾਅਦ ਆਪਾਂ ਤੁਹਾਨੂੰ ਡਿਸਟਰਬ ਨਹੀਂ ਕਰਦੇ, ਇੱਥੋਂ ਹੀ ਸ਼ੁਰੂ ਕਰਦੇ ਹਾਂ। ਅੱਗੇ ਚੱਲਦੇ ਹਾਂ ਜੀ। ਕਹਿੰਦਾ ਡੈਸ਼ ਆਰਕੀਟੈਕਚਰ ਵਾਸ ਦਾ original computer architecture to have a separate address space for the program and data। ਹੁਣ ਤੁਹਾਨੂੰ ਮੈਂ ਇੱਕ ਗੱਲ ਸਮਝਾਉਣਾ ਸਭ ਤੋਂ ਪਹਿਲਾਂ, ਜੇ ਤੁਹਾਨੂੰ ਕੁਐਸਚਨ ਆ ਜਾਏ, ਵੈਸੇ ਆਹ ਕੁਐਸਚਨ ਤਾਂ ਕਦੇ ਆਇਆ ਨਹੀਂ ਜ਼ਿੰਦਗੀ ਦੇ ਵਿੱਚ, ਪਤਾ ਨਹੀਂ ਕਿਉਂ ਪਾਇਆ। ਕੁਐਸਚਨ ਆਉਂਦਾ ਹੁੰਦਾ ਹੈ ਫਾਦਰ ਆਫ ਕੰਪਿਊਟਰ ਆਰਕੀਟੈਕਚਰ, ਫਾਦਰ ਆਫ ਕੰਪਿਊਟਰ ਆਰਕੀਟੈਕਚਰ, ਠੀਕ ਹੈ, ਇਹ ਕੁਐਸਚਨ ਆਉਂਦਾ ਹੁੰਦਾ ਹੈ। ਤਾਂ ਫਾਦਰ ਆਫ ਕੰਪਿਊਟਰ ਆਰਕੀਟੈਕਚਰ ਕਿਹਨੂੰ ਕਿਹਾ ਜਾਂਦਾ ਜੀ, ਜਿਹਨੇ ਤੁਹਾਨੂੰ ਦੱਸ ਕੇ ਹਟਿਆ, ਪਿੱਛੇ ਦੱਸ ਕੇ ਹਟਿਆ, ਜੌਨ ਵੌਨ ਨੀਮੈਨ ਨੂੰ ਕਹਿ ਦਿੰਦੇ ਆ। ਇਹ ਕੁਐਸਚਨ ਸਭ ਤੋਂ ਵੱਧ ਪੁੱਛਿਆ ਜਾਂਦਾ। ਹੁਣ ਇਹਨਾਂ ਨੇ ਪਤਾ ਨਹੀਂ ਕਿਉਂ ਇਹ ਕੁਐਸਚਨ ਪੁੱਛਿਆ, ਇਹਦਾ ਮੈਨੂੰ ਕਾਰਨ ਨਹੀਂ ਪਤਾ, ਪਰ ਸਭ ਤੋਂ ਵੱਧ ਜਿਹੜਾ ਕੁਐਸਚਨ ਪੁੱਛਿਆ ਜਾਂਦਾ ਤੁਹਾਡਾ ਜੌਨ ਵੌਨ ਨੀਮੈਨ ਵਾਲਾ ਪੁੱਛਿਆ ਜਾਂਦਾ ਹੈ, ਕਿ ਫਾਦਰ ਆਫ ਕੰਪਿਊਟਰ ਆਰਕੀਟੈਕਚਰ ਕਿਹਾ ਜਾਂਦਾ ਹੈ। ਆਰਕੀਟੈਕਚਰ ਕੀ ਹੁੰਦਾ, ਜਿਵੇਂ ਮਦਰਬੋਰਡ ਹੈ, ਮਦਰਬੋਰਡ ਦੇ ਉੱਪਰ ਸਾਰਾ ਇਹਦਾ ਸਰਕਟ ਬਣਿਆ ਹੁੰਦਾ ਕੰਪਿਊਟਰ ਦਾ, ਉਹਨੂੰ ਆਰਕੀਟੈਕਚਰ ਕਹਿ ਦਿੰਦੇ ਆ। ਹੁਣ ਇਹਨਾਂ ਨੇ ਪੁੱਛਿਆ ਵੀ ਜਿਹੜਾ ਜੌਨ ਵੌਨ ਨੀਮੈਨ ਨੇ, ਇਹੀ ਚੱਲਦਾ ਅੱਜ ਕੱਲ, ਠੀਕ ਹੈ। ਹੁਣ ਜਿਹੜਾ ਇਹਨਾਂ ਨੂੰ ਇਸ ਤੋਂ ਪਹਿਲਾਂ ਇੱਕ ਬੰਦੇ ਨੇ ਬਣਾਇਆ ਸੀਗਾ, ਉਹ ਹੈਗਾ ਜੀ ਹਾਰਵਰਡ। ਹਾਰਵਰਡ ਨੇ ਬਣਾਇਆ ਸੀਗਾ, ਉਹਦੇ ਵਿੱਚ ਕੀ ਹੁੰਦਾ ਸੀਗਾ, ਪ੍ਰੋਗਰਾਮ ਨੂੰ ਅਲੱਗ ਸਪੇਸ ਮਿਲਦੀ ਸੀ, ਡਾਟਾ ਨੂੰ ਅਲੱਗ ਸਪੇਸ ਮਿਲਦੀ ਸੀ। ਪਰ ਜਿਹੜਾ ਜੌਨ ਵੌਨ ਨੀਮੈਨ ਨੇ ਬਣਾਇਆ ਸੀਗਾ, ਉਹ ਵਿੱਚ ਇਕੱਠਾ ਹੀ ਹੁੰਦਾ ਸੀਗਾ, ਸੇਮ ਸਪੇਸ ਹੁੰਦੀ ਸੀਗੀ। ਬਸ ਇੱਥੇ ਇਹਨਾਂ ਨੇ ਪੁੱਠਾ ਜਿਹਾ ਪੁੱਛ ਲਿਆ ਤੇ ਇੱਥੇ ਹਾਰਵਰਡ ਆਊਗਾ, ਠੀਕ ਹੈ ਜੀ। ਤੁਹਾਨੂੰ ਮੈਂ ਦਿਖਾ ਵੀ ਦਿੰਦਾ, ਆਹ ਦੇਖੋ ਵੌਨ ਨੀਮੈਨ ਵਾਲਾ ਆਹ ਹੈ, ਜਿਹਦੇ ਵਿੱਚ ਕੀ ਹੈ, ਮੈਮਰੀ ਸਪੇਸ ਕਾਮਨ ਹੈ ਡਾਟਾ ਵਾਸਤੇ ਤੇ ਪ੍ਰੋਗਰਾਮ ਵਾਸਤੇ, ਜਾਂ ਆਪਾਂ ਕੋਡ ਵਾਸਤੇ ਕਹਿ ਸਕਦੇ ਹਾਂ। ਜਿਹਦੇ ਵਿੱਚ ਅਲੱਗ-ਅਲੱਗ ਮੈਮਰੀ ਸਪੇਸ ਹੋਊਗੀ, ਉਹ ਕਿਹੜਾ ਬਣਾ, ਉਹਨੂੰ ਕਹਿ ਦਿੰਦੇ ਆ ਜੀ ਹਾਰਵਰਡ ਮਸ਼ੀਨ ਕਹਿ ਦਿੰਦੇ ਆ, ਠੀਕ ਹੈ, ਯਾਦ ਰੱਖ ਲਿਓ। ਅੱਗੇ ਚੱਲਦੇ ਹਾਂ ਜੀ ਆਪਾਂ, ਦੇਖੋ ਫਿਰ ਕੁਐਸਚਨ ਬੜਾ ਘੁਮਾ ਕੇ ਆਇਆ ਹੋਇਆ ਹੈ, ਬੇਕਾਰ ਜਿਹਾ ਕੁਐਸਚਨ ਹੈ। ਕਹਿੰਦਾ ਡੈਸ਼ ਐਲਗੋਰਿਥਮ ਇਜ਼ ਯੂਜ਼ਡ ਟੂ ਮਲਟੀਪਲਾਈ ਟੂ ਸਾਈਨਡ ਬਾਈਨਰੀ ਨੰਬਰ। ਅੱਛਾ ਜੀ, 1's ਕੰਪਲੀਮੈਂਟ 2's ਕੰਪਲੀਮੈਂਟ ਮੈਂ ਕਰਵਾਇਆ ਹੋਇਆ, ਇਹਦੀ ਵੀਡੀਓ ਵੀ ਪਈ ਹੈ, ਇਹ ਵੀ ਬਹੁਤ ਵਾਰ ਪੁੱਛ ਲੈਂਦੇ ਆ। ਸਾਈਨਡ ਬਾਈਨਰੀ ਦਾ ਮਤਲਬ ਕੀ ਹੁੰਦਾ ਰਾਜੇ, ਜੇ ਮੰਨ ਲਓ ਹੁਣ ਮੈਂ 5 ਦਾ ਬਾਈਨਰੀ ਕੱਢਣਾ ਹੈ, ਤਾਂ 5 ਦਾ ਬਾਈਨਰੀ ਆਪਾਂ ਈਜ਼ੀਲੀ ਕੱਢ ਲੈਂਦੇ ਹਾਂ। ਹੁਣ ਮੈਂ ਸਿਖਾਇਆ ਹੋਇਆ 5 ਦਾ ਬਾਈਨਰੀ ਕਿਵੇਂ ਕੱਢਣਾ। ਮੰਨ ਲਓ 2 ਦੂਣੀ 4, 1 ਆ ਗਿਆ, ਠੀਕ ਹੈ, ਇੱਕ ਮਤਲਬ ਕਿ ਹਾਸਲਾ ਆ ਗਿਆ, 2 ਏਕਮ 2 0। ਤਾਂ 101 ਕੀ ਹੁੰਦਾ ਜੀ, 5 ਦਾ ਬਾਈਨਰੀ। ਬਟ ਜੇ ਮੈਂ -5 ਦਾ ਕੱਢਣਾ ਹੋਊਗਾ, ਉੱਥੇ ਪੰਗਾ ਪੈ ਜਾਊਗਾ, ਇਹਨੂੰ ਕਹਿ ਦਿੰਦੇ ਜੀ ਸਾਈਨਡ। ਤਾਂ ਇਹਦੇ ਵਾਸਤੇ ਫਿਰ ਮੈਂ ਡਾਇਰੈਕਟ ਨਹੀਂ ਕੱਢ ਸਕਦਾ, ਮੈਨੂੰ ਕੀ ਕਰਨਾ ਪਊਗਾ, ਇਹਦਾ ਪਹਿਲਾਂ 1's ਕੰਪਲੀਮੈਂਟ ਕੱਢਣਾ ਪਊਗਾ, ਫਿਰ 2's ਕੰਪਲੀਮੈਂਟ ਕੱਢਣਾ ਪਊਗਾ, ਜਿਹੜਾ ਆਂਸਰ ਆਊਗਾ ਉਹ -5 ਬਣੂਗਾ। ਤਾਂ ਇਹ ਥੋੜੀਆਂ ਲੰਮੀਆਂ ਚੌੜੀਆਂ ਗੱਲਾਂ ਹੈਗੀਆਂ, ਇੱਥੇ ਆਪਾਂ ਨਹੀਂ ਕਰ ਸਕਦੇ, ਇਹ ਮੈਂ ਕਰਵਾਇਆ ਹੋਇਆ ਸਾਰਾ ਕੁਝ। ਇੱਥੇ ਪੁੱਛ ਰਿਹਾ ਵੀ ਜੇ ਆਪਾਂ ਸਾਈਨਡ ਬਾਈਨਰੀ ਪਲੱਸ ਜਾਂ ਮਾਈਨਸ ਵਾਲੇ ਨੂੰ ਆਪਾਂ ਉਹਦਾ ਕੰਪਲੀਮੈਂਟ ਕੱਢਣਾ ਹੋਵੇ ਤਾਂ ਕਿਹੜਾ ਐਲਗੋਰਿਥਮ ਯੂਜ਼ ਕਰਦੇ ਆ, ਤਾਂ ਉਹਦੇ ਵਾਸਤੇ ਹੁੰਦਾ ਰਾਜੇ ਬੂਥ ਐਲਗੋਰਿਥਮ, ਠੀਕ ਹੈ। ਬੂਥ ਐਲਗੋਰਿਥਮ ਹੁੰਦਾ ਜਿਹੜਾ ਕਿ ਮਾਈਨਸ ਸਾਈਨ ਵਾਲਾ ਬਾਈਨਰੀ ਹੈ ਨਾ, ਨੰਬਰ ਹੈ, ਉਹਦਾ ਕੰਪਲੀਮੈਂਟ ਕੱਢਦਾ ਹੈ, ਠੀਕ ਹੈ, ਯਾਦ ਰੱਖ ਲਿਓ, ਬਸ ਇੱਕ ਸਟੈਟਿਕ ਇਫੈਕਟ ਹੈ। ਅੱਗੇ ਆ ਗਿਆ ਜੀ, ਬਹੁਤ ਵਧੀਆ ਕੁਐਸਚਨ ਹੈ,
ਜੇ ਤੁਸੀਂ ਸਾਰਿਆਂ ਨੇ ਕਦੇ ਵਿੰਡੋ ਇੰਸਟਾਲ ਕੀਤੀ ਹੋਵੇ, ਤੁਸੀਂ ਦੇਖਦੇ ਹੋਵੋਗੇ ਵਿੰਡੋ ਦੇ ਵਿੱਚ ਸਪੇਸ ਹੁੰਦੀ ਹੈ, C ਡਰਾਈਵ ਅਲੱਗ ਹੁੰਦੀ ਹੈ, D ਡਰਾਈਵ ਹੁੰਦੀ ਹੈ, ਕਈਆਂ ਦੇ ਵਿੱਚ D ਤੋਂ ਬਾਅਦ E ਵੀ ਰੱਖਦੇ ਆ, ਆਪਾਂ F ਵੀ ਰੱਖਦੇ ਆ। ਉਹ ਆਪਣੀ ਚੋਇਸ ਹੁੰਦੀ ਹੈ, ਆਪਾਂ ਹਾਰਡ ਡਿਸਕ ਨੂੰ ਕਿੰਨੇ ਪਾਰਟ ਦੇ ਵਿੱਚ ਮਤਲਬ ਕਿ ਡਿਵਾਈਡ ਕਰਦੇ ਆ। ਠੀਕ ਹੈ, ਕਈਆਂ ਦੇ ਵਿੱਚ 2 ਵੀ ਹੁੰਦੀ, ਅੱਜ ਕੱਲ 2 ਹੀ ਆਉਂਦੀਆਂ। ਤਾਂ ਇਹ ਡਿਪੈਂਡ ਕਰਦਾ, ਇਹਨੂੰ ਕਹਿ ਦਿੰਦੇ ਆ ਜੀ ਫਾਈਲ ਸਿਸਟਮ। ਕੀ ਕਹਿ ਦਿੰਦੇ ਆ ਇਹਨਾਂ ਨੂੰ? ਫਾਈਲ ਸਿਸਟਮ ਕਹਿ ਦਿੰਦੇ ਆ। ਹੁਣ ਕੁਐਸਚਨ ਕੀ ਪੁੱਛ ਰਿਹਾ, ਕਹਿੰਦਾ ਡੈਸ਼ ਇਜ਼ ਇੰਟੈਂਡਡ ਟੂ ਦਾ ਨੈਕਸਟ ਜਨਰੇਸ਼ਨ ਫਾਈਲ ਸਿਸਟਮ, ਜਿਹਨੇ ਰਿਪਲੇਸ ਕੀਤਾ NTFS ਨੂੰ। ਸਭ ਤੋਂ ਪਹਿਲਾਂ ਜਿਹੜਾ ਚੱਲਦਾ ਸੀ ਰਾਜੇ, ਉਹ ਚੱਲਦਾ ਸੀ ਫੈਟ। ਸਭ ਤੋਂ ਪਹਿਲਾਂ ਚੱਲਦਾ ਸੀ, ਤੁਹਾਨੂੰ ਮੈਂ ਚਲੋ ਇੱਥੇ ਲਿਖ ਹੀ ਦਿੰਦਾ, ਇੱਕ ਵਾਰੀ ਨੂੰ ਮੈਂ ਥੋੜਾ ਰੇਜ਼ ਕਰਦਾ, ਕਿਉਂਕਿ ਇੱਥੇ ਨਾ ਇਹਦੀ ਫੁੱਲ ਫਾਰਮ ਬਹੁਤ ਪੁੱਛਦੇ ਆ। ਸਭ ਤੋਂ ਪਹਿਲਾਂ ਜਿਹੜਾ ਚੱਲਦਾ ਸੀ ਰਾਜੇ, ਉਹ ਚੱਲਦਾ ਸੀ ਫੈਟ। ਫੈਟ ਨੂੰ ਕਹਿ ਦਿੰਦੇ ਆ ਰਾਜੇ ਫਾਈਲ ਐਲੋਕੇਸ਼ਨ ਟੇਬਲ। ਕੀ ਕਹਿ ਦਿੰਦੇ ਆ ਜੀ? ਫਾਈਲ ਐਲੋਕੇਸ਼ਨ ਟੇਬਲ ਕਹਿ ਦਿੰਦੇ ਆ। ਇਸ ਤੋਂ ਬਾਅਦ ਜਦੋਂ ਆਇਆ ਸੀਗਾ ਫਿਰ NTFS ਆ ਗਿਆ ਸੀਗਾ। ਹੁਣ NTFS ਨੂੰ ਰਿਮੂਵ ਕੀਤਾ ਇਹਨੇ, REFS ਨੇ। ਪਹਿਲਾਂ NTFS ਦਾ ਮਤਲਬ ਦੱਸਦੇ ਆ ਜੀ। NTFS ਸੀਗਾ ਜੀ ਨਿਊ ਟੈਕਨੋਲੋਜੀ, ਠੀਕ ਹੈ ਜੀ, ਇਹ ਸੀਗਾ ਨਿਊ ਟੈਕਨੋਲੋਜੀ ਫਾਈਲ ਸਿਸਟਮ। ਇਹਦੀ ਬਸ ਫੁੱਲ ਫਾਰਮ ਯਾਦ ਰੱਖ ਲਿਓ NTFS ਦੀ। ਇਸ ਤੋਂ ਬਾਅਦ ਆ ਗਿਆ ਜੀ ਤੁਹਾਡਾ REFS। ਇਹਨੇ ਕੀ ਕੀਤਾ? ਇਹਨੂੰ ਰਿਮੂਵ ਕਰਤਾ। ਐ ਕਹਿ ਸਕਦੇ ਆ ਨਵਾਂ ਹੈ, ਇਹ 2012 ਚ ਲਾਂਚ ਕੀਤਾ ਗਿਆ ਸੀਗਾ, ਇਹ ਨਵਾਂ ਹੈ REFS। REFS ਦਾ ਮਤਲਬ ਹੈਗਾ ਜੀ ਰੀਸਾਈਲੈਂਟ, ਇਹਨੂੰ ਕਹਿ ਦਿੰਦੇ ਆ ਜੀ ਰੀਸਾਈਲੈਂਟ ਕਹਿ ਦਿੰਦੇ ਆ, ਰੀਸਾਈਲੈਂਟ ਫਾਈਲ ਸਿਸਟਮ। ਠੀਕ ਹੈ, ਬਸ ਇਹਦਾ ਫੁੱਲ ਫਾਰਮ ਵੀ ਯਾਦ ਰੱਖ ਲਿਓ, ਬਸ ਇਹ ਵੀ ਯਾਦ ਰੱਖ ਲਿਓ ਵੀ ਇਹ ਲੇਟੈਸਟ ਹੈ REFS। ਠੀਕ ਹੈ, ਫੈਟ ਪੁੱਛ ਲੈਂਦੇ ਆ, ਫਾਈਲ ਐਲੋਕੇਸ਼ਨ ਟੇਬਲ, NTFS ਨਿਊ ਟੈਕਨੋਲੋਜੀ ਫਾਈਲ ਸਿਸਟਮ। ਅੱਗੇ ਗੱਲ ਕਰਦੇ ਆ ਜੀ, ਬਹੁਤ ਸੌਖਾ ਕੁਐਸਚਨ ਹੈ, ਕਹਿੰਦਾ ਡੈਸ਼ ਇਨਵੋਲਵ ਸਟੀਰਿੰਗ ਮੈਮਰੀ ਸਾਈਕਲ ਫਰੋਮ ਦਾ CPU। ਹੁਣ ਤੁਹਾਨੂੰ ਮੈਂ ਦੱਸਦਾ, DMA ਮੈਂ ਕਰਵਾਇਆ ਹੋਇਆ, ਤੁਹਾਨੂੰ ਮੈਂ ਇੱਕ ਨਾ ਬੱਸ ਕਰਵਾਈ ਹੋਈ ਹੈ। ਬੱਸ ਕੀ ਹੁੰਦੀ ਹੈ? ਬੱਸ ਟਰਾਂਸਪੋਰਟ ਦਾ ਕੰਮ ਕਰਦੀ ਹੈ। ਉਵੇਂ ਕੰਪਿਊਟਰ ਦੇ ਵਿੱਚ ਬੱਸ ਕੀ ਕੰਮ ਕਰਦੀ? ਮੰਨ ਲਓ ਆ ਕੀਬੋਰਡ ਹੈ, ਕੀਬੋਰਡ ਤੋਂ ਮੈਂ ਕੁਝ ਵੀ ਟਾਈਪ ਕੀਤਾ, ਡਾਟਾ ਟਾਈਪ ਕੀਤਾ, ਤਾਂ ਕਿੱਥੇ ਜਾਊਗਾ? ਉਹ ਰੈਮ 'ਚ ਜਾ ਲਿਆ ਗਿਆ। ਰੈਮ ਤੋਂ ਹਾਰਡ ਡਿਸਕ ਤੱਕ ਲੈ ਕੇ ਜਾਣਾ, ਜਾਂ ਫਿਰ ਆਪਾਂ ਉੱਥੇ ਤੱਕ ਲੈ ਕੇ ਜਾਣਾ, ਆਪਣੇ ਮਾਈਕਰੋ ਪ੍ਰੋਸੈਸਰ ਤੱਕ ਲੈ ਕੇ ਜਾਣਾ। ਤਾਂ ਸਾਰਾ ਕੰਮ ਕੌਣ ਕਰੂਗੀ? ਬੱਸ ਕਰੂਗੀ। ਤਾਂ ਬੱਸ ਟਰਾਂਸਪੋਰਟ ਦਾ ਕੰਮ ਕਰਦੀ ਹੈ। ਉਵੇਂ ਇੱਕ ਬੱਸ ਦੀ ਟੈਕਨੋਲੋਜੀ ਹੁੰਦੀ ਜਿਹਨੂੰ ਕਹਿ ਦਿੰਦੇ ਆ ਡਾਇਰੈਕਟ ਮੈਮਰੀ ਐਕਸੈਸ ਕਹਿ ਦਿੰਦੇ ਆ। ਠੀਕ ਹੈ, DMA ਦਾ ਪਹਿਲਾਂ ਤਾਂ ਫੁੱਲ ਫਾਰਮ ਹੀ ਯਾਦ ਰੱਖਣੀ ਹੈ, ਡਾਇਰੈਕਟ ਮੈਮਰੀ ਐਕਸੈਸ। ਇਹ ਕੀ ਕਰਦੀ ਆ? ਵੈਸੇ ਜਿਹੜਾ ਪੂਰਾ ਸਾਈਕਲ ਹੁੰਦਾ, ਸਾਈਕਲ ਕੀ ਹੁੰਦਾ ਵੀ ਕੀਬੋਰਡ ਤੋਂ ਪਹਿਲਾਂ ਡਾਟਾ ਕਿੱਥੇ ਜਾਂਦਾ? ਹਾਰਡ ਡਿਸਕ ਤੇ ਜਾਂਦਾ, ਜਾਂ ਜੇ ਰੈਮ ਖਾਲੀ ਹੋਊਗਾ ਤਾਂ ਰੈਮ ਤੇ ਚਲਾ ਜਾਊਗਾ, ਜੇ ਰੈਮ ਬਿਜ਼ੀ ਹੈ ਤਾਂ ਹਾਰਡ ਡਿਸਕ ਤੇ ਚਲਾ ਜਾਊਗਾ, ਫਿਰ ਰੈਮ ਤੇ ਜਾਂਦਾ, ਫਿਰ ਪ੍ਰੋਸੈਸਿੰਗ ਹੁੰਦੀ ਹੈ। ਮਤਲਬ ਪ੍ਰੋਪਰ ਇੱਕ ਸਾਈਕਲ ਚੱਲਦਾ। ਬਟ ਜੇ ਮੈਂ DMA ਦੀ ਗੱਲ ਕਰਾਂ, ਇਹ ਕੀ ਕਰਦਾ ਹੈ ਨਾ, ਇਹ ਥੋੜਾ ਜਿਹਾ ਸਟੀਲ ਕਰ ਲੈਂਦਾ। ਸਟੀਲ ਮਤਲਬ ਕਿ ਫਾਸਟ ਕਰਨ ਵਾਸਤੇ ਪ੍ਰੋਸੈਸ ਨੂੰ ਇਹ ਥੋੜਾ ਜਿਹਾ ਸਾਈਕਲ ਕੱਟ ਦਿੰਦਾ। ਕਹਿਣ ਦਾ ਭਾਵ ਡਾਇਰੈਕਟ ਮੈਮਰੀ ਐਕਸੈਸ ਨੂੰ ਤਾਂ ਹੀ ਕਹਿੰਦੇ ਕਿ ਡਾਇਰੈਕਟ ਮੈਮਰੀ ਨੂੰ ਐਕਸੈਸ ਕਰ ਸਕਦਾ ਇਹ, ਤਾਂ ਇਹਨੂੰ ਕੀ ਕਹਿ ਦਿੰਦੇ ਆ? DMA ਕਹਿ ਦਿੰਦੇ ਆ। ਤਾਂ ਇਹ ਪੂਰਾ ਸਰਕਲ ਨਹੀਂ ਚਲਾਉਂਦਾ ਹੈਗਾ, ਪੂਰਾ ਸਾਈਕਲ ਨਹੀਂ ਚਲਾਉਂਦਾ, ਥੋੜਾ ਬਹੁਤਾ ਕੱਟ ਦਿੰਦਾ। ਠੀਕ ਹੈ, ਇਹਦੇ ਬਾਰੇ ਡਿਟੇਲ 'ਚ ਆਪਾਂ ਫਿਰ ਗੱਲ ਕਰ ਲਾਂਗੇ। ਬਸ ਇਹਦੀ ਫੁੱਲ ਫਾਰਮ ਯਾਦ ਰੱਖਣੀ ਹੈ। ਤੇ ਸਟੀਲਿੰਗ ਮੈਮਰੀ ਸਾਈਕਲ ਜਿਹੜਾ ਕਰਦਾ, ਕੌਣ ਕਰਦਾ? DMA ਹੀ ਕਰਦਾ। ਠੀਕ ਹੈ ਜੀ, ਅੱਗੇ ਗੱਲ ਕਰਦੇ ਹਾਂ ਆਪਾਂ। ਅੱਗੇ ਜੀ ਆਈ ਬਹੁਤ ਡਿਫਿਕਲਟ ਕੁਐਸਚਨ ਪੁੱਛਿਆ ਗਿਆ ਹੈ, ਯੂਨਿਕਸ ਲਾਈਕ ਆਪਰੇਟਿੰਗ ਸਿਸਟਮ। ਯੂਨਿਕਸ ਹੋ ਗਿਆ, ਲਾਈਨਕਸ ਹੋ ਗਿਆ, ਇਹਦੇ ਵਿੱਚ ਨਾ ਸਿਸਟਮ ਕਾਲ ਹੁੰਦੀ ਆ। ਤੁਹਾਨੂੰ ਮੈਂ ਦੱਸਿਆ ਵੀ ਯੂਜ਼ਰ ਸਪੇਸ ਜਾਂ ਫਿਰ ਆਪਾਂ ਕਰਨਲ ਸਪੇਸ ਦੇ ਵਿੱਚ ਜੋ ਵੀ ਕੰਮ ਕਰਦੇ ਆ, ਸਿਸਟਮ ਕਾਲ ਦੇ ਥਰੂ ਕਰਦੇ ਆ। ਉਹਦੇ ਵਿੱਚ ਇੱਕ ਕਾਲ ਹੁੰਦੀ ਆ ਫੋਰਕ, FORK। ਇਹ ਕਾਹਦੇ ਵਾਸਤੇ ਹੁੰਦੀ ਹੈ ਰਾਜੇ? ਇਹ ਨਾ ਕਾਪੀ ਜਨਰੇਟ ਕਰਦੇ ਆ। ਕਾਪੀ ਜਨਰੇਟ ਮਤਲਬ ਤੁਹਾਨੂੰ ਮੈਂ ਦੱਸ ਦਿੰਦਾ, ਪ੍ਰੋਸੈਸ ਤੇ ਪ੍ਰੋਗਰਾਮ। ਇੱਕ ਹੁੰਦਾ ਪ੍ਰੋਗਰਾਮ, ਇੱਕ ਹੁੰਦਾ ਜੀ ਪ੍ਰੋਸੈਸ। ਪ੍ਰੋਗਰਾਮ ਉਹ ਹੁੰਦਾ ਜਿਹੜਾ ਕਿ ਆਫਲਾਈਨ ਪਿਆ ਹੋਵੇ, ਆਪਣੇ ਕੋਲ ਸੇਵ ਹੋਵੇ ਮੈਮਰੀ ਦੇ ਵਿੱਚ। ਜਦੋਂ ਪ੍ਰੋਗਰਾਮ ਨੂੰ ਮੈਂ ਚਲਾਤਾ, ਮੰਨ ਲਓ ਐਂ ਕਹਿ ਲਓ ਵੀ ਇੱਕ ਗਾਣਾ ਹੈ, MP3 ਗਾਣਾ ਪਿਆ ਹੈ ਮੇਰੇ ਕੋਲੇ, ਹਜੇ ਮੈਂ ਪਲੇ ਨਹੀਂ ਕੀਤਾ, ਉਹ ਕੀ ਇੱਕ ਪ੍ਰੋਗਰਾਮ ਹੈ। ਜਦੋਂ ਮੈਂ ਇਹਨੂੰ ਪਲੇ ਕਰਤਾ ਤਾਂ ਇਹ ਕੀ ਬਣ ਜਾਊਗਾ? ਪ੍ਰੋਸੈਸ ਬਣ ਜਾਊਗਾ। ਤਾਂ ਪ੍ਰੋਸੈਸ ਦੀ ਕਾਪੀ ਜਨਰੇਟ ਕਰਨੀ ਹੋਵੇ ਤਾਂ ਉਹਦੇ ਵਾਸਤੇ ਇੱਕ ਸਿਸਟਮ ਕਾਲ ਹੁੰਦੀ ਜਿਹਨੂੰ ਕਹਿ ਦਿੰਦੇ FORK। ਠੀਕ ਹੈ ਜੀ, ਇਹ ਥੋੜੀਆਂ ਹਾਈ ਲੈਵਲ ਦੀਆਂ ਗੱਲਾਂ ਨੇ, ਸਿੱਧੂ ਮੂਸੇਵਾਲੇ ਦੇ ਕਹਿਣ ਤਰ੍ਹਾਂ ਉੱਚੀਆਂ ਨੇ ਗੱਲਾਂ ਤੇਰੇ ਯਾਰ ਦੀਆਂ, ਸਿਰ ਤੋਂ ਲੰਘ ਜਾਂਦੀਆਂ ਇਹ ਥੋੜੀਆਂ ਹੀ ਨਾ, ਇਹ ਹਾਈ ਲੈਵਲ ਦਾ। ਇੰਨਾ ਜ਼ਿਆਦਾ ਡਿਟੇਲ 'ਚ ਪੜ੍ਹਨ ਦੀ ਜ਼ਰੂਰਤ ਨਹੀਂ ਹੈਗੀ, ਕਿਉਂਕਿ 2021 ਦੇ ਵਿੱਚ ਉਹਨਾਂ ਨੂੰ ਅਕਲ ਆ ਗਈ ਹੈ ਥੋੜੀ ਜਿਹੀ, TCS ਨੂੰ, ਉਹ ਥੋੜਾ ਜਿਹਾ ਠੀਕ ਪੇਪਰ ਪਾਉਣ ਲੱਗ ਗਏ ਆ। ਠੀਕ ਹੈ, ਇਸ ਤੇ ਤਾਂ ਨਜਾਇਜ਼ ਹੀ ਕੀਤਾ ਹੋਇਆ ਕੰਮ। ਤਾਂ ਫੋਰਕ ਯਾਦ ਰੱਖ ਲਿਓ ਇੱਕ ਵਾਰੀ। ਤੇ ਤੁਹਾਨੂੰ ਮੈਂ ਦੱਸ ਦਿੰਦਾ, ਦੇਖੋ ਜਿਵੇਂ ਮੰਨ ਲਓ ਜਦੋਂ ਆਪਾਂ ਕਾਪੀ ਜਨਰੇਟ ਕਰਦੇ ਹਾਂ, ਮੰਨ ਲਓ ਆ ਇੱਕ ਪ੍ਰੋਸੈਸ ਸੀਗਾ P1, ਮੈਂ ਉੱਥੇ ਕੀ ਕੀਤੀ? ਇੱਕ ਕਮਾਂਡ ਲਗਾਤੀ ਫੋਰਕ, ਉਹਨੇ ਕੀ P1 ਦੀ ਕਾਪੀ ਜਨਰੇਟ ਕਰਤੀ। ਇਹਨੂੰ ਆਪਾਂ ਪੇਰੈਂਟ ਕਹਿ ਦਿੰਦੇ ਆ, ਇਹਨੂੰ ਆਪਾਂ ਚਾਈਲਡ ਕਹਿ ਦਿੰਦੇ ਆ। ਤਾਂ ਐਵੇਂ ਇੱਕ ਕੋਈ ਸਿਸਟਮ, ਮਤਲਬ ਕਿ ਕੋਈ ਪ੍ਰੋਸੈਸ ਸੀਗਾ, ਜਦੋਂ ਮੈਂ ਫੋਰਕ ਕੀਤਾ ਤਾਂ ਉਹ ਚਾਈਲਡ ਬਣ ਗਿਆ, ਐਗਜ਼ੀਕਿਊਟ ਮੋਡ ਦੇ ਵਿੱਚ ਆ ਗਿਆ ਤੇ ਖਤਮ ਹੋ ਗਿਆ, ਉਸ ਤੋਂ ਬਾਅਦ ਐਗਜ਼ਿਟ ਹੋ ਗਿਆ। ਤਾਂ ਇੱਧਰ ਕੀ ਹੁੰਦਾ ਜੀ? ਪੇਰੈਂਟ ਦਾ ਪੇਰੈਂਟ ਰਹਿੰਦਾ, ਵੇਟ ਕਰਦਾ ਰਹਿੰਦਾ। ਤਾਂ ਇਹ ਥੋੜਾ ਜਿਹਾ ਹਾਈ ਲੈਵਲ ਦੀ ਚੀਜ਼ ਹੈ, ਬਾਅਦ ਸਮਝਾ ਦਾਂਗੇ, ਕੋਈ ਚੱਕਰ ਨਹੀਂ ਹੈਗਾ। ਬਸ ਤੁਸੀਂ ਫੋਰਕ ਯਾਦ ਰੱਖ ਲਿਓ ਕੀ ਹੁੰਦਾ, ਕਾਪੀ ਜਨਰੇਟ ਕਰਦਾ। ਅੱਗੇ ਗੱਲ ਕਰਦੇ ਹਾਂ ਜੀ, ਆਪਣਾ ਐਕਸਲ ਆ ਗਿਆ। ਐਕਸਲ, MS ਐਕਸਲ, ਪਾਵਰ ਪੁਆਇੰਟ ਤੇ ਆਪਣਾ ਇੱਕ ਹੈਗਾ ਜੀ ਵਰਡ 2019। ਇਹਦੀਆਂ ਵੀ ਮੈਂ ਤੁਹਾਨੂੰ 3 ਵੀਡੀਓ ਕਰਾਈਆਂ ਹੋਈਆਂ, ਸ਼ਾਰਟਕਟ ਕੀਜ਼। ਪਲੀਜ਼ ਜਰੂਰ ਦੇਖ ਕੇ ਜਾਇਓ, ਹਰ ਇੱਕ ਪੇਪਰ ਦੇ ਵਿੱਚ ਤੁਹਾਨੂੰ ਪੁੱਛੀਆਂ ਜਾ ਰਹੀਆਂ ਨੇ, ਵਾਰ-ਵਾਰ ਪੁੱਛੀਆਂ ਜਾ ਰਹੀਆਂ ਨੇ।
ਤਾਂ ਕਿਰਪਾ ਕਰਕੇ ਜਰੂਰ ਦੇਖ ਕੇ ਜਾਇਓ, ਤੁਹਾਨੂੰ ਕੰਮ ਆਉਣਗੀਆਂ। ਹੁਣ ਕਹਿੰਦਾ ਵੀ ਐਕਸਲ ਦੇ ਵਿੱਚ ਕਹਿੰਦਾ ਵੀ ਕੈਨ ਮੂਵ ਟੂ ਦਾ ਬਿਗਨਿੰਗ ਆਫ ਦਾ ਵਰਕਸ਼ੀਟ। ਬਿਗਨਿੰਗ ਕੀ ਹੁੰਦੀ ਵਰਕਸ਼ੀਟ ਦੀ? ਤੁਹਾਨੂੰ ਮੈਂ ਦੱਸਿਆ ਵੀ ਵਰਕਸ਼ੀਟ ਦੇ ਵਿੱਚ ਕੀ ਹੁੰਦਾ ਰਾਜੇ, ਕਲੈਕਸ਼ਨ ਆਫ ਰੋਜ਼ ਐਂਡ ਕਾਲਮਸ। ਜਿੱਥੇ ਰੋਜ਼ ਐਂਡ ਕਾਲਮ ਇੰਟਰਸੈਕਟ ਕਰਦੇ ਉੱਥੇ ਇੱਕ ਬਾਕਸ ਬਣਦਾ ਡੈਟ ਇਜ਼ ਕਾਲਡ ਸੈੱਲ। ਇਹ ਹਰੇਕ ਸੈੱਲ ਦਾ ਇੱਕ ਐਡਰੈਸ ਹੁੰਦਾ। ਜੇ ਮੰਨ ਲਓ ਮੈਂ ਮੰਨ ਕੇ ਚੱਲਾਂ ਵੀ ਇਹ ਰੋ 1 ਹੈ, 2 ਹੈ, ਇਹ A ਹੈ, B ਕਾਲਮ ਹੈ, ਤਾਂ ਇਹਦਾ ਐਡਰੈਸ ਕੀ ਹੋਊਗਾ ਰਾਜੇ, A1 ਹੋਊਗਾ। ਤਾਂ ਇਹ ਕੀ ਹੈ, A1 ਕੀ ਹੈ, ਬਿਗਨਿੰਗ ਆਫ ਦਾ ਵਰਕਸ਼ੀਟ। ਕੋਈ ਵੀ ਤੁਸੀਂ ਐਕਸਲ ਖੋਲੋ, ਚਾਹੇ 13 ਚਾਹੇ 19 ਚਾਹੇ 7 ਜਾਂ 3 ਵਰਜ਼ਨ ਜੋ ਮਰਜ਼ੀ ਖੋਲ ਲਓ, ਉਹਦਾ ਪਹਿਲਾ ਸੈੱਲ ਕੀ ਹੋਊਗਾ, A1 ਹੀ ਹੋਊਗਾ। ਤਾਂ ਕਹਿੰਦਾ ਵੀ ਆਪਾਂ ਵਰਕਸ਼ੀਟ ਦੇ ਬਿਗਨਿੰਗ ਦੇ ਵਿੱਚ ਜਾਣਾ ਤਾਂ ਕਿਹੜੀ ਸ਼ਾਰਟਕਟ ਕੀ ਨੱਪਾਂਗੇ, ਕੰਟਰੋਲ ਨੱਪ ਕੇ ਹੋਮ ਨੱਪ ਦਿਓ ਬੇਟਾ। ਕੰਟਰੋਲ ਪਲੱਸ ਹੋਮ ਅਲੱਗ-ਅਲੱਗ ਕੀਜ਼ ਨੇ। ਕੰਟਰੋਲ ਨੱਪ ਕੇ ਹੋਮ ਨੱਪ ਦਿਓ, ਤੁਸੀਂ ਕਿੱਥੇ ਚਲੇ ਜਾਓਗੇ, ਬਿਗਨਿੰਗ ਦੇ ਵਿੱਚ ਚਲੇ ਜਾਓਗੇ। ਜੇ ਕੰਟਰੋਲ ਨੱਪ ਕੇ ਐਂਡ ਨੱਪ ਦੋਗੇ, ਠੀਕ, ਤੁਸੀਂ ਕਿੱਥੇ ਚਲੇ ਜਾਓਗੇ, ਐਂਡ ਆਫ ਦਾ ਵਰਕਸ਼ੀਟ ਚਲੇ ਜਾਓਗੇ। ਇਹ ਸਭ ਕੁਝ ਕਰਵਾਇਆ ਹੋਇਆ ਮੈਂ ਤੁਹਾਨੂੰ ਡਿਟੇਲ ਦੇ ਵਿੱਚ। ਅੱਗੇ ਚੱਲਦੇ ਹਾਂ ਜੀ। ਹੁਣ ਆ ਗਈ ਜੀ ਗੱਲ, ਮੈਂ 2 ਵੀਡੀਓ ਪਾਈਆਂ ਸਪੈਸ਼ਲੀ। ਇੱਕ ਤਾਂ ਪਾਈ ਹੈ ਮੈਂ ਸਾਈਬਰ ਲਾਅ ਦੇ ਉੱਪਰ, ਉਹ ਹੈਗੀ ਜੀ ਥਿਓਰੈਟੀਕਲ ਵੀਡੀਓ। ਇੱਕ ਮੈਂ ਪਾਈ ਸੀ ਜਦੋਂ PSTCL ਦਾ ਐਗਜ਼ਾਮ ਹੋਇਆ ਸੀ ਨਾ 4 ਤਰੀਕ ਨੂੰ, ਠੀਕ ਹੈ, ਉਹ ਮੈਂ ਸਪੈਸ਼ਲ ਵੀਡੀਓ ਪਾਈ ਹੈ ਸਾਈਬਰ ਲਾਅ ਦੀ, ਠੀਕ ਹੈ। ਦੋਨੇ ਵੀਡੀਓ ਸ਼ੇਅਰ ਕਰ ਦੂੰਗਾ। ਜੇ ਤੁਸੀਂ ਪੇਪਰ ਦੇ ਵਿੱਚ 2 ਨੰਬਰ ਪੱਕੇ ਕਰਨੇ ਕੰਪਿਊਟਰ ਦੇ ਤਾਂ ਜਰੂਰ ਦੇਖ ਕੇ ਜਾਇਓ, ਤੁਹਾਨੂੰ ਪੱਕਾ IT ਐਕਟ ਤੋਂ ਕੁਐਸਚਨ ਆਊਗਾ। ਹੁਣ ਕੀ ਹੈ ਜੀ, ਬੜਾ ਇੰਟਰਸਟਿੰਗ ਫੈਕਟ ਹੈ, ਮੈਂ ਤੁਹਾਨੂੰ ਕਰਾਇਆ ਵੀ ਹੋਇਆ ਪਹਿਲਾਂ ਬਹੁਤ ਵਾਰੀ 66A ਦੇ ਬਾਰੇ, ਕਿਉਂਕਿ 66A ਬੜਾ ਨਿਊਜ਼ 'ਚ ਰਿਹਾ, ਇਹਨੇ ਬੜੇ ਪੰਗੇ ਪਾਏ ਆ। ਹੁਣ ਕੀ ਹੋ ਗਿਆ, ਹੁਣ ਇਸ ਟਾਈਮ ਤੇ ਇਹਨੂੰ ਕੀ ਕਰਤਾ, ਇਹਨੂੰ ਸਟਕ ਆਊਟ ਕਰਤਾ, ਠੀਕ ਹੈ, ਮਤਲਬ ਕਿ ਬਾਹਰ ਕੱਢਤਾ ਇਹਨੂੰ ਸਾਈਬਰ ਲਾਅ ਦੇ ਵਿੱਚੋਂ। ਉਹਦਾ ਕਾਰਨ ਤੁਹਾਨੂੰ ਮੈਂ ਦੱਸ ਦਿੰਦਾ। ਕਹਿੰਦਾ ਪ੍ਰੋਵੀਜ਼ਨ ਇਨ ਦਾ ਸੈਕਸ਼ਨ ਡੈਸ਼ ਆਫ ਦਾ ਇੰਡੀਅਨ IT ਐਕਟ ਵਾਜ਼ ਸਟਕ ਡਾਊਨ ਬਾय ਦਾ ਸੁਪਰੀਮ ਕੋਰਟ ਇਨ 2017। ਤਾਂ 66A ਜਿਹੜਾ ਆਰਟੀਕਲ ਹੈ ਉਹਨੂੰ ਬਾਹਰ ਕੱਢਤਾ। 66A ਨੂੰ ਤਾਂ ਬਾਹਰ ਕੱਢਿਆ ਕਿਉਂਕਿ ਜਿਹੜਾ ਆਪਣਾ 19(1)A ਸੀਗਾ ਆਰਟੀਕਲ, ਫਰੀडम ਆਫ ਸਪੀਚ, ਉਹਨੂੰ ਕੀ ਕਰਦਾ ਸੀਗਾ, ਇਹ ਉਹਨੂੰ ਰੋਕਦਾ ਸੀਗਾ। ਹੁਣ ਕੀ ਹੁੰਦਾ ਸੀ, ਜਦੋਂ ਸੋਸ਼ਲ ਮੀਡੀਆ ਨਵਾਂ-ਨਵਾਂ ਚੱਲਿਆ 2007 ਦੇ ਵਿੱਚ ਨਾ, ਬੰਦਿਆਂ ਨੇ ਕੀ ਕੀਤਾ, ਆਪਣੇ ਆਪ ਨੂੰ ਐਕਸਪ੍ਰੈਸ ਕਰਨਾ ਸ਼ੁਰੂ ਕੀਤਾ, ਸਰਕਾਰ ਬਾਰੇ ਬੋਲਣਾ ਸ਼ੁਰੂ ਕੀਤਾ, ਸਰਕਾਰ ਦੀਆਂ ਮਾੜੀਆਂ ਨੀਤੀਆਂ ਬਾਰੇ ਬੋਲਣਾ ਸ਼ੁਰੂ ਕੀਤਾ। ਉਦੋਂ ਕੀ ਕਰਦੇ ਸੀਗੇ, 66A ਦੇ ਵਿੱਚ ਹੁੰਦਾ ਕੀ ਹੈ ਕਿ ਮੰਨ ਲਓ ਕੋਈ ਵੀ ਆਪਾਂ ਮੈਸੇਜ ਪਾਉਣੇ ਆ ਸੋਸ਼ਲ ਮੀਡੀਆ ਦੇ ਉੱਪਰ ਪਾਉਣੇ, ਚਾਹੇ ਸਰਕਾਰ ਦੇ ਵਰਖਲਾਫ ਪਾਉਣੇ ਜਾਂ ਕਿਸੇ ਬੰਦੇ ਦੇ ਵਰਖਲਾਫ ਪਾਉਣੇ ਆ, ਜੇ ਉਹ ਬੰਦੇ ਨੂੰ ਲੱਗਦਾ ਕਿ ਉਹ ਮੈਸੇਜ ਡੇਂਜਰਸ ਹੈ ਜਾਂ ਉਹ ਮਾੜਾ ਮੈਸੇਜ ਉਹਦੇ ਰਿਗਾਰਡਿੰਗ, ਤਾਂ ਉਹ ਆਪਣੇ ਤੇ ਕੇਸ ਕਰ ਸਕਦਾ ਸੀ 66A ਦੇ ਥਰੂ। ਤਾਂ ਆਪਾਂ ਨੂੰ ਜੇਲ੍ਹ ਹੋ ਜਾਂਦੀ ਸੀਗੀ। ਕਿੰਨੀ ਜੇਲ੍ਹ ਹੁੰਦੀ ਸੀ, ਕਿੰਨਾ ਫਾਈਨ ਹੁੰਦਾ ਸੀ, ਇਹ ਤੋਂ ਵੀ ਕੁਐਸਚਨ ਪੁੱਛੇ ਜਾਂਦੇ ਆ, ਇਹ ਵੀ ਮੈਂ ਕਰਵਾਇਆ ਹੋਇਆ। ਤਾਂ ਉਦੋਂ ਫਿਰ ਫਰੀडम ਆਫ ਸਪੀਚ ਨੂੰ ਪੰਗਾ ਪੈਂਦਾ ਸੀਗਾ। ਤਾਂ ਇੱਕ ਕੇਸ ਹੋਇਆ ਸੀਗਾ, ਉਸ ਕੇਸ ਦਾ ਨਾਮ ਹੈਗਾ ਜੀ ਸ਼ੈਰਿਆ ਸੈਗਲ ਕੇਸ। ਤੁਹਾਨੂੰ YouTube ਤੇ ਬਹੁਤ ਵੀਡੀਓ ਮਿਲ ਜਾਣਗੀਆਂ, ਤੁਹਾਨੂੰ ਇਹਦੇ ਬਾਰੇ ਡਿਟੇਲ ਵੀ ਮਿਲ ਜੂਗੀ। ਇਸ ਕੇਸ ਦੇ ਥਰੂ ਕੀ ਹੋ ਗਿਆ ਸੀ, 66A ਨੂੰ ਰਿਮੂਵ ਕੀਤਾ ਗਿਆ ਸੀਗਾ। ਹੁਣ 66A ਦੇ ਵਿੱਚ ਹੁੰਦਾ ਕੀ ਹੈ ਕਿ ਮੰਨ ਲਓ ਕੋਈ ਵੀ ਆਪਾਂ ਕਮਿਊਨੀਕੇਸ਼ਨ ਭੇਜਦੇ ਆ, ਮੈਸੇਜ ਭੇਜਦੇ ਆ, ਚਾਹੇ ਉਹ ਆਪਾਂ ਆਨਲਾਈਨ ਕੰਪਿਊਟਰ ਸੋਰਸ ਯੂਜ਼ ਕੀਤਾ ਜਾਂ ਆਪਾਂ ਕੋਈ WhatsApp ਕੀਤਾ ਜਾਂ ਆਪਾਂ ਸਿੰਪਲ ਮੈਸੇਜ ਕੀਤਾ, ਜੋ ਬੰਦੇ ਨੂੰ ਲੱਗਦਾ ਕਿ ਉਹ ਮੈਸੇਜ ਗਲਤ ਹੈ ਜਾਂ ਉਹਦੇ ਬਾਰੇ ਫਾਲਸ ਇਨਫੋਰਮੇਸ਼ਨ ਹੈ, ਡੇਂਜਰਸ ਹੈ, ਇਨਸਲਟ ਕੀਤਾ ਹੈ, ਕ੍ਰਿਮੀਨਲ ਕੋਈ ਆਪਾਂ ਐਕਟੀਵਿਟੀ ਕਰ ਰਹੇ ਹਾਂ, ਤਾਂ ਆਪਣੇ ਤੇ ਕੇਸ ਕਰ ਸਕਦਾ ਸੀਗਾ। ਤਾਂ ਉਸ ਤੋਂ ਬਾਅਦ ਇਹਦਾ ਨਜਾਇਜ਼ ਯੂਜ਼ ਹੋਣ ਲੱਗ ਗਿਆ ਸੀਗਾ। ਇਹਦੇ ਥਰੂ ਬਹੁਤ ਬੰਦੇ ਚੱਕ ਲਏ ਸੀ ਉਹਨਾਂ ਨੇ, ਬਹੁਤ ਸਟੂਡੈਂਟ ਚੱਕ ਲਏ ਸੀਗੇ, ਠੀਕ ਹੈ, ਉਹਨਾਂ ਤੇ ਕੇਸ ਹੋ ਗਏ ਸੀਗੇ, ਤਾਂ ਕਰਕੇ ਇਹਨੂੰ ਕੀ ਕਰਤਾ, ਰਿਮੂਵ ਕਰਤਾ। ਤਾਂ ਯਾਦ ਰੱਖਿਓ 66A ਬਹੁਤ ਪੁੱਛਿਆ ਜਾਂਦਾ। ਅੱਗੇ ਗੱਲ ਕਰਦੇ ਹਾਂ ਜੀ ਆਪਾਂ, ਡੈਸ਼ ਵਾਜ਼ ਦਾ ਸੈਟਅਪ ਦਾ ਸਪੈਸ਼ਲ ਪਬਲਿਕ ਸੈਕਟਰ ਅੰਡਰਟੇਕਿੰਗ ਟੂ ਇੰਪਲੀਮੈਂਟ ਦਾ ਨੈਸ਼ਨਲ ਆਪਟੀਕਲ ਫਾਈਬਰ ਨੈਟਵਰਕ। ਆਪਟੀਕਲ ਫਾਈਬਰ ਨੈਟਵਰਕ ਨੂੰ ਕਹਿ ਦਿੰਦੇ ਆ ਜੀ ਬ੍ਰੌਡਬੈਂਡ। ਕੀ ਕਹਿ ਦਿੰਦੇ ਆ ਜੀ, ਬ੍ਰੌਡਬੈਂਡ, ਜਿਹਨੂੰ ਆਪਾਂ ਕਹਿ ਦਿੰਦੇ ਆ ਹਾਈ ਲੈਵਲ ਦਾ ਇੰਟਰਨੈਟ। ਜਦੋਂ ਸਟਾਰਟਿੰਗ ਦੇ ਵਿੱਚ ਨਵਾਂ-ਨਵਾਂ ਆਇਆ ਸੀ ਨਾ, ਤਾਂ ਬੰਦੇ ਇੱਥੇ ਆਨਸਰ ਕੀ ਲਾ ਕੇ ਆਉਂਦੇ ਆ, BSNL ਹੀ ਲਾ ਕੇ ਆਉਂਦੇ ਆ, ਭਾਰਤ ਸੰਚਾਰ ਨਗਰ ਲਿਮਟਿਡ। ਬਟ ਨਹੀਂ ਜੀ, BBNL ਨੇ ਕੀ ਕੀਤਾ ਸੀਗਾ, ਸਭ ਤੋਂ ਪਹਿਲਾਂ ਯੂਜ਼ ਕੀਤਾ ਸੀ। BBNL ਤੇ BSNL ਦੋਨੇ ਕੀ ਨੇ, ਆਪਣੀਆਂ ਸਰਕਾਰੀ ਸੰਸਥਾਵਾਂ ਨੇ। ਤੇ BBNL ਦੇ ਬਾਰੇ ਜੇ ਨਹੀਂ ਪਤਾ ਤੁਹਾਨੂੰ ਮੈਂ ਦੱਸ ਦਿੰਦਾ, ਭਾਰਤ ਬ੍ਰੌਡਬੈਂਡ ਨੈਟਵਰਕ ਲਿਮਟਿਡ, ਠੀਕ ਹੈ। ਇਹਨਾਂ ਨੇ ਸਭ ਤੋਂ ਪਹਿਲਾਂ ਬ੍ਰੌਡਬੈਂਡ ਸ਼ੁਰੂ ਕੀਤਾ ਸੀਗਾ। ਤਾਂ BBNL ਯਾਦ ਰੱਖ ਲਿਓ, ਦੇਸ਼ ਦੇ ਵਿੱਚ ਸਭ ਤੋਂ ਪਹਿਲਾਂ ਬ੍ਰੌਡਬੈਂਡ ਨੈਟਵਰਕ ਆਇਆ ਸੀਗਾ। ਤਾਂ ਅੱਜ ਕੱਲ ਤਾਂ ਪ੍ਰਾਈਵੇਟ ਕੰਪਨੀਆਂ ਨੇ ਮੱਤ ਮਾਰਤੀ ਹੈ, ਤਾਂ ਹੀ ਤਾਂ ਤੁਹਾਨੂੰ ਦੇਖੋ ਕਿਸਾਨ ਧਰਨੇ ਤੇ ਬੈਠੇ ਨੇ, ਇਹੀ ਚੱਕਰ ਹੈ। ਅੱਗੇ ਗੱਲ ਕਰਦੇ ਆ ਜੀ ਐਂਡਰੋਇਡ ਦੇ ਬਾਰੇ। ਐਂਡਰੋਇਡ ਕਹਿੰਦਾ ਉਸ ਟਾਈਮ ਤੇ ਦੇਖੋ 7 ਆਇਆ ਹੋਊਗਾ, ਉਸ ਟਾਈਮ ਤੇ ਜਿਹੜਾ ਕੁਐਸਚਨ ਆਇਆ 2018 ਦੇ ਵਿੱਚ, ਉਸ ਟਾਈਮ ਤੇ 7 ਆਇਆ ਸੀਗਾ। ਤਾਂ ਹੁਣ ਲੇਟੈਸਟ ਤੁਸੀਂ, ਚਲੋ ਮੈਂ ਦੱਸ ਦਿੰਦਾ ਤੁਹਾਨੂੰ, ਐਂਡਰੋਇਡ 12 ਆ ਚੁੱਕਿਆ ਹੈ। ਐਂਡਰੋਇਡ ਵਰਜ਼ਨ 12 ਆ ਚੁੱਕਿਆ ਲੇਟੈਸਟ। ਤਾਂ ਹਰੇਕ ਐਂਡਰੋਇਡ ਦਾ ਵੱਖਰਾ ਵੱਖਰਾ ਨਾਮ ਹੈ, ਬੜਾ ਇੰਟਰਸਟਿੰਗ ਨਾਮ ਹੈ। ਐਂਡਰੋਇਡ 12 ਦਾ ਨਾਮ ਹੈਗਾ ਜੀ ਸਨੋਕੋਨ, ਠੀਕ ਹੈ ਜੀ, ਇਹਦਾ ਨਾਮ ਹੈ। ਇਸ ਤੋਂ ਪਹਿਲਾਂ ਐਂਡਰੋਇਡ ਵਰਜ਼ਨ 11 ਵੀ ਆਇਆ ਸੀਗਾ, ਉਹਦਾ ਨਾਮ ਸੀਗਾ ਜੀ ਰੈਡ ਵੈਲਵਟ ਕੇਕ, ਠੀਕ ਹੈ। ਇਹ ਸਾਰੇ ਨਾਮ ਹੁੰਦੇ ਇਹਦੇ।
ਤੇ ਲੇਟੈਸਟ ਹੈਗਾ ਜੀ ਐਂਡਰੋਇਡ 12 ਆਇਆ ਸੀਗਾ। ਇਹ ਆਇਆ ਸੀ ਤੁਹਾਡਾ ਲਗਭਗ ਅਕਤੂਬਰ 2021 ਦੇ ਵਿੱਚ ਲਾਂਚ ਕੀਤਾ ਗਿਆ। 11 ਲਾਂਚ ਕੀਤਾ ਗਿਆ ਸੀਗਾ ਸਤੰਬਰ 2020 ਦੇ ਵਿੱਚ। ਤੇ ਉਸ ਟਾਈਮ ਤੇ 7 ਸੀਗਾ, ਤਾਂ 7 ਸੀਗਾ ਤੁਹਾਡਾ ਜੀ ਨੋਗੌਟ। ਤੇ ਇਹ ਤੁਹਾਡੇ ਨਾਂ ਦੱਸਦੇ ਮੈਂ, ਸਨੋਕੋਨ ਤੇ ਰੈੱਡ ਵੈਲਵਟ ਕੇਕ, ਇਹ ਯਾਦ ਰੱਖ ਲਿਓ। ਜਿਹੜਾ ਆਹ ਤੁਹਾਡਾ ਓਰੀਓ ਹੈ ਇਹ 8 ਹੈ, ਠੀਕ ਹੈ। ਇਵੇਂ ਲੋਲੀਪੌਪ ਵੀ ਹੈ, ਠੀਕ ਹੈ। ਇਹ ਸਾਰੇ ਨਾਮ ਯਾਦ, ਜਿਵੇਂ ਜੈਲੀ ਬੀਨ ਵੀ ਹੈ, ਵੱਖਰੇ ਵੱਖਰੇ ਨਾਮ ਨੇ ਐਂਡਰੋਇਡ ਵਰਜ਼ਨ ਦੇ। ਅੱਗੇ ਗੱਲ ਕਰਦੇ ਹਾਂ ਜੀ, ਮੋਸਟ ਇੰਪੋਰਟੈਂਟ ਕੁਐਸਚਨ ਮੈਂ ਬਹੁਤ ਵਾਰੀ ਕਰਵਾਇਆ ਔਰ ਬਹੁਤ ਵਾਰ ਰਿਪੀਟ ਹੁੰਦਾ ਹੈ, ਫਲॉप्स। ਪਹਿਲਾਂ ਤਾਂ ਫਲॉप्स ਦੇ ਬਾਰੇ ਦੱਸਦੇ ਹਾਂ। ਫਲॉप्स ਕਾਹਦੇ ਵਾਸਤੇ ਯੂਜ਼ ਕੀਤਾ ਜਾਂਦਾ? ਸਪੀਡ ਆਫ ਸੁਪਰ ਕੰਪਿਊਟਰ ਮੈਜ਼ਰ ਕਰਦਾ ਇਹ। ਸੁਪਰ ਕੰਪਿਊਟਰ ਦੀ ਜਿੰਨੀਆਂ ਵੀ ਸਪੀਡ ਮੈਜ਼ਰ ਹੁੰਦੀਆਂ ਨੇ ਉਹ ਫਲॉप्स ਦੇ ਵਿੱਚ ਹੁੰਦੀਆਂ ਨੇ। ਜੇ ਆਪਾਂ ਸਿੰਪਲ ਕੰਪਿਊਟਰ ਦੀ ਗੱਲ ਕਰੀਏ ਤਾਂ ਉਹਦੀ ਤਾਂ ਮੈਗਾ ਹਾਰਟਸ ਦੇ ਵਿੱਚ ਜਾਂ ਗੀਗਾ ਹਾਰਟਸ ਦੇ ਵਿੱਚ ਆਪਾਂ ਮੈਜ਼ਰ ਕਰਦੇ ਹਾਂ, ਬਟ ਜਿਹੜੇ ਸੁਪਰ ਕੰਪਿਊਟਰ ਹੁੰਦੇ ਉਹਨੂੰ ਫਲॉप ਦੇ ਵਿੱਚ ਮੈਜ਼ਰ ਕਰਦੇ ਆ। ਫਲॉप ਦੀ ਫੁੱਲ ਫਾਰਮ ਵੀ ਪੁੱਛੀ ਜਾਂਦੀ ਹੈ, ਇਹਨੂੰ ਕਹਿ ਦਿੰਦੇ ਆ ਜੀ ਫਲੋਟਿੰਗ ਪੁਆਇੰਟ। ਯਾਦ ਰੱਖ ਲਿਓ, ਬਹੁਤ ਇੰਪੋਰਟੈਂਟ ਹੈ। ਫਲੋਟਿੰਗ ਪੁਆਇੰਟ ਆਪਰੇਸ਼ਨਸ ਪਰ ਸੈਕਿੰਡ, ਠੀਕ ਹੈ। ਲਿਖਾਈ ਥੋੜੀ ਜਿਹੀ ਇਦਾਂ ਹੀ ਹੋ ਰਹੀ ਆ ਵੀਕਨੈਸ ਕਰਕੇ। ਫਲੋਟਿੰਗ ਪੁਆਇੰਟ ਆਪਰੇਸ਼ਨਸ ਪਰ ਸੈਕਿੰਡ। ਹੁਣ ਜਿਹੜਾ 1 ਫਲॉप ਹੁੰਦਾ ਹੈ ਜਾਂ 1 ਪੈਟਾਫਲॉप्स ਕਿਹਦੇ ਇਕੁਅਲ ਹੁੰਦਾ ਹੈ? 1 ਪੈਟਾਫਲॉप्स ਕਿਹਦੇ ਇਕੁਅਲ ਹੁੰਦਾ? 10 ਦੀ ਪਾਵਰ 15। ਮਤਲਬ 10 ਦੇ ਨਾਲ 15 ਜ਼ੀਰੋਆਂ ਹੋਣਗੀਆਂ ਤਾਂ ਫਲॉप्स ਦੇ ਬਰਾਬਰ ਹੋਊਗਾ, ਕਹਿਣ ਦਾ ਭਾਵ। ਤਾਂ ਇਹੀ ਪੁੱਛ ਰਹੇ ਨੇ 10 ਦੀ ਪਾਵਰ 15। ਇਹ ਜਿਹੜਾ ਅੱਜ ਕੱਲ ਨਵਾਂ ਸੁਪਰ ਕੰਪਿਊਟਰ ਆਇਆ ਨਾ, ਕੋਵਿਡ ਦੇ ਵਿੱਚ ਬਣਾਇਆ ਗਿਆ ਸੀਗਾ, ਫਗਾਕੂ। ਇਹ ਜਾਪਾਨ ਨੇ ਬਣਾਇਆ, ਠੀਕ ਹੈ। ਫਗਾਕੂ ਇਹ ਸਭ ਤੋਂ ਸੁਪਰ ਕੰਪਿਊਟਰ ਹੈ। ਜਿਹੜਾ ਇੰਡੀਆ ਨੇ ਬਣਾਇਆ ਉਹ 63ਵੇਂ ਨੰਬਰ ਤੇ ਹੈ, ਠੀਕ ਹੈ। 500 ਕੰਪਿਊਟਰ ਦੀ ਲਿਸਟ ਜਾਰੀ ਹੁੰਦੀ ਹੈ ਹਰੇਕ ਸਾਲ ਤੇ। ਇੰਡੀਆ ਦਾ 63 ਨੰਬਰ ਤੇ ਹੈ। ਹੁਣ ਤੁਸੀਂ ਮੈਨੂੰ ਕਮੈਂਟ ਬਾਕਸ 'ਚ ਦੱਸਣਾ ਇੰਡੀਆ ਦਾ ਸੁਪਰ ਕੰਪਿਊਟਰ ਕਿਹੜਾ ਲੇਟੈਸਟ, ਠੀਕ ਹੈ, 2021 ਦਾ। ਠੀਕ ਹੈ, ਤੁਹਾਨੂੰ ਵਰਡ ਦਾ ਮੈਂ ਦੱਸਤਾ, ਫਗਾਕੂ ਹੈ, ਜਾਪਾਨ ਦਾ, ਕੋਵਿਡ ਦੇ ਨਾਲ ਲੜਨ ਵਾਸਤੇ ਬਣਾਇਆ ਗਿਆ ਸੀਗਾ। ਤਾਂ ਉਹਦੀ ਸਪੀਡ ਹੈਗੀ ਆ ਪੈਟਾਫਲॉप ਦੇ ਵਿੱਚ 10 ਦੀ ਪਾਵਰ 15। ਹੁਣ ਜਿਹੜੀ 10 ਦੀ ਪਾਵਰ 15 ਨਾ, 15 ਜ਼ੀਰੋਆਂ ਨਾਲ ਲੱਗਦੀਆਂ, ਇਹਦਾ ਇੱਕ ਨਾਮ ਹੋਰ ਵੀ ਹੁੰਦਾ, ਇਹਨੂੰ ਕਹਿ ਦਿੰਦੇ ਆ 1, ਇਹਨੂੰ ਕਹਿ ਦਿੰਦੇ ਆ ਜੀ 1 ਕੁਆਰਡੀਨਲ ਕਹਿ ਦਿੰਦੇ ਆ, ਠੀਕ ਹੈ। 10 ਦੀ ਪਾਵਰ 15 ਨੂੰ ਸਪੈਲਿੰਗ ਤੁਹਾਨੂੰ ਮੈਂ ਦੱਸ ਦਿੰਦਾ, 1 ਕੁਆਰਡੀਨਲ ਕਹਿ ਦਿੰਦੇ ਆ, ਠੀਕ ਹੈ। ਵੀ ਯਾਦ ਰੱਖ ਲਿਓ 10 ਦੀ ਪਾਵਰ 15 ਨੂੰ ਕਹਿ ਦਿੰਦੇ ਆ। ਉੱਥੇ ਕੀ ਪਤਾ 10 ਦੀ ਪਾਵਰ 15 ਜਗ੍ਹਾ ਤੇ 1 ਕੁਆਰਡੀਨਲ ਲਿਖ ਦੇਣ, ਤੁਸੀਂ ਆਨਸਰ 1 ਕੁਆਰਡੀਨਲ ਲਾ ਲਿਓ। ਅੱਗੇ ਗੱਲ ਕਰਦੇ ਹਾਂ ਜੀ, ਬਹੁਤ ਸੌਖਾ ਕੁਐਸਚਨ ਹੈ। ਕਹਿੰਦਾ ਕਨਸੈਪਟ ਆਫ ਦਾ ਲੋਕੈਲਿਟੀ ਆਫ ਰੈਫਰੈਂਸ। ਲੋਕੈਲਿਟੀ ਆਫ ਰੈਫਰੈਂਸ ਦਾ ਕੀ ਮਤਲਬ ਹੁੰਦਾ ਹੈ? ਹੁਣ ਆਪਾਂ ਦੇਖੋ, ਆਹ ਆਪਣਾ ਘਰ ਹੈ, ਇਹ ਆਪਣੇ ਗਵਾਂਢੀਆਂ ਦਾ, ਇਹ ਤੀਜੇ ਗਵਾਂਢੀਆਂ ਦਾ, ਠੀਕ ਹੈ। ਹੁਣ ਆਪਣੇ ਲੋਕਲ ਆਪਾਂ ਗਵਾਂਢੀ ਵੈਸੇ ਦੋਨੇ ਲੋਕਲ ਨੇ, ਪਰ ਜ਼ਿਆਦਾ ਲੋਕਲ ਕਿਹੜੇ ਹੋ ਗਏ? ਜਿਹੜੇ ਬਿਲਕੁਲ ਨਾਲ ਹੋ ਗਏ, ਆਪਣੇ ਨੇਬਰ ਹੋ ਗਏ। ਇਹਨੂੰ ਕਹਿ ਦਿੰਦੇ ਜੀ ਲੋਕੈਲਿਟੀ ਆਫ ਰੈਫਰੈਂਸ। ਹੁਣ ਕੰਪਿਊਟਰ ਦੇ ਵਿੱਚ ਕੀ ਹੁੰਦਾ ਤੁਹਾਨੂੰ ਮੈਂ ਦੱਸਦਾ। ਕੰਪਿਊਟਰ ਦੇ ਵਿੱਚ ਕੀ, ਜਦੋਂ ਆਪਾਂ ਕੋਈ ਵੀ ਡਾਟਾ ਹੁੰਦਾ ਹੈ ਹਾਰਡ ਡਿਸਕ ਦੇ ਵਿੱਚੋਂ ਕੱਢ ਕੇ ਆਪਾਂ ਕਿੱਥੇ ਲੈ ਕੇ ਜਾਂਦੇ ਹਾਂ? ਮੇਨ ਮੈਮਰੀ 'ਚ ਲੈ ਕੇ ਜਾਂਦੇ ਹਾਂ, ਰੈਮ 'ਚ ਲੈ ਕੇ ਜਾਂਦੇ ਹਾਂ। ਜਦੋਂ ਡਾਟਾ ਰੈਮ 'ਚ ਲੈ ਕੇ ਜਾਂਦੇ ਨਾ, ਉਹਦੀ ਇੱਕ ਕਾਪੀ ਜਨਰੇਟ ਹੋ ਜਾਂਦੀ ਹੈ ਕੈਸ਼ੇ ਮੈਮਰੀ ਦੇ ਵਿੱਚ। ਹੁਣ ਕੰਪਿਊਟਰ ਜੇ ਕੋਈ ਕੰਮ ਕਰ ਰਿਹਾ, ਮਾਈਕਰੋ ਪ੍ਰੋਸੈਸਰ ਕੰਮ ਕਰ ਰਿਹਾ, ਉਹਨੂੰ ਸੇਮ ਡਾਟਾ ਚਾਹੀਦਾ ਹੈ। ਹੁਣ ਇੱਕ ਡਾਟਾ ਹੈਗਾ ਦੂਰ ਪਿਆ ਮੇਨ ਮੈਮਰੀ ਤੇ, ਇੱਕ ਕੈਸ਼ੇ ਦੇ ਵਿੱਚ ਪਿਆ, ਤਾਂ ਉਹਨੂੰ ਲੋਕਲ ਕਿਹੜਾ ਪਊਗਾ? ਲੋਕਲ ਨੂੰ ਆਹ ਕੈਸ਼ੇ ਨੇੜੇ ਪਊਗੀ। ਤੈਨੂੰ ਕਹਿ ਦਿੰਦੇ ਜੀ ਲੋਕੈਲਿਟੀ ਆਫ ਰੈਫਰੈਂਸ। ਕੈਸ਼ੇ ਮੈਮਰੀ ਕਾਹਦਾ ਕੰਮ ਕਰਦੀ ਹੈ? ਲੋਕੈਲਿਟੀ ਆਫ ਰੈਫਰੈਂਸ ਦਾ ਕੰਮ ਕਰਦੀ ਹੈ। ਤਾਂ ਕਨਸੈਪਟ ਆਫ ਕਹਿੰਦਾ ਲੋਕੈਲਿਟੀ ਆਫ ਰੈਫਰੈਂਸ ਕਿਹਨੂੰ ਕਹਿੰਦੇ? ਕਹਿੰਦਾ ਕੈਸ਼ੇ ਨੂੰ ਕਹਿ ਦਿੰਦੇ ਆ। ਉਹ ਪਿੰਡਾਂ 'ਚ ਨਹੀਂ ਹੁੰਦਾ ਜਦੋਂ ਸਬਜ਼ੀ ਨਹੀਂ ਖਾਂਦੇ ਜਵਾਕ, ਉਹ ਕਹਿੰਦੇ ਗਵਾਂਢੀਆਂ ਦੇ ਪੁੱਛ ਲਓ ਕੀ ਬਣਾਇਆ। ਤੇ ਗਵਾਂਢੀ ਕੀ ਕਰਦੇ? ਉਹ ਕੰਧ ਦੇ ਉੱਪਰ ਦੀ ਕੌਲੀ ਫੜਾ ਦਿੰਦੇ ਭਰ ਕੇ ਸਬਜ਼ੀ ਦੀ, ਹਨਾ। ਆਦਾਨ ਪ੍ਰਦਾਨ ਬਹੁਤ ਚੱਲਦਾ ਪਿੰਡਾਂ ਦੇ ਵਿੱਚ। ਬਸ ਉਹ ਐਗਜ਼ਾਮਪਲ ਯਾਦ ਰੱਖ ਲਿਓ ਵੀ ਗਵਾਂਢੀਆਂ ਤੋਂ ਸਬਜ਼ੀ ਮੰਗਣੀ ਸੌਖੀ ਹੈ, ਤਾਂ ਕੈਸ਼ੇ ਤੋਂ ਚੀਜ਼ ਮੰਗਣੀ ਸੌਖੀ ਹੈ। ਹਾਰਡ ਡਿਸਕ ਤੱਕ ਪਹੁੰਚਣ ਲੱਗੇ ਟਾਈਮ ਲੱਗਦਾ, ਠੀਕ ਹੈ। ਹੁਣ ਇਸ ਗਵਾਂਢੀ ਤੋਂ ਸਬਜ਼ੀ ਲੈ ਕੇ ਆਉਣਾ ਤਾਂ ਟਾਈਮ ਲੱਗੂਗਾ, ਕਹਿੰਦਾ ਨਾਲ ਦਿਆਂ ਤੋਂ ਪੁੱਛ ਲਓ ਕੀ ਬਣਾਇਆ। ਤੇ ਇਹ ਕੈਸ਼ੇ ਹੋ ਗਿਆ, ਠੀਕ ਹੈ। ਥੋੜੀ ਜਿਹੀ ਫਨੀ ਐਗਜ਼ਾਮਪਲ ਯਾਦ ਰਹਿ ਜਾਂਦੀ ਹੈ ਪੇਪਰ ਦੇ ਵਿੱਚ, ਅਦਰਵਾਈਜ਼ ਤਾਂ ਦਿਮਾਗ ਤੇ ਬੋਝ ਰਹਿੰਦਾ। ਅੱਗੇ ਚੱਲਦੇ ਹਾਂ ਜੀ ਆਪਾਂ। ਸਾਰੀਆਂ ਫੰਕਸ਼ਨ ਕੀ ਕਰਾਈਆਂ ਹੋਈਆਂ ਜੀ। F12 ਤਾਂ ਵਾਰ-ਵਾਰ ਪੁੱਛੀ ਜਾਂਦੀ ਹੈ। F12 ਯੂਜ਼ ਕਾਹਦੇ ਵਾਸਤੇ ਹੁੰਦੀ ਹੈ? ਸੇਵ ਐਜ਼ ਡਾਇਲੋਗ ਬਾਕਸ ਵਾਸਤੇ। ਇੱਕ F1 ਪੁੱਛੀ ਜਾਂਦੀ ਹੈ ਰਾਜੇ, ਹੈਲਪ ਵਾਸਤੇ ਹੁੰਦੀ ਹੈ। F2 ਰੀਨੇਮ ਵਾਸਤੇ ਹੁੰਦੀ ਹੈ, ਵੈਸੇ ਮੈਂ ਸਾਰੀਆਂ ਕਰਾਈਆਂ ਹੋਈਆਂ। F5 ਹੁੰਦੀ ਹੈ ਰੀਫਰੈਸ਼ ਵਾਸਤੇ। ਅਦਰਵਾਈਜ਼ ਇਹ ਯੂਜ਼ ਹੁੰਦੀ ਹੈ ਸਲਾਈਡ ਸ਼ੋ ਵਾਸਤੇ, ਠੀਕ ਹੈ ਜੀ, ਪਾਵਰ ਪੁਆਇੰਟ ਦੀ ਗੱਲ ਕਰੀਏ ਤਾਂ, ਠੀਕ ਹੈ ਜੀ। F7 ਸਭ ਤੋਂ ਮੋਸਟ ਇੰਪੋਰਟੈਂਟ ਹੈ ਜੀ, ਸਪੈਲ ਚੈਕਿੰਗ ਵਾਸਤੇ ਯੂਜ਼ ਹੁੰਦੀ ਹੈ। ਸਪੈਲ ਚੈਕਰ ਕਹਿ ਦਿੰਦੇ ਆ, ਸਪੈਲ ਚੈਕਿੰਗ ਕਹਿ ਦਿਓ, ਠੀਕ ਹੈ। ਸਾਰੀਆਂ ਯਾਦ ਰੱਖ ਲਿਓ ਭਾਈ, ਇਹ ਸਾਰੀਆਂ ਸੁਣੀਆਂ ਪੁੱਛੀਆਂ ਜਾਂਦੀਆਂ ਵਾਰ-ਵਾਰ। ਓਕੇ ਹੈ ਜੀ। ਅੱਗੇ ਚੱਲਦੇ ਹਾਂ ਆਪਾਂ। ਅੱਗੇ ਗੱਲ ਕਰਦੇ ਹਾਂ ਜੀ। ਕਹਿੰਦਾ ਦ ਗਵਰਨਮੈਂਟ ਆਫ ਇੰਡੀਆ ਪ੍ਰੋਵਾਈਡ ਡੈਸ਼ ਸਰਵਿਸ ਟੂ ਅਨੇਬਲ ਸਿਟੀਜ਼ਨ ਟੂ ਸਟੋਰ ਦਾ ਸਰਟਨ ਡਾਕੂਮੈਂਟ ਸਿਕਿਉਰਲੀ ਇਨ ਦਾ ਕਲਾਊਡ। ਕਲਾਊਡ ਕੀ ਹੁੰਦਾ ਜੀ? ਕਲਾਊਡ ਹੁੰਦਾ ਜੀ ਆਨਲਾਈਨ ਸਟੋਰੇਜ, ਆਨਲਾਈਨ ਸਪੇਸ ਕਹਿ ਲਓ, ਸਟੋਰੇਜ ਕਹਿ ਲਓ। ਹੁਣ ਆਪਣੇ ਸਾਰਿਆਂ ਕੋਲ ਮੋਬਾਈਲ ਨੇ, ਕੋਈ ਕਹਿੰਦਾ ਜੀ ਮੇਰਾ 32 GB ਮੋਬਾਈਲ ਹੈ, ਕੋਈ ਕਹਿੰਦਾ ਜੀ 64 GB ਹੈ, ਕੋਈ ਕਹਿੰਦਾ ਜੀ 128 GB ਹੈ। ਕਹਿਣ ਦਾ ਭਾਵ ਆਪਾਂ ਨੂੰ ਕੋਈ ਨਾ ਕੋਈ ਮੈਮਰੀ ਮਿਲਦੀ ਹੈ, ਸਟੋਰੇਜ ਮਿਲਦੀ ਹੈ, ਜਿਹਦੇ ਵਿੱਚ ਆਪਾਂ ਆਪਣੀਆਂ ਫਾਈਲਾਂ ਸਟੋਰ ਕਰਦੇ ਹਾਂ, ਫੋਟੋਆਂ, ਵੀਡੀਓਜ਼, ਆਪਣੀਆਂ ਰੀਲਸ ਸਟੋਰ ਕਰਦੇ ਹਾਂ। ਉਵੇਂ ਰਾਜੇ ਇੱਕ ਆਨਲਾਈਨ ਆਪਾਂ ਨੂੰ ਫੈਸਿਲਿਟੀ ਮਿਲਦੀ ਹੈ, ਆਪਾਂ ਨੂੰ ਆਨਲਾਈਨ ਸਪੇਸ ਮਿਲਦਾ, ਉਹਨੂੰ ਕਹਿ ਦਿੰਦੇ ਆ ਕਲਾਊਡ। ਤੇ ਗਵਰਨਮੈਂਟ ਨੇ ਨਾ ਇੱਕ ਜਿਵੇਂ ਡਿਜੀਟਲ ਲੋਕਰ ਹੁੰਦੇ ਆ, ਇੱਕ ਸਿੰਪਲ ਲੋਕਰ ਹੁੰਦੇ ਆ, ਜਿਵੇਂ ਆਪਾਂ ਫਿਜ਼ੀਕਲੀ ਬੈਂਕ ਦੇ ਵਿੱਚ ਜਾ ਕੇ ਲੋਕਰ 'ਚ ਕੋਈ ਚੀਜ਼ ਰੱਖ ਕੇ ਆਉਣੇ ਆ,
ਉਵੇਂ ਇੱਕ ਆਪਾਂ ਨੂੰ ਡਿਜੀਟਲ ਲੋਕਰ ਮਿਲਦੇ ਆ। ਡਿਜੀਟਲ ਲੋਕਰ ਕੀ ਮਿਲਦੇ ਆ? ਆਨਲਾਈਨ ਸਪੇਸ ਮਿਲਦੀ ਹੈ। ਉਹਦੇ ਵਿੱਚ ਆਪਣਾ ਮੰਨ ਲਓ ਕੋਈ ਆਨਲਾਈਨ ਕੋਈ ਡਾਕੂਮੈਂਟ ਹੈਗਾ ਜਿਹੜਾ ਬਹੁਤ ਸੈਂਸਿਟਿਵ ਹੈ, ਆਪਾਂ ਉਹਨੂੰ ਰੱਖ ਸਕਦੇ ਹਾਂ ਸਿਕਿਉਰਲੀ। ਉੱਥੇ ਚੋਰੀ ਹੋਣ ਦਾ ਡਰ ਨਹੀਂ ਹੁੰਦਾਗਾ, ਹੈਕਰ ਉਹਨੂੰ ਚੁਰਾ ਨਹੀਂ ਸਕਦੇ। ਉਹਨੂੰ ਕਹਿ ਦਿੰਦੇ ਆ ਡਿਜੀ ਲੋਕਰ ਕਹਿ ਦਿੰਦੇ ਆ। ਠੀਕ ਹੈ, ਡਿਜੀ ਦਾ ਮਤਲਬ ਕੀ ਹੈ? ਡਿਜੀਟਲ। ਅੱਗੇ ਆ ਗਿਆ ਜੀ ਉਹੀ ਤੁਹਾਡੀ ਅਲੈਕਸਾ। ਅਲੈਕਸਾ ਜੀ ਐਮਾਜ਼ੋਨ ਦੀ ਹੈ, ਪਰ ਬਣਾਈ ਹੈ ਸੈਮਸੰਗ ਨੇ। ਠੀਕ ਹੈ, ਐਮਾਜ਼ੋਨ ਦੀ ਹੈ ਅਲੈਕਸਾ। ਇੱਕ ਤੁਹਾਡਾ ਐਂ ਕਹਿ ਲਓ ਡਿਜੀਟਲ ਅਸਿਸਟੈਂਟ ਹੈ। ਤੇ ਮਾਈਕਰੋਸੌਫਟ ਨੇ ਵੀ ਬਣਾਇਆ ਸੀਗਾ, ਉਹਦਾ ਨਾਮ ਹੈਗਾ ਜੀ ਆਪਣਾ ਉਹਦਾ ਨਾਮ ਹੈਗਾ ਜੀ ਕੋਟੋਨਾ। ਠੀਕ ਹੈ, ਕੋਟੋਨਾ ਕੀ ਬਣਾਇਆ ਸੀਗਾ ਇਹਨਾਂ ਨੇ? ਮਾਈਕਰੋਸੌਫਟ ਨੇ ਬਣਾਇਆ ਸੀ, ਬਟ ਇੰਨਾ ਮਸ਼ਹੂਰ ਨਹੀਂ ਹੋਇਆ। ਜ਼ਿਆਦਾ ਜਿਹੜੀ ਫੇਮਸ ਹੋਈ ਹੈ ਉਹ ਅਲੈਕਸਾ ਹੋਈ ਹੈ। ਅਲੈਕਸਾ ਐਮਾਜ਼ੋਨ ਦੀ ਹੈ, ਵੈਸੇ ਸੈਮਸੰਗ ਕਦੇ ਪੁੱਛਿਆ ਨਹੀਂ ਜਾਂਦਾ, ਐਮਾਜ਼ੋਨ ਦਾ ਹੀ ਬ੍ਰਾਂਡ ਹੈ, ਆਪਣਾ ਪ੍ਰੋਡਕਟ ਹੈ ਅਲੈਕਸਾ। ਅੱਗੇ ਗੱਲ ਕਰਦੇ ਹਾਂ ਜੀ ਆਪਾਂ ਡਿਜੀਟਲ ਸਿਗਨੇਚਰ। ਮੋਸਟ ਜੇ ਤੁਸੀਂ ਪੀਸੀਐਲ ਦਾ ਪੇਪਰ ਦੇਣ ਜਾ ਰਹੇ ਹੋ ਨਾ, ਤੁਸੀਂ ਆਪਣੇ ਚੈਨਲ ਤੇ ਜੇ ਡਿਜੀਟਲ ਸਿਗਨੇਚਰ ਵਾਲੀ ਵੀਡੀਓ ਨਹੀਂ ਦੇਖੀ ਤਾਂ ਬਹੁਤ ਵੱਡੀ ਗਲਤੀ ਕਰਕੇ ਜਾ ਰਹੇ ਹੋ ਬੇਟਾ। 1 ਤੋਂ ਲੈ ਕੇ 2 ਕੁਐਸਚਨ ਤੁਹਾਨੂੰ ਪੁੱਛੇ ਜਾਣਗੇ ਇੱਥੋਂ, ਪੱਕਾ ਗਾਰੰਟੀ ਹੈ। ਤੇ ਇੱਕ ਮੈਂ ਤੁਹਾਨੂੰ ਹੋਰ ਦੱਸਦਾ, ਇੱਕ ਮੈਂ ਹੋਰ ਵੀਡੀਓ ਪਾਈ ਸੀ ਜਿਹਦੇ ਵਿੱਚ ਮੈਂ ਆਹ ਚੀਜ਼ਾਂ ਕਰਵਾਈਆਂ ਹੋਈਆਂ। ਅਵੇਲੇਬਿਲਿਟੀ ਕਰਾਈ ਹੋਈ ਹੈ, ਕੌਨਫੀਡੈਂਟਲੀ ਕਰਾਈ ਹੋਈ ਹੈ, ਐਫੀਸ਼ੀਐਂਸੀ ਕਰਾਈ ਹੋਈ ਹੈ, ਇਹ ਨੌਨ ਰੈਪੂਟੇਸ਼ਨ ਕਰਵਾਇਆ ਹੋਇਆ। ਇਹ ਵੀਡੀਓ ਵੀ ਜ਼ਰੂਰ ਦੇਖਿਓ। ਫਿਲਹਾਲ ਤੁਹਾਨੂੰ ਮੈਂ ਦੱਸ ਦਿੰਦਾ ਡਿਜੀਟਲ ਸਿਗਨੇਚਰ ਕੀ ਹੁੰਦਾ, ਥੋੜਾ ਜਿਹਾ ਦੱਸ ਦਿੰਦਾ। ਮੰਨ ਲਓ ਮੰਨ ਲਓ ਤੁਹਾਨੂੰ ਦੇਸੀ ਐਗਜ਼ਾਮਪਲ ਦੱਸਦਾ। ਮੰਨ ਲਓ ਕੋਰਟ ਦੇ ਵਿੱਚ ਆਪਾਂ ਗਏ, ਆਪਾਂ ਕੋਈ ਐਗਰੀਮੈਂਟ ਸਾਈਨ ਕਰਨਾ। ਮੰਨ ਲਓ ਆਹ ਹੈ ਜੀ, ਆਹ ਕੋਈ ਜ਼ਮੀਨ ਸੀਗੀ, ਜ਼ਮੀਨ ਆਪਾਂ ਖਰੀਦ ਲਈ, ਮੰਨ ਲਓ ਰਜਿਸਟਰੀ ਕਰਾਉਣੀ ਆਪਾਂ। ਅੱਜ ਮੰਨ ਲਓ ਜਦੋਂ ਆਹ ਜ਼ਮੀਨ ਦਾ ਇਹ ਕਾਗਜ਼ ਹੈ, ਇਹ ਡਾਕੂਮੈਂਟ ਦੇ ਉੱਪਰ ਜਦੋਂ ਮੈਂ ਸਾਈਨ ਕਰਤੇ, ਮੈਂ ਕਹਤਾ ਜੀ ਤਬਾਦਲਾ ਹੋ ਗਿਆ। ਆ ਪਰਸਨ 1 ਹੈ, ਇਹ ਪਰਸਨ 2 ਹੈ। ਪਰਸਨ 1 ਨੇ ਪਰਸਨ 2 ਨੂੰ ਕੀ ਜ਼ਮੀਨ ਦੇਤੀ। ਪਰਸਨ 1 ਨੇ ਜਦੋਂ ਸਾਈਨ ਕਰਤੇ ਤਾਂ ਪਰਸਨ 2 ਦੇ ਨਾਮ ਤੇ ਕੀ ਹੋ ਗਈ? ਜ਼ਮੀਨ ਹੋ ਗਈ। ਮੈਂ ਕੱਲ ਨੂੰ ਪਰਸਨ 1 ਮੁੱਕਰ ਨਹੀਂ ਸਕਦਾ ਵੀ ਇਹ ਸਾਈਨ ਮੇਰੇ ਨਹੀਂ ਹੈਗੇ। ਉਹ ਮੁੱਕਰ ਨਹੀਂ ਸਕਦਾ ਕਿਉਂਕਿ ਉਹ ਲੀਗਲ ਡਾਕੂਮੈਂਟ ਹੈ ਕੋਰਟ ਦਾ। ਉਵੇਂ ਰਾਜੇ ਆਨਲਾਈਨ ਜਦੋਂ ਵੀ ਕੋਈ ਐਗਰੀਮੈਂਟ ਹੁੰਦੇ ਆ, ਜਿਵੇਂ ਕੋਈ ਸ਼ੇਅਰ ਮਾਰਕੀਟ ਹੋ ਗਈ ਜਾਂ ਜਿੰਨੀਆਂ ਵੱਡੀਆਂ ਕੰਪਨੀਆਂ ਨੇ, ਮਲਟੀਨੈਸ਼ਨਲ ਕੰਪਨੀਆਂ ਨੇ, ਉਹ ਆਨਲਾਈਨ ਕੰਮ ਕਰਦੀਆਂ। ਉਹਨਾਂ ਕੋਲ ਇੰਨਾ ਟਾਈਮ ਨਹੀਂ ਹੁੰਦਾ ਕੋਰਟ ਦੇ ਵਿੱਚ ਜਾ ਕੇ ਐਗਰੀਮੈਂਟ ਸਾਈਨ ਕਰਨ। ਜਦੋਂ ਉਹ ਆਨਲਾਈਨ ਸਾਈਨ ਕਰਦੀਆਂ ਨੇ ਤਾਂ ਉਹ ਮੁੱਕਰ ਨਹੀਂ ਸਕਦੀਆਂ ਹੈਗੀਆਂ। ਉਹਨੂੰ ਕਹਿ ਦਿੰਦੇ ਜੀ ਨੌਨ ਰੈਪੂਟੇਸ਼ਨ। ਇਸ ਟਰਮ ਨੂੰ ਡਿਜੀਟਲੀ ਆਪਾਂ ਇੱਕ ਨਾਮ ਦਿੱਤਾ ਗਿਆ, ਨੌਨ ਰੈਪੂਟੇਸ਼ਨ, ਕਿ ਜਦੋਂ ਮੈਂ ਸਾਈਨ ਕਰਤੇ ਮੈਂ ਮੁੱਕਰ ਨਹੀਂ ਸਕਦਾ ਵੀ ਇਹ ਚੀਜ਼ ਮੇਰੀ ਹੈ, ਮੇਰੀ ਨਹੀਂ ਹੈਗੀ। ਠੀਕ ਹੈ, ਤਾਂ ਇਹਨੂੰ ਕਹਿ ਦਿੰਦੇ ਆ ਜੀ ਡਿਜੀਟਲ ਸਿਗਨੇਚਰ। ਇਨਸ਼ੋਰ ਕੀ ਕਰਦਾ? ਨੌਨ ਰੈਪੂਟੇਸ਼ਨ ਇਨਸ਼ੋਰ ਕਰਦਾ। ਰਾਈਟ ਹੈ ਜੀ। ਆਈ ਹੋਪ ਥੋੜਾ ਸਮਝ ਲੱਗ ਗਿਆ ਹੋਊਗਾ, ਬਾਕੀ ਡਿਟੇਲ 'ਚ ਵੀਡੀਓ ਦੇਖ ਲਓਗੇ ਸਾਰਾ ਕੁਝ ਸਮਝ ਲੱਗ ਜੂਗਾ। ਡੀ ਆਂਸਰ ਹੈ ਇਹਦਾ। ਅੱਗੇ ਗੱਲ ਦੇਖੋ ਜੀ, ਆ 5 ਪਿਲਰ ਹੁੰਦੇ ਨੇ, ਇਹ ਤੁਸੀਂ ਜ਼ਰੂਰ ਪੜ੍ਹ ਕੇ ਜਾਣੇ ਨੇ। ਇਹਨਾਂ ਤੋਂ ਬਹੁਤ ਵਾਰੀ ਕੁਐਸਚਨ ਪੁੱਛਿਆ ਜਾਂਦਾ, ਬਹੁਤ ਵਾਰੀ। ਅਵੇਲੇਬਿਲਿਟੀ ਦਾ ਮਤਲਬ ਕੀ ਹੁੰਦਾ ਜੀ? ਦੇਖੋ ਕਹਿੰਦਾ ਇੰਸ਼ੋਰ ਇਨਫੋਰਮੇਸ਼ਨ ਇਜ਼ ਰੈਡੀ ਫॉर ਯੂਜ਼ ਐਂਡ ਦਾ ਰਿਕੁਆਇਰਡ ਪਰਫਾਰਮੈਂਸ ਲੈਵਲ। ਅਵੇਲੇਬਿਲਿਟੀ ਦਾ ਮਤਲਬ ਕੀ ਹੁੰਦਾ ਕਿ ਹੁਣ ਜਿਵੇਂ ਮੰਨ ਲਓ ਮੈਂ ਅਵੇਲੇਬਲ ਹੈ ਤੁਹਾਡੇ ਵਾਸਤੇ, ਤੁਸੀਂ ਮੈਨੂੰ ਕੋਈ ਵੀ ਕੁਐਸਚਨ ਪੁੱਛ ਸਕਦੇ ਹੋ, ਮੈਂ ਤੁਹਾਨੂੰ ਰਿਵਰਟ ਬੈਕ ਆਂਸਰ ਕਰ ਦੂੰਗਾ ਕਿ ਮੈਂ ਉਸ ਟਾਈਮ ਤੇ ਖੜਾ ਹਾਂ ਤੁਹਾਡੇ ਨਾਲ। ਤੁਸੀਂ ਮੈਨੂੰ ਜੋ ਮਰਜ਼ੀ ਪੁੱਛੋਗੇ ਮੈਂ ਆਂਸਰ ਕਰੂੰਗਾ। ਉਹਨੂੰ ਕਹਿ ਦਿੰਦੇ ਅਵੇਲੇਬਿਲਿਟੀ। ਠੀਕ ਹੈ ਜੀ। ਉਸ ਤੋਂ ਬਾਅਦ ਆ ਜਾ ਜੀ ਇੰਟੀਗ੍ਰਿਟੀ। ਇੰਟੀਗ੍ਰਿਟੀ ਵੀ ਬਹੁਤ ਵਾਰੀ ਪੁੱਛਿਆ ਜਾਂਦਾ ਰਾਜੇ। ਇੰਟੀਗ੍ਰਿਟੀ ਕੀ ਹੁੰਦਾ? ਵੀ ਗਾਰੰਟੀ ਹੁੰਦੀ ਵੀ ਜਿਹੜਾ ਡਾਟਾ ਆਪਾਂ ਸਿਸਟਮ ਦੇ ਵਿੱਚ ਹੈਗਾ ਉਹਨੂੰ ਉਹੀ ਬੰਦਾ ਯੂਜ਼ ਕਰੂਗਾ ਜਾਂ ਮੋਡੀਫਾਈ ਕਰੂਗਾ ਜਾਂ ਅਸੈਸ ਕਰੂਗਾ ਜਿਹੜਾ ਕੀ ਹੋਊਗਾ? ਆਥੋਰਾਈਜ਼ਡ ਯੂਜ਼ਰ ਹੋਊਗਾ। ਹੁਣ ਮੰਨ ਲਓ ਇੱਕ ਕੰਪਨੀ ਹੈ, ਉਸ ਕੰਪਨੀ ਦੇ ਵਿੱਚ ਹਰੇਕ ਬੰਦੇ ਦੇ ਗਲ 'ਚ ਆਈ ਕਾਰਡ ਪਾਇਆ ਹੁੰਦਾ, ਤਾਂ ਐਂਟਰੀ ਉਸ ਬੰਦੇ ਦੀ ਹੋਊਗੀ ਜਿਹਦੇ ਗਲ 'ਚ ਆਈ ਕਾਰਡ ਪਾਇਆ ਹੋਇਆ। ਉਹਨੂੰ ਕਹਿ ਦਿੰਦੇ ਇੰਟੀਗ੍ਰਿਟੀ। ਅੱਗੇ ਆ ਗਿਆ ਜੀ ਅਥੈਂਟੀਕੇਸ਼ਨ। ਅਥੈਂਟੀਕੇਸ਼ਨ ਦਾ ਮਤਲਬ ਤੁਹਾਨੂੰ ਪਤਾ ਹੀ ਹੈ। ਅਥੈਂਟੀਕੇਸ਼ਨ ਦੇ ਵਿੱਚ ਆਪਾਂ ਇੰਸ਼ੋਰ ਕਰਦੇ ਹਾਂ ਕਿ ਨਾ ਯੂਜ਼ਰ ਆਰ ਹੂ ਦੇ ਆਰ ਸੇ ਦੇ ਆਰ। ਕਹਿਣ ਦਾ ਭਾਵ ਕਿ ਹੁਣ ਮੰਨ ਲਓ ਬਲਜਿੰਦਰ ਸਿੰਘ ਨੇ ਆਈ ਕਾਰਡ ਪਾਇਆ, ਬਲਜਿੰਦਰ ਸਿੰਘ ਨਾਮ ਦਾ, ਤਾਂ ਇਹ ਪੱਕੀ ਗਾਰੰਟੀ ਹੈ ਵੀ ਬਲਜਿੰਦਰ ਸਿੰਘ ਸਹੀ ਬੰਦਾ ਹੈ ਜਿਹਨੇ ਗਲ 'ਚ ਆਈ ਕਾਰਡ ਪਾਇਆ। ਇਹ ਨਹੀਂ ਹੈਗਾ ਕਿ ਬਲਜਿੰਦਰ ਸਿੰਘ ਦਾ ਆਈ ਕਾਰਡ ਕੋਈ ਮਨਪ੍ਰੀਤ ਨਾਂ ਦਾ ਬੰਦਾ ਪਾ ਕੇ ਆ ਜੇ। ਠੀਕ ਹੈ, ਕਹਿਣ ਦਾ ਭਾਵ ਸਿਕਿਉਰ ਹੋਊਗਾ ਉਹ ਚੀਜ਼। ਇਸ ਤੋਂ ਬਾਅਦ ਜਿਹੜੀ ਅਗਲੀ ਗੱਲ ਆ ਗਈ ਆਪਣੀ ਅਥੈਂਟੀਕੇਸ਼ਨ, ਤੁਹਾਨੂੰ ਮੈਂ ਦੱਸਤਾ, ਇੰਟੀਗ੍ਰਿਟੀ ਦੱਸਤਾ। ਠੀਕ ਹੈ ਜੀ। ਅੱਗੇ ਜਿਹੜੀ ਆਪਣੀ ਆ ਜਾਂਦੀ ਹੈ ਜੋ ਹੈਗੀ ਹੈ ਜੀ ਕੁਆਨਫਿਡੈਂਟਿਲਿਟੀ। ਠੀਕ ਹੈ, ਕੌਨਫੀਡੈਂਟਲਿਟੀ। ਠੀਕ ਹੈ, ਕੌਨਫੀਡੈਂਟਲਿਟੀ ਦੇ ਵਿੱਚ ਕੀ ਹੁੰਦਾ ਰਾਜੇ? ਕਹਿੰਦਾ ਵੀ ਲਿਮਿਟਡ ਅਸੈਸ ਔਰ ਦਾ ਪਲੇਸ ਰਿਸਟ੍ਰਿਕਸ਼ਨ। ਹੁਣ ਮੰਨ ਲਓ ਆਹ ਕੰਪਨੀ ਹੈ, ਇਸ ਕੰਪਨੀ ਦੇ 5 EMPLOYE ਹੈ। ਹੁਣ ਮੈਂ ਉੱਥੇ ਜਾ ਕੇ, ਮੈਂ 6ਵਾਂ ਬੰਦਾ ਜਾ ਕੇ ਨਹੀਂ ਉੱਥੇ ਅਸੈਸ ਕਰ ਸਕਦਾ ਕੋਈ ਕੰਪਿਊਟਰ, ਜਾਂ ਉਹਨਾਂ ਦੀ ਇਨਫੋਰਮੇਸ਼ਨ ਚੋਰੀ ਨਹੀਂ ਕਰ ਸਕਦਾਗਾ। ਠੀਕ ਹੈ ਜੀ। ਅੱਗੇ ਹੈਗਾ ਜੀ ਨੌਨ ਰੈਪੂਟੇਸ਼ਨ। ਇਹ ਤੁਹਾਨੂੰ ਮੈਂ ਦੱਸਤਾ ਕਿ ਕੋਈ ਬੰਦਾ ਡਿਨਾਈ ਨਹੀਂ ਕਰ ਸਕਦਾ ਕਿ ਇਹ ਚੀਜ਼ ਮੈਂ ਨਹੀਂ ਹੈਗੀ, ਮੈਂ ਨਹੀਂ ਸਾਈਨ ਕੀਤੇਗੇ। ਠੀਕ ਹੈ, ਜਿਹੜਾ ਤੁਹਾਨੂੰ ਮੈਂ ਹੁਣ ਦੱਸ ਕੇ ਹਟਿਆ, ਨੌਨ ਰੈਪੂਟੇਸ਼ਨ ਦੱਸ ਕੇ ਹਟਿਆ। ਤਾਂ ਜ਼ਿਆਦਾ ਡਿਟੇਲ 'ਚ ਦੇਖਣਾ ਤਾਂ ਤੁਸੀਂ ਜ਼ਰੂਰ ਉੱਥੇ ਜਾ ਕੇ ਦੇਖ ਲਿਓ ਭਾਈ, ਆਪਣੇ ਥਿਓਰੈਟੀਕਲ ਵੀਡੀਓ ਦੇ ਵਿੱਚ। ਅੱਗੇ ਗੱਲ ਕਰਦੇ ਹਾਂ ਜੀ। ਕਹਿੰਦਾ ਆਧਾਰ ਕਾਰਡ ਇਜ਼ ਦਾ ਕਲੈਕਟਡ ਐਂਡ ਮੈਨੇਜਡ ਬਾਏ ਦ ਡੈਸ਼ ਅਥਾਰਟੀ। ਤਾਂ ਆਧਾਰ ਕਾਰਡ ਤੁਹਾਨੂੰ ਪਤਾ ਹੀ ਹੈ ਸਾਰੇ, UIDAI ਜਿਹੜੀ ਆਪਣੀ ਸੰਸਥਾ ਹੈਗੀ ਹੈ ਉਹ ਮੈਨੇਜ ਕਰਦੀ ਹੈ ਆਧਾਰ ਕਾਰਡ। ਤਾਂ ਇਹ ਤੁਹਾਨੂੰ ਪਤਾ ਹੀ ਹੈ UID ਦਾ ਫੁੱਲ ਫਾਰਮ ਹੈਗੀ ਹੈ ਜੀ ਯੂਨੀਕ ਆਇਡੈਂਟੀਫਿਕੇਸ਼ਨ, ਠੀਕ ਹੈ, ਅਥਾਰਟੀ ਆਫ ਇੰਡੀਆ। ਠੀਕ ਹੈ ਜੀ। ਠੀਕ ਹੈ, ਯੂਨੀਕ ਆਇਡੈਂਟੀਫਿਕੇਸ਼ਨ ਅਥਾਰਟੀ ਆਫ ਇੰਡੀਆ। ਠੀਕ ਹੈ ਜੀ, ਇਹ ਸਾਰੀ ਮੈਨੇਜ ਕਰਦੀ ਹੈ।
ਸਾਰਾ ਆਧਾਰ ਕਾਰਡ ਦੇ ਬਾਰੇ ਜੋ ਵੀ ਡਾਟਾ ਵਗੈਰਾ ਹੈਗਾ। ਠੀਕ ਹੈ, ਅੱਗੇ ਚੱਲਦੇ ਹਾਂ ਜੀ ਆਪਾਂ। ਅੱਗੇ ਕਹਿੰਦਾ ਜੀ ਡੈਸ਼ ਵਾਸ ਦਾ ਫਸਟ ਟਿਊਰਿੰਗ ਕੰਪਲੀਟ ਮਸ਼ੀਨ ਟੂ ਬੀ ਡਿਜ਼ਾਈਨਡ। ਤਾਂ ਇੱਕ ਬੰਦਾ ਹੋਇਆ, ਤੁਹਾਨੂੰ ਸਾਰਿਆਂ ਨੂੰ ਦੱਸਿਆ ਹੋਇਆ ਮੈਂ, ਐਲਨ ਟਿਊਰਿੰਗ। ਠੀਕ ਹੈ, ਉਹ ਬੰਦੇ ਨੇ ਦੇਖੋ ਇੱਕ ਨਾ ਵੈਸੇ ਤਾਂ ਉਹਨੂੰ ਐਨਾਲਿਟੀਕਲ ਇੰਜਨ ਵੀ ਕਹਿ ਦਿੰਦੇ। ਚਾਰਲਸ ਬੈਬਜੇ ਨੇ ਵੀ ਬਣਾਇਆ ਸੀਗਾ, ਐਲਨ ਟਿਊਰਿੰਗ ਨੇ ਵੀ ਬਣਾਇਆ ਐਨਾਲਿਟੀਕਲ ਇੰਜਨ। ਵੈਸੇ ਚਾਰਲਸ ਬੈਬਜੇ ਵਾਲਾ ਜ਼ਿਆਦਾ ਮਸ਼ਹੂਰ ਹੋਇਆ। ਹੁਣ ਇਹਦੇ ਵਿੱਚ ਨਾ ਇੱਕ ਵਰਡ ਯੂਜ਼ ਕੀਤਾ ਜਾਂਦਾ ਤੁਹਾਡਾ ਕੰਪਲੀਟ। ਇਹ ਦੇਖੋ ਟਿਊਰਿੰਗ ਕੰਪਲੀਟ ਕਹਿ ਦਿੰਦੇ ਆ ਜਾਂ ਫਿਰ ਟਿਊਰਿੰਗ ਇਕੁਇਵਲੈਂਟ ਕਹਿ ਦਿੰਦੇ ਆ। ਠੀਕ ਹੈ, ਇਹ ਦੋਨੇ ਵਰਡ ਹੀ ਯੂਜ਼ ਹੁੰਦੇ ਆ। ਤੁਸੀਂ ਜੇ ਕਿਤੇ ਲਿਖਿਆ ਆ ਜਾਵੇ ਇਕੁਇਵਲੈਂਟ ਵੀ ਲਿਖਿਆ ਆ ਜਾਵੇ, ਤੁਸੀਂ ਘਬਰਾਉਣਾ ਨਹੀਂ ਹੈਗਾ। ਇਹ ਇੱਕ ਨਾਮ ਦਿੱਤਾ ਗਿਆ ਹੈ ਇਹ ਟਰਮ ਦੇ ਬਾਰੇ। ਇਹਦਾ ਮਤਲਬ ਕੀ ਹੁੰਦਾ ਕਿ ਰੀਅਲ ਵਰਲਡ ਜਨਰਲ ਪਰਪਸ, ਇਹਨੂੰ ਕਹਿ ਦਿੰਦੇ ਆ ਰੀਅਲ ਵਰਲਡ ਜਨਰਲ ਪਰਪਸ ਕੰਪਿਊਟਰ। ਉੱਥੇ ਇਹ ਵਰਡ ਯੂਜ਼ ਕੀਤਾ ਜਾਂਦਾ ਹੈ ਟਿਊਰਿੰਗ ਕੰਪਲੀਟ ਜਾਂ ਟਿਊਰਿੰਗ ਇਕੁਇਵਲੈਂਟ। ਠੀਕ ਹੈ, ਤਾਂ ਇਹਨੇ ਐਨਾਲਿਟੀਕਲ ਇੰਜਨ ਨੂੰ ਡਿਜ਼ਾਈਨ ਕੀਤਾ ਸੀਗਾ ਇਸ ਬੰਦੇ ਨੇ, ਇਸ ਕਰਕੇ ਇਹਨੂੰ ਕਿਹਾ ਜਾਂਦਾ ਹੈ। ਓਕੇ ਹੈ ਜੀ, ਅੱਗੇ ਚੱਲਦੇ ਆਪਾਂ। ਆਹ ਕੁਐਸਚਨ ਤਾਂ ਬੜਾ ਹਾਈ ਲੈਵਲ ਦਾ ਹੈ, ਤੁਹਾਨੂੰ ਮੈਂ ਦੱਸ ਦਿੰਦਾ। ਡਾਟਾ ਹੈਜ਼ਰਡ, ਡਾਟਾ ਹੈਜ਼ਰਡ ਕੀ ਹੁੰਦੇ ਆ ਤੁਹਾਨੂੰ ਮੈਂ ਦੱਸ ਦਿੰਦਾ। ਜਿੱਥੇ ਵੀ ਨਾ ਇੰਸਟਰਕਸ਼ਨ ਦਿੱਤੀ ਜਾਂਦੀ ਹੈ ਮਸ਼ੀਨ ਨੂੰ ਜਾਂ ਆਪਕੋਡ ਦਿੱਤੇ ਜਾਂਦੇ ਆ। ਆਪਕੋਡ ਕੀ ਹੁੰਦਾ ਤੁਹਾਨੂੰ ਮੈਂ ਦੱਸ ਦਿੰਦਾ। ਜਿਵੇਂ ਤੁਹਾਨੂੰ ਮੈਂ ਦੱਸ ਕੇ ਹਟਿਆ, ਅਲੈਕਸਾ ਦੀ ਐਗਜ਼ਾਮਪਲ ਦੱਸ ਕੇ ਹਟਿਆ। ਉਹਨੂੰ ਆਪਾਂ ਕੁਝ ਵੀ ਬੋਲਦੇ ਆ, ਉਹ ਉਹਨੂੰ ਅਸੈਪਟ ਕਰਦੀ ਹੈ ਤੇ ਉਵੇਂ ਪਲੇ ਕਰਦੀ ਹੈ Song। ਉਹਦੇ ਵਿੱਚ ਇੰਸਟਰਕਸ਼ਨ ਫਿਲ ਕੀਤੀਆਂ ਹੁੰਦੀਆਂ ਆਪਕੋਡ ਦੇ ਥਰੂ। ਡਾਟਾ ਹੈਜ਼ਰਡ ਦੇ ਵਿੱਚ ਵੀ ਇਹ ਚੀਜ਼ਾਂ ਹੁੰਦੀਆਂ ਨੇ। ਡਾਟਾ ਹੈਜ਼ਰਡ ਦੇ ਵਿੱਚ ਵੈਸੇ ਤਾਂ ਇਹ ਕੁਐਸਚਨ ਇੱਥੇ ਥੋੜਾ ਜਿਹੀ ਗੜਬੜ ਹੈ। ਕੁਐਸਚਨ ਦੇ ਵਿੱਚ ਸਾਰੇ ਡਾਟਾ ਹੈਜ਼ਰਡ ਹੁੰਦੇ ਆ, ਸਾਰੇ ਹੀ ਡਾਟਾ ਹੈਜ਼ਰਡ ਹੁੰਦੇ ਆ। ਇਹਨਾਂ ਨੇ ਨੋਟ ਪੁੱਛਿਆ, ਵੈਸੇ RAR ਨੂੰ ਮੰਨਦੇ ਨਹੀਂ ਇਹ। ਤੁਸੀਂ ਵੀ ਕੀ ਕਰਨਾ, ਜੇ ਨੋਟ ਪੁੱਛੇ ਨਾ RAR ਲਾ ਕੇ ਆ ਜਾਓ ਚੁੱਪ ਕਰਕੇ। ਬਟ ਵੈਸੇ ਜੇ ਟੈਕਨੀਕਲ ਦੇਖਿਆ ਜਾਵੇ ਸਾਰੇ ਹੀ ਹੁੰਦੇ ਆ। ਹੁਣ ਤੁਹਾਨੂੰ ਮੈਂ ਦੱਸਦਾ ਰॉ ਦਾ ਮਤਲਬ ਕੀ ਹੁੰਦਾ ਇੱਥੇ। ਰॉ ਦਾ ਮਤਲਬ ਹੁੰਦਾ ਰਾਜੇ ਰੀਡ ਆਫਟਰ ਰਾਈਟ। ਰੀਡ ਆਫਟਰ ਰਾਈਟ, ਇਹ ਇੱਕ ਕੰਮ ਕਰਦਾ ਕੰਪਿਊਟਰ ਆਟੋਮੈਟਿਕਲੀ। ਕੋਈ ਡਾਟਾ ਰੀਡ ਕਰਨ ਤੋਂ ਬਾਅਦ ਉਹਨੂੰ ਰਾਈਟ ਕਰਦਾ ਹੈ। ਠੀਕ ਹੈ, ਪਹਿਲਾਂ ਪੜ੍ਹਦਾ ਹੈ ਫਿਰ ਉਹਨੂੰ ਲਿਖਦਾ ਹੈ। ਰਾਈਟ ਦਾ ਮਤਲਬ ਹੁੰਦਾ ਰਾਈਟ ਆਫਟਰ ਰੀਡ। ਇਹ ਸਾਰੇ ਨਾ ਕੰਮ ਹੁੰਦੇ ਡਾਟਾ ਹੈਜ਼ਰਡ ਦੇ ਉੱਪਰ ਕੰਮ ਹੁੰਦੇ ਆ। ਰੀਡ ਆਫਟਰ, ਰਾਈਟ ਆਫਟਰ ਰੀਡ। ਠੀਕ ਹੈ, WAW ਹੁੰਦਾ ਰਾਜੇ ਰਾਈਟ ਆਫਟਰ ਰਾਈਟ। ਠੀਕ ਹੈ, ਰਾਈਟ ਆਫਟਰ ਰਾਈਟ। ਠੀਕ ਹੈ, ਕਿਸੇ ਨੂੰ ਮੋਡੀਫਾਈ ਕਰਨਾ ਹੋਵੇ ਡਾਟਾ ਲਿਖਣ ਤੋਂ ਬਾਅਦ ਫਿਰ ਉਹਨੂੰ ਲਿਖਦਾ ਹੈ, ਜੇ ਕੋਈ ਡਾਟਾ ਮੋਡੀਫਾਈ ਕਰਨਾ ਹੋਵੇ। ਤਾਂ ਹੁਣ ਰੀਡ ਆਫਟਰ ਰੀਡ ਵੀ ਹੁੰਦਾ, ਰੀਡ ਆਫਟਰ ਰੀਡ ਵੀ ਹੁੰਦਾ, ਬਟ ਇਹਨੂੰ ਮੰਨਦੇ ਨਹੀਂ, ਪਤਾ ਨਹੀਂ ਕਿਉਂ। ਇਸ ਕਰਕੇ ਇਹ ਤੁਸੀਂ ਵੀ ਆਨਸਰ ਕੀ ਲਾ ਕੇ ਆਉਣਾ, ਇਹ ਹੀ ਲਾ ਕੇ ਆਉਣਾ ਜੇ ਨੋਟ ਪੁੱਛਿਆ ਜਾਊਗਾ। ਬਾਕੀ ਵੈਸੇ ਸਾਰੇ ਡਾਟਾ ਕੀ ਹੈ, ਹੈਜ਼ਰਡ ਹੁੰਦੇ ਨੇ। ਠੀਕ ਹੈ ਜੀ, ਅੱਗੇ ਚੱਲਦੇ। ਵੈਸੇ ਹਾਈ ਲੈਵਲ ਦਾ ਕੁਐਸਚਨ ਹੈ, ਹੋ ਸਕਦਾ ਥੋੜੇ ਸਮਝ ਨਾ ਆਇਆ ਹੋਵੇ, ਬਟ ਦਿਮਾਗ 'ਚ ਰੱਖ ਲਿਓ, ਇੱਕ ਸਟੈਟਿਕ ਫੈਕਟ ਵਾਂਗੂ ਯਾਦ ਰੱਖ ਲਿਓ। ਅੱਗੇ ਜੀ ਆ ਵੀ ਕੁਐਸਚਨ ਥੋੜਾ ਟੇਢਾ ਹੈਗਾ। ਕਹਿੰਦਾ ਡੈਸ਼ ਇਜ਼ ਏ ਪਪੂਲਰ ਡਾਟਾ ਸਟਰਕਚਰ। ਹੁਣ ਡਾਟਾ ਸਟਰਕਚਰ ਕੀ ਹੁੰਦਾ ਰਾਜੇ, ਕੰਪਿਊਟਰ ਦੇ ਵਿੱਚ ਜਿੰਨਾ ਵੀ ਡਾਟਾ ਹੈਗਾ ਨਾ ਕਿਸੇ ਨਾ ਕਿਸੇ ਸਟਰਕਚਰ ਦੇ ਵਿੱਚ ਫਿਲ ਹੁੰਦਾ ਹੈ। ਠੀਕ ਹੈ, ਮਤਲਬ ਕੋਈ ਸਟਰਕਚਰ ਦੀ ਫਾਰਮ ਦੇ ਵਿੱਚ। ਹੁਣ ਮੰਨ ਲਓ ਕੋਈ ਡਾਟਾ ਕੀ ਹੋਊਗਾ, ਇੰਟੀਜ਼ਰ ਹੋਊਗਾ, ਉਹਨੂੰ ਇੰਟ ਕਹਿ ਦਿੰਦੇ ਆ। ਕੋਈ ਡਾਟਾ ਪੁਆਇੰਟ ਦੇ ਵਿੱਚ ਹੋਊਗਾ, ਉਹਨੂੰ ਫਲੋਟ ਕਹਿ ਦਿੰਦੇ ਆ। ਕੋਈ ਡਾਟਾ ਕੀ ਹੋਊਗਾ, ਕਰੈਕਟਰ ਦੇ ਵਿੱਚ ਹੋਊਗਾ, ਉਹਨੂੰ ਕਰੈਕਟਰ ਕਹਿ ਦਿੰਦੇ ਆ। ਠੀਕ ਹੈ ਜੀ, ਡਬਲ ਕੋਈ ਡਾਟਾ ਲੰਬਾ ਹੁੰਦਾ ਉਹਨੂੰ ਡਬਲ ਕਹਿ ਦਿੰਦੇ ਆ। ਕਹਿਣ ਦਾ ਭਾਵ ਕਿ ਹਰੇਕ ਫਾਰਮੈਟ ਦੇ ਵਿੱਚ ਡਾਟਾ ਕੀ ਹੁੰਦਾ, ਸਟੋਰ ਹੁੰਦਾ, ਤਾਂ ਉਹਨੂੰ ਕਹਿ ਦਿੰਦੇ ਡਾਟਾ ਸਟਰਕਚਰ। ਤਾਂ ਡਾਟਾ ਸਟਰਕਚਰ ਵਾਸਤੇ ਇੱਕ ਉਹ ਹੁੰਦਾ ਜੀ ਐਲਗੋਰਿਥਮ, ਉਹਨੂੰ ਕਹਿ ਦਿੰਦੇ B+3। ਇਹਨੂੰ ਬਸ ਤੁਹਾਨੂੰ ਯਾਦ ਰੱਖਣਾ ਪੈਣਾ, ਜਿਵੇਂ ਆਪਾਂ ਜੀਕੇ ਯਾਦ ਕਰਦੇ ਐਵੇਂ ਯਾਦ ਕਰਨਾ ਪੈਣਾ। ਪਪੂਲਰ ਡਾਟਾ ਸਟਰਕਚਰ ਕਿਹੜਾ ਹੁੰਦਾ, ਜਿਹੜਾ ਇੰਪਲੀਮੈਂਟ ਕਰਦਾ ਫਾਈਲ ਸਿਸਟਮ ਨੂੰ, ਉਹਨੂੰ ਕਹਿੰਦੇ B+3। ਠੀਕ ਹੈ, ਇਹ ਸਾਰੇ ਕੀ ਹੁੰਦੇ ਨੇ, ਡਾਟਾ ਸਟਰਕਚਰ ਹੁੰਦੇ ਨੇ। ਬਾਕੀ ਆ ਕਿਊਜ਼ ਹੁੰਦਾ, ਸਰਕੂਲਰ ਕਿਊ ਹੁੰਦਾ, ਇਹ ਡਬਲ ਐਂਡਡ ਕਿਊ ਹੁੰਦਾ। ਬਾਕੀ ਡਿਟੇਲ 'ਚ ਜਾਣ ਦੀ ਜ਼ਰੂਰਤ ਨਹੀਂ ਹੈਗੀ। ਹੁਣ ਆ ਗਿਆ ਜੀ ਆ 2021 ਦੇ ਕੁਐਸਚਨ ਆ ਗਏ, ਥੋੜੇ ਜਿਹੇ ਕੀ ਹੋਣਗੇ, ਠੀਕ ਹੋਣਗੇ। ਇਹ ਲੈਵਲ ਆਊਗਾ ਤੁਹਾਡਾ, ਵੈਸੇ ਮੰਨ ਕੇ ਚੱਲਿਓ ਵੀ ਇਹ ਲੈਵਲ ਤੁਹਾਨੂੰ ਪੁੱਛਿਆ ਜਾਊਗਾ। ਠੀਕ ਹੈ ਜੀ, ਚਲੋ ਜੀ। ਹੁਣ ਆ ਜਿਹੜੀ ਹੈਗੀ ਆ ਨਾ ਵੈਰੀਫਿਕੇਸ਼ਨ, ਅਥੈਂਟੀਕੇਸ਼ਨ, ਨੋਨ ਰੈਪੂਟੇਸ਼ਨ, ਇੰਟੀਗ੍ਰਿਟੀ, ਮੈਂ ਤੁਹਾਨੂੰ ਵਾਰ-ਵਾਰ ਕਹਿ ਰਿਹਾ, ਇਹ ਦੇਖੋ 2018 'ਚ ਵੀ ਪੁੱਛੀ ਗਈ, 15 'ਚ ਵੀ ਪੁੱਛੀ ਗਈ, 21 'ਚ ਵੀ ਬਹੁਤ ਵਾਰ ਪੁੱਛੀ ਗਈ। ਇਹ ਵੀਡੀਓ ਜ਼ਰੂਰ ਦੇਖ ਕੇ ਜਾਇਓ, ਮੈਂ ਕਰਵਾਇਆ ਹੋਇਆ ਸਾਰਾ ਕੁਝ, ਤਾਂ ਮੈਂ ਵਾਰ-ਵਾਰ ਬੋਲ ਰਿਹਾ। ਹੁਣ ਕੁਐਸਚਨ ਸਟਾਰਟ ਕਰਦੇ ਹਾਂ ਜੀ। ਕਹਿੰਦਾ ਵਿਦ ਰਿਸਪੈਕਟ ਟੂ ਦਾ ਡਿਜੀਟਲ ਸਿਗਨੇਚਰ। ਦੇਖੋ ਡਿਜੀਟਲ ਸਿਗਨੇਚਰ ਤੋਂ ਫਿਰ ਕੁਐਸਚਨ ਆ ਗਿਆ, ਵਿਚ ਆਫ ਦਾ ਫੋਲੋਇੰਗ ਇਨਸ਼ੋਰ that once the message is signed any change in the message would be invalidate। ਕਹਿਣ ਦਾ ਭਾਵ ਕੀ ਕਹਿ ਰਿਹਾ ਕਿ ਮੰਨ ਲਓ ਆ ਡਾਕੂਮੈਂਟ ਸੀਗਾ, ਇਹ ਡਾਕੂਮੈਂਟ ਤੇ ਮੈਂ ਸਾਈਨ ਕਰਤੇ, ਇਹ ਡਾਕੂਮੈਂਟ ਮੈਂ ਮੇਲ ਦੇ ਥਰੂ ਜਾਂ ਕਿਵੇਂ ਵੀ ਥਰੂ ਇੱਥੇ ਸੈਂਡਰ ਟੂ ਰਿਸੀਵਰ ਕੋਲੇ ਪਹੁੰਚਾਇਆ, ਤਾਂ ਰਸਤੇ ਦੇ ਵਿੱਚ ਮੰਨ ਲਓ ਹੈਕ ਹੋ ਗਿਆ, ਇਹਨੂੰ ਅਲਟਰ ਕਰਤਾ, ਚੇਂਜ ਕਰਤਾ, ਤਾਂ ਕਹਿੰਦਾ ਵੀ ਇਹਨੂੰ ਇਨਵੈਲਿਡ ਮੰਨਿਆ ਜਾਊਗਾ, ਇਨਵੈਲਿਡ ਮੰਨਿਆ ਜਾਊਗਾ। ਇਹ ਕੌਣ ਕਹਿੰਦਾ, ਇਹ ਇੰਟੀਗ੍ਰਿਟੀ ਕਹਿੰਦੀ ਹੈ, ਕਿਉਂਕਿ ਇੰਟੀਗ੍ਰਿਟੀ ਕੀ ਕਹਿੰਦੀ ਹੈ ਕਿ ਇੱਕ ਵਾਰੀ ਤੁਸੀਂ ਸਾਈਨ ਕਰਤੇ, ਉਸ ਤੋਂ ਬਾਅਦ ਤੁਸੀਂ ਡਾਕੂਮੈਂਟ ਨੂੰ ਚੇਂਜ ਨਹੀਂ ਕਰ ਸਕਦੇ, ਮੋਡੀਫਿਕੇਸ਼ਨ ਨਹੀਂ ਕਰ ਸਕਦੇ। ਠੀਕ ਹੈ ਜੀ, ਇਹ ਡਿਜੀਟਲ ਸਿਗਨੇਚਰ ਦੀਆਂ ਪੰਜ ਪਿੱਲਰ ਨੇ, ਪੰਜੇ ਪਿੱਲਰ ਤੁਹਾਨੂੰ ਮੈਂ ਦੱਸਿਆ ਵੀ ਕਰਨੇ ਆ ਤੁਸੀਂ। ਠੀਕ ਹੈ ਜੀ, ਇੰਟੀਗ੍ਰਿਟੀ ਇਹਦਾ ਆਨਸਰ ਆਊਗਾ। ਅੱਗੇ ਚੱਲਦੇ ਹਾਂ, ਦੇਖੋ ਜੀ ਡਿਜੀਟਲ ਸਿਗਨੇਚਰ ਤੋਂ ਫਿਰ ਕੁਐਸਚਨ ਆਇਆ ਹੋਇਆ। ਕਹਿੰਦਾ ਵਿਚ ਆਫ ਦਾ ਫੋਲੋਇੰਗ ਰੈਫਰ ਟੂ ਦਾ ਡਿਜੀਟਲ ਸਿਗਨੇਚਰ ਵਿਦ ਰੈਫਰੈਂਸ ਟੂ ਦਾ ਇੰਡੀਅਨ IT ਐਕਟ। ਇੰਡੀਅਨ IT ਐਕਟ ਕਿਹੜਾ ਹੈਗਾ ਜੀ, 2000, ਤੇ ਇੱਕ ਹੈਗਾ ਜੀ ਇੰਡੀਅਨ ਅਮੈਂਡਮੈਂਟ IT ਐਕਟ ਹੈਗਾ 2008। ਠੀਕ ਹੈ, ਹੁਣ ਸਾਰਾ ਕੁਝ ਤੁਸੀਂ
एग्जाम ਦੇ ਵਿੱਚ ਸਾਰੀਆਂ ਆਪਸ਼ਨਾਂ ਪੜ੍ਹਨੀਆਂ। ਜਦੋਂ ਨੋਟ ਵਾਲਾ ਪੁੱਛਿਆ ਜਾਂਦਾ ਤਾਂ ਸਾਰੀਆਂ ਆਪਸ਼ਨਾਂ ਪੜ੍ਹਨੀਆਂ। ਨੋਟ ਵਾਲਾ ਜਾਂ ਵੈਸੇ ਕੋਈ ਵੀ ਪੁੱਛੇ, ਵੈਲਿਡ ਪੁੱਛੇ, ਇਨਵੈਲਿਡ ਪੁੱਛੇ, ਤਾਂ ਜਿਹੜੀ ਲਾਸਟ ਵਾਲੀ ਹੈਗੀ ਆ ਜੀ, ਇਹ ਡਿਸਟੈਂਸ ਨੇਚਰ ਦੇ ਅਕੋਰਡਿੰਗ ਆ ਸਟੇਟਮੈਂਟ। ਕਹਿੰਦਾ ਅਥੈਂਟੀਕੇਸ਼ਨ ਆਫ ਐਨੀ ਇਲੈਕਟ੍ਰੋਨਿਕ ਰਿਕਾਰਡ by a subscriber by means of electronic method or a procedure in accordance with the provision of the authentication of electronic record। ਤਾਂ ਤੁਹਾਨੂੰ ਕੁਝ ਵੀ ਸਮਝ ਨਹੀਂ ਆਇਆ ਹੋਊਗਾ, ਪੰਜਾਬੀ 'ਚ ਦੱਸਦਾ। ਡਿਜੀਟਲ ਨੇਚਰ ਕਹਿੰਦਾ, ਡਿਜੀਟਲ ਨੇਚਰ ਦਾ ਮਤਲਬ ਕੀ ਹੈ ਆਈਟੀ ਐਕਟ ਦੇ ਹਿਸਾਬ ਦੇ ਨਾਲ। ਕਹਿੰਦਾ ਮੰਨ ਲਓ ਕੋਈ ਵੀ ਇਲੈਕਟ੍ਰੋਨਿਕ ਰਿਕਾਰਡ ਹੈ। ਇਲੈਕਟ੍ਰੋਨਿਕ ਰਿਕਾਰਡ ਕੀ ਹੁੰਦਾ ਵੀ ਆਨਲਾਈਨ ਕੋਈ ਆਪਾਂ ਫੋਟੋ, ਕੋਈ ਡਾਕੂਮੈਂਟ, ਕੁਝ ਵੀ ਹੈ, ਉਹ ਇੱਕ ਇਲੈਕਟ੍ਰੋਨਿਕ ਰਿਕਾਰਡ ਮੰਨਿਆ ਜਾਂਦਾ ਹੈ। ਕਹਿੰਦਾ ਮੰਨ ਲਓ ਉਹ ਮੈਥਡ ਜਾਂ ਪ੍ਰੋਸੀਜਰ ਆਪਾਂ ਭੇਜਦੇ ਆ, ਉਹ ਅਥੈਂਟੀਕੇਟ ਹੋਣਾ ਚਾਹੀਦਾ ਹੈ। ਅਥੈਂਟੀਕੇਟ ਮਤਲਬ ਬਿਲਕੁਲ ਜੈਨੂਅਨ ਹੋਣਾ ਚਾਹੀਦਾ ਹੈ। ਤਾਂ ਇਸ ਚੀਜ਼ ਨੂੰ, ਜੈਨੂਅਨ ਇਲੈਕਟ੍ਰੋਨਿਕ ਰਿਕਾਰਡ ਨੂੰ ਆਪਾਂ ਤਾਂ ਮੰਨਦੇ ਆ ਜਿਹਦੇ ਉੱਪਰ ਕੀ ਹੋਣਗੇ, ਡਿਜੀਟਲ ਸਿਗਨੇਚਰ ਹੋਣਗੇ ਮੇਰੇ। ਠੀਕ ਹੈ, ਸਿਗਨੇਚਰ ਆਪਾਂ ਕਿਉਂ ਕਰਦੇ ਆ, ਆਪਾਂ ਕਹਿ ਦਿੰਦੇ ਆ ਜੀ ਆਹ ਡਾਕੂਮੈਂਟ ਆ ਮੇਰੇ ਸਿਗਨੇਚਰ ਹੈ, ਕਹਿਣ ਦਾ ਭਾਵ ਕਿ ਇਹ ਡਾਕੂਮੈਂਟ ਮੇਰਾ ਹੈ। ਤਾਂ ਉਹ ਇਨਸ਼ੋਰ ਕਰਨ ਵਾਸਤੇ ਆਪਾਂ ਡਿਜੀਟਲ ਸਿਗਨੇਚਰ ਯੂਜ਼ ਕਰਦੇ ਆ ਇਲੈਕਟ੍ਰੋਨਿਕ ਰਿਕਾਰਡ ਨੂੰ ਇਨਸ਼ੋਰ ਕਰਨ ਵਾਸਤੇ। ਤਾਂ ਕਰਕੇ ਆਨਸਰ ਕੀ ਆਇਆ, 4th ਹੈ। ਅੱਗੇ ਫਿਰ ਜੀ ਕਹਿੰਦਾ ਵਿਚ ਆਫ ਦਾ ਫੋਲੋਇੰਗ ਇਜ਼ ਨਾਟ ਐਨ ਆਬਜੈਕਟਿਵ ਆਫ ਈ ਗਵਰਨੈਂਸ। ਈ ਕਮਰਸ ਹੁੰਦਾ ਜੀ, ਆਪਾਂ ਆਨਲਾਈਨ ਕੋਈ ਵੀ ਬਿਜ਼ਨਸ ਕਰਦੇ ਉਹਨੂੰ ਈ ਕਮਰਸ ਕਹਿ ਦਿੰਦੇ ਆ। ਈ ਗਵਰਨੈਂਸ ਹੁੰਦਾ ਵੀ ਗਵਰਨਮੈਂਟ ਜੋ ਵੀ ਕੰਮ ਕਰਦੀ ਆ ਆਨਲਾਈਨ, ਉਹਨੂੰ ਕਹਿ ਦਿੰਦੇ ਆ ਈ ਗਵਰਨੈਂਸ। ਹਨਾ, ਹੁਣ ਮੰਨ ਲਓ ਆਨਲਾਈਨ ਪ੍ਰੋਜੈਕਟ ਚੱਲਦੇ ਆ ਗਵਰਨਮੈਂਟ ਦੇ, ਆਨਲਾਈਨ ਟਿਕਟ ਬੁਕਿੰਗ ਹੁੰਦੀ ਹੈ ਕੋਈ ਰੇਲਵੇ ਦੀ ਜਾਂ ਕੁਝ ਵੀ, ਉਹ ਸਾਰਾ ਈ ਗਵਰਨੈਂਸ ਹੁੰਦਾ ਹੈ। ਕਹਿੰਦਾ ਹੇਠ ਲਿਖਿਆਂ ਵਿੱਚੋਂ ਕਿਹੜਾ ਆਬਜੈਕਟਿਵ ਨਹੀਂ ਹੈਗਾਗਾ। ਕਹਿੰਦਾ ਟੂ ਪ੍ਰਮੋਟ ਦਾ ਸਿਟੀਜ਼ਨ ਪਾਰਟਿਸਿਪੇਸ਼ਨ ਇਨ ਗਵਰਨਮੈਂਟ। ਤਾਂ ਆਨਲਾਈਨ ਜਦੋਂ ਕਰਾਂਗੇ ਆਪਾਂ ਤਾਂ ਵੱਧ ਤੋਂ ਵੱਧ ਬੰਦੇ ਪਾਰਟਿਸਿਪੇਟ ਕਰਨਗੇ, ਤੇ ਇਹ ਤਾਂ ਬਿਲਕੁਲ ਠੀਕ ਹੈ। ਕਹਿੰਦਾ ਟੂ ਇਨਕਰੀਜ਼ ਦਾ ਇੰਟਰਪਲੇ ਬਿਟਵੀਨ ਗਵਰਨਮੈਂਟ ਐਂਡ ਸਿਟੀਜ਼ਨ। ਤਾਂ ਗਵਰਨਮੈਂਟ ਤੇ ਸਿਟੀਜ਼ਨ ਦੇ ਵਿਚਕਾਰ ਸੰਬੰਧ ਕਾਇਮ ਕਰਨ ਵਾਸਤੇ ਵੀ ਹੁੰਦਾ ਹੈ ਆਨਲਾਈਨ ਸਿਸਟਮ। ਠੀਕ ਹੈ ਜੀ। ਕਹਿੰਦਾ ਟੂ ਰਿਡਿਊਸ ਦਾ ਕਾਸਟ ਆਫ ਸਰਵਿਸਿਜ਼। ਤਾਂ ਮੰਨ ਲਓ ਕਿ ਆਪਾਂ ਹੁਣ ਇੱਕ ਸ਼ੋਰੂਮ ਲਵਾਂਗੇ, ਉਸ ਤੋਂ ਬਾਅਦ ਬੰਦੇ ਬਿਠਾਵਾਂਗੇ ਉੱਥੇ ਇਨਕੁਆਇਰੀ ਵਾਸਤੇ, ਉਸ ਤੋਂ ਚੰਗਾ ਕਿ ਆਪਾਂ ਆਨਲਾਈਨ ਕੋਈ ਵੈਬਸਾਈਟ ਲਾਂਚ ਕਰ ਦਈਏ। ਤਾਂ ਕਹਿਣ ਦਾ ਭਾਵ ਕਹਿੰਦਾ ਟੂ ਇਨਕਰੀਜ਼ ਦਾ ਸੈਲਿੰਗ ਆਫ ਕੰਪਿਊਟਰ। ਇਹ ਇਹਦਾ ਮਕਸਦ ਨਹੀਂ ਹੈਗਾ ਗਵਰਨਮੈਂਟ ਦਾ। ਤਾਂ ਇਹ ਰਾਈਟ ਆਨਸਰ ਆ ਜਾਊਗਾ। ਉਹਨੇ ਇਹੀ ਪੁੱਛਿਆ ਸੀ ਕਿ ਵਿਚ ਇਜ਼ ਨਾਟ ਆਬਜੈਕਟਿਵ ਆਫ ਦਾ ਈ ਗਵਰਨੈਂਸ। ਤਾਂ ਕੰਪਿਊਟਰ ਸੇਲ ਕਰਨਾ ਆਪਣੀ ਗਵਰਨਮੈਂਟ ਦਾ ਆਬਜੈਕਟਿਵ ਨਹੀਂ ਹੈਗਾ। ਤਾਂ ਨੋਟ ਪੁੱਛਿਆ ਸੀ ਤਾਂ ਬੀ ਆਨਸਰ ਆ ਜਾਊਗਾ। ਅੱਗੇ ਕਰਦੇ ਆ ਜੀ, ਬਹੁਤ ਸੌਖਾ ਕੁਐਸਚਨ ਹੈ। ਕਹਿੰਦਾ ਵਿਚ ਆਫ ਦਾ ਫੋਲੋਇੰਗ ਇਜ਼ ਨਾਟ ਏ ਆਪਟੀਕਲ ਸਟੋਰੇਜ। ਕੰਪਿਊਟਰ ਦੇ ਵਿੱਚ ਦੋ ਤਰ੍ਹਾਂ ਦੀ ਸਟੋਰੇਜ ਤਿੰਨ ਤਰ੍ਹਾਂ ਦੀ ਹੁੰਦੀ ਵੈਸੇ। ਆਪਟੀਕਲ ਹੁੰਦੀ ਹੈ ਜੀ, ਇੱਕ ਹੁੰਦੀ ਹੈ ਜੀ ਮੈਗਨੈਟਿਕ, ਇੱਕ ਹੁੰਦੀ ਹੈ ਜੀ ਫਲੈਸ਼ ਮੈਮਰੀ। ਫਲੈਸ਼ ਅੱਜ ਕੱਲ੍ਹ ਫਲੈਸ਼ ਹੀ ਚੱਲਦੀ, ਜਿਵੇਂ USB ਹੋ ਗਿਆ। ਠੀਕ ਹੈ ਜੀ, ਤੁਹਾਡੀ ਆਪਣੀ ਨਵੀਂ ਹਾਰਡ ਡਿਸਕ ਆਈ ਹੈ ਜਿਹੜੀ। ਠੀਕ ਹੈ, ਤਾਂ ਆਪਟੀਕਲ ਹੁੰਦੀ ਜਿਹਦੇ ਵਿੱਚ ਲੇਜ਼ਰ ਬੀਮ ਯੂਜ਼ ਹੁੰਦੀ ਹੈ, ਜਿਹਦੇ ਵਿੱਚ ਲੇਜ਼ਰ ਬੀਮ ਯੂਜ਼ ਹੁੰਦੀ ਹੈ, ਉਹ ਆਪਟੀਕਲ ਹੁੰਦੀ। ਜਿਵੇਂ CD, ਇਹ ਵੀ ਆਪਟੀਕਲ ਹੁੰਦੀ ਹੈ। DVD, ਬਲੂ ਰੇ ਡਿਸਕ ਕੀ ਹੈ, DVD ਦੀ ਲੇਟੈਸਟ ਵਰਜ਼ਨ ਹੈ। ਇਹ ਸਾਰੇ ਆਪਟੀਕਲ ਨੇ। ਇਹਨਾਂ ਵਿੱਚ ਆਪਟੀਕਲ ਕਿਹੜਾ ਨਹੀਂ ਹੈਗਾ USB, ਕਿਉਂਕਿ USB ਕੀ ਹੈ, ਇੱਕ ਫਲੈਸ਼ ਡਰਾਈਵ ਹੈ। ਕੀ ਹੈ ਜੀ, ਫਲੈਸ਼ ਡਰਾਈਵ ਹੈ। ਤਾਂ ਰਾਈਟ ਆਨਸਰ ਕੀ ਬਣ ਗਿਆ, D ਬਣ ਗਿਆ। ਅੱਗੇ ਗੱਲ ਕਰਦੇ ਆ ਜੀ, ਕਹਿੰਦਾ ਜੀ ਵਿਚ ਆਫ ਦਾ ਫੋਲੋਇੰਗ ਕਰੈਕਟਲੀ ਡਿਸਕ੍ਰਾਈਬ ਦਾ ਵਰਸਟੇਲਿਟੀ। ਆ ਸਾਰਾ ਮੈਂ ਕਰਵਾਇਆ ਹੋਇਆ। ਕੰਪਿਊਟਰ ਦੇ ਕਰੈਕਟਰਿਸਟਿਕ ਹੁੰਦੇ ਆ, ਡੈਲੀਗੈਂਸ, ਵਰਸਟੇਲਿਟੀ, ਇਹ ਸਾਰਾ ਟਾਈਡਨੈਸ, ਇਹ ਸਾਰੇ ਮੈਂ ਕਰਵਾਏ ਹੋਏ ਆ। ਇਹਦੀ ਵੀ ਮੈਂ ਤੁਹਾਨੂੰ ਲਿੰਕ ਭੇਜ ਦੂੰਗਾ। ਕਹਿਣ ਦਾ ਭਾਵ, ਤਾਂ ਇਹਦੇ ਵਿੱਚ ਕਹਿੰਦਾ ਵਰਸਟੇਲਿਟੀ ਦਾ ਮਤਲਬ ਕੀ ਹੁੰਦਾ ਜੀ। ਵਰਸਟੇਲਿਟੀ ਦਾ ਮਤਲਬ ਹੁੰਦਾ ਕਹਿੰਦਾ ਏਬਲ ਟੂ ਪਰਫਾਰਮ ਟੋਟਲੀ ਡਿਫਰੈਂਟ ਟਾਸਕ। ਕਹਿਣ ਦਾ ਭਾਵ ਕਿ ਕੰਪਿਊਟਰ ਨੂੰ ਮੈਂ ਇੱਕ ਕੰਮ ਦੇਤਾ 2+4 ਕਰਦੇ। ਜੇ ਮੈਂ ਕੰਪਿਊਟਰ ਨੂੰ ਇੱਕ ਕੰਮ ਦਿੱਤਾ 1,50,257 ਪਲੱਸ 2,34,555 ਨੂੰ ਪਲੱਸ ਕਰਦੇ, ਕੰਪਿਊਟਰ ਵਾਸਤੇ ਇਹ ਵੀ ਕੰਮ ਉਨਾ ਹੀ ਸੌਖਾ ਹੈ, ਇਹ ਵੀ ਕੰਮ ਉਨਾ ਹੀ ਸੌਖਾ ਹੈ। ਕਹਿਣ ਦਾ ਭਾਵ ਇਹ ਵੀ ਉਨੀ ਐਕੂਰੇਸੀ ਨਾਲ ਕਰੂਗਾ, ਇਹ ਵੀ ਉਨੀ ਐਕੂਰੇਸੀ ਨਾਲ ਕਰੂਗਾ। ਤਾਂ ਇਹਨੂੰ ਕਹਿ ਦਿੰਦੇ ਆ ਜੀ ਵਰਸਟੇਲਿਟੀ, ਏਬਲ ਟੂ ਪਰਫਾਰਮ ਟੋਟਲੀ ਡਿਫਰੈਂਟ ਟਾਸਕ। ਸੌਖਾ ਕੰਮ ਵੀ ਕਰ ਸਕਦਾ ਉਹ, ਔਖਾ ਕੰਮ ਵੀ ਕਰ ਸਕਦਾ। ਤਾਂ ਇਹਨੂੰ ਕਹਿ ਦਿੰਦੇ ਆ ਜੀ ਵਰਸਟੇਲਿਟੀ। ਅੱਗੇ ਗੱਲ ਕਰਦੇ ਆ ਜੀ, ਕਹਿੰਦਾ ਵਿਚ ਆਫ ਦਾ ਫੋਲੋਇੰਗ ਸ਼ਾਰਟਕਟ ਇਜ਼ ਯੂਜ਼ ਟੂ ਸਿਲੈਕਟ ਏ ਸੈਂਟੈਂਸ ਇਨ ਦਾ ਪੈਰਾਗ੍ਰਾਫ ਇਨ MS Word 2013। ਤਾਂ ਇੱਕ ਗੱਲ ਯਾਦ ਰੱਖਿਓ, 2007 ਤੋਂ ਲੈ ਕੇ 19 ਤੱਕ ਜਿੰਨੇ ਵੀ ਵਰਜ਼ਨ ਆਏ, ਚਾਹੇ ਉਹ 13 ਹੈ, ਚਾਹੇ ਉਹ 19 ਹੈ, ਚਾਹੇ ਉਹ 16, ਲਗਭਗ ਸਭ ਦੀਆਂ ਕੀ ਨੇ, ਕਮਾਂਡਸ ਸੇਮ ਨੇ, ਇੱਕ ਅੱਧੀ ਛੱਡ ਕੇ। ਤਾਂ ਉੱਥੇ ਘਬਰਾਉਣਾ ਨਹੀਂ, ਉੱਥੇ ਕੀ Word 2013 ਲਿਖਿਆ ਕਿ 7 ਲਿਖਿਆ ਕਿ 19 ਲਿਖਿਆ। ਤਾਂ ਕਹਿੰਦਾ ਸ਼ਾਰਟਕਟ ਇਜ਼ ਯੂਜ਼ ਟੂ ਸਿਲੈਕਟ ਏ ਸੈਂਟੈਂਸ। ਸੈਂਟੈਂਸ ਨੂੰ ਸਿਲੈਕਟ ਕਰਨਾ ਤਾਂ ਬੇਟੇ ਕੰਟਰੋਲ ਨੱਪ ਕੇ ਕਲਿੱਕ ਕਰ ਦਿਓ ਸੈਂਟੈਂਸ ਦੇ ਉੱਪਰ, ਤਾਂ ਸੈਂਟੈਂਸ ਸਿਲੈਕਟ ਹੋ ਜਾਊਗਾ। ਸੈਂਟੈਂਸ ਸਮਝਦੇ ਹੋ ਕਿ ਮੰਨ ਲਓ ਜਿਵੇਂ ਮੈਂ ਕੁਝ ਲਿਖਤਾ ਇੱਥੇ ਹੈਲੋ, ਇਹ ਪੂਰਾ ਕੀ ਹੈ, ਇੱਕ ਵਰਡ ਸੈਂਟੈਂਸ ਹੈ। ਠੀਕ ਹੈ, ਤੇ ਇਹ ਸਾਰੇ ਨੂੰ ਮੈਂ ਕੀ ਕਰ ਲੂੰਗਾ, ਸਿਲੈਕਟ ਕਰ ਲੂੰਗਾ। ਅੱਗੇ ਆ ਗਿਆ ਜੀ, ਕਹਿੰਦਾ ਜੀ ਵਿਚ ਆਫ ਦਾ ਫੋਲੋਇੰਗ ਟੈਲੀਫੋਨ ਕੰਪਨੀ ਪ੍ਰੋਡਿਊਸ ਏ ਫਸਟ ਹੈਂਡ ਹੈਲਡ ਮੋਬਾਈਲ ਫੋਨ। ਤਾਂ ਮੋਬਾਈਲ ਫੋਨ ਤੇ ਵੀ ਮੈਂ ਕਰਵਾਇਆ ਹੋਇਆ ਕਿ ਫਸਟ SMS ਕਿਹਨੇ ਭੇਜਿਆ। MMS ਦਾ ਮਤਲਬ ਕੀ ਹੁੰਦਾ ਹੈ, ਕਿੰਨੀਆਂ ਜਨਰੇਸ਼ਨ ਆਈਆਂ, ਕਿਹਦੇ ਵਿੱਚ ਐਨਾਲੌਗ ਸਿਗਨਲ ਯੂਜ਼ ਹੋਇਆ, ਡਿਜੀਟਲ ਹੋਇਆ, ਐਟਸੈਟਰਾ ਐਟਸੈਟਰਾ। ਇਹ ਸਾਰਾ ਥਿਓਰੈਟੀਕਲ ਚ ਕਰਾਇਆ। ਤਾਂ ਪਹਿਲੀ ਕੰਪਨੀ ਸੀਗੀ ਭਾਈ ਮੋਟੋਰੋਲਾ। ਮੋਟੋਰੋਲਾ ਨੇ ਕੀ ਕੀਤਾ ਸੀਗਾ, 1973 ਦੇ ਵਿੱਚ ਪਹਿਲਾ ਹੈਂਡ ਹੈਲਡ ਡਿਵਾਈਸ ਬਣਾਇਆ ਸੀ। ਕਿਹਨੇ ਬਣਾਇਆ ਸੀਗਾ, ਡਾਕਟਰ ਮਾਰਟਿਨ ਕੂਪਰ। ਇਹ ਵੀ ਪੁੱਛਿਆ ਜਾਂਦਾ ਹੈ ਕਿ ਕਿਹੜੇ ਬੰਦੇ ਨੇ ਸਭ ਤੋਂ ਪਹਿਲਾਂ ਮੋਬਾਈਲ ਬਣਾਇਆ ਸੀ। ਡਾਕਟਰ ਮਾਰਟਿਨ ਕੂਪਰ ਨੇ ਬਣਾਇਆ ਸੀਗਾ। ਠੀਕ ਹੈ ਜੀ।
ਤੇ ਜੇ ਕੰਪਨੀ ਮਤਲਬ ਪੁੱਛੀ ਜਾਵੇ ਤਾਂ ਮਟਰੋਲਾ ਨੇ ਬਣਾਇਆ ਸੀਗਾ, ਡਾਕਟਰ ਮਾਰਟਿਨ ਕੂਪਰ 1973 ਦੇ ਵਿੱਚ ਬਣਾਇਆ ਸੀ। ਯਾਦ ਰੱਖ ਲਿਓ, ਠੀਕ ਹੈ, ਬਹੁਤ ਵਾਰ ਪੁੱਛਿਆ ਜਾਂਦਾ ਹੈ। ਅੱਗੇ ਕਹਿੰਦਾ ਜੀ ਵਿਚ ਆਫ ਦਾ ਫੋਲੋਇੰਗ ਇਜ਼ ਏ ਸਪੈਸ਼ਲ ਪਰਪਸ ਐਪਲੀਕੇਸ਼ਨ ਸੌਫਟਵੇਅਰ। ਦੋ ਤਰ੍ਹਾਂ ਦੇ ਸੌਫਟਵੇਅਰ ਹੁੰਦੇ ਆ ਭਾਈ, ਇੱਕ ਹੁੰਦਾ ਸਿਸਟਮ ਸੌਫਟਵੇਅਰ ਜਿਵੇਂ ਆਪਰੇਟਿੰਗ ਸਿਸਟਮ ਹੁੰਦਾ ਜਿਹੜਾ ਸਿਸਟਮ ਨੂੰ ਚਲਾਉਣ ਦੇ ਕੰਮ ਆਉਂਦਾ, ਇੱਕ ਹੁੰਦਾ ਜੀ ਐਪਲੀਕੇਸ਼ਨ ਸੌਫਟਵੇਅਰ ਜਿਹਨੂੰ ਤੁਸੀਂ ਕਹਿ ਦਿੰਦੇ ਆ ਐਪ ਸ਼ਾਰਟ ਫਾਰਮ ਇਹਦਾ ਹੀ ਹੈ ਐਪਲੀਕੇਸ਼ਨ ਸੌਫਟਵੇਅਰ ਦਾ। ਜਿਵੇਂ WhatsApp ਹੈ, ਕੋਈ ਬੰਦਾ ਗੇਮ ਖੇਡਦਾ ਉਹਦੇ ਵਾਸਤੇ ਗੇਮ ਹੈ, ਉਹ ਵੀ ਐਪਲੀਕੇਸ਼ਨ ਸੌਫਟਵੇਅਰ ਹੈ, ਕੋਈ ਫੋਟੋ ਐਡੀਟਿੰਗ ਕਰਦਾ ਉਹਦੇ ਵਾਸਤੇ ਫੋਟੋਸ਼ਾਪ ਹੈ। ਤਾਂ ਇਹਨਾਂ ਕਹਿੰਦਾ ਇਹਨਾਂ ਵਿੱਚੋਂ ਕਿਹੜਾ ਐਪਲੀਕੇਸ਼ਨ ਸੌਫਟਵੇਅਰ ਹੈ। DBMS ਕੀ ਹੈ ਰਾਜੇ, ਇੱਕ ਸਿਸਟਮ ਸੌਫਟਵੇਅਰ ਹੈ, ਵਿੰਡੋ ਵੀ ਇੱਕ ਸਿਸਟਮ ਸੌਫਟਵੇਅਰ ਹੈ, ਲਾਈਨਕਸ ਵੀ ਇੱਕ ਸਿਸਟਮ ਸੌਫਟਵੇਅਰ ਹੈ। ਲੇਕਿਨ ਜਿਹੜਾ ਪੇਰੋਲ ਸਿਸਟਮ ਹੈ, ਪੇਰੋਲ ਦਾ ਮਤਲਬ ਕੀ, ਜਿਵੇਂ ਟੈਲੀ ਹੋ ਗਿਆ ਜਾਂ ਅਕਾਊਂਟ ਦਾ ਕੋਈ ਕੰਮ ਕਰਨ ਵਾਸਤੇ ਕੋਈ ਸੌਫਟਵੇਅਰ ਹੈ, ਇਹ ਸਾਰੇ ਕੀ ਜਿਹੜਾ ਪੇਰੋਲ ਸਿਸਟਮ ਹੈ ਇੱਕ ਤਰ੍ਹਾਂ ਦਾ ਕੀ ਹੈ, ਐਪ ਹੈ, ਜਿਹਨੂੰ ਆਪਾਂ ਕਹਿੰਦੇ ਨੇ ਐਪਲੀਕੇਸ਼ਨ ਸੌਫਟਵੇਅਰ। ਅੱਗੇ ਗੱਲ ਕਰਦੇ ਹਾਂ ਜੀ, ਕਹਿੰਦਾ ਵਿਚ ਆਫ ਦਾ ਫੋਲੋਇੰਗ ਇਨਪੁਟ ਡਿਵਾਈਸ ਅਲਾਓ ਕੰਪਿਊਟਰ ਯੂਜ਼ਰ ਟੂ ਇਨਪੁਟ ਆਡੀਓ ਇਨ देयर ਕੰਪਿਊਟਰ। ਤਾਂ ਦੇਖੋ ਜੀ ਹੁਣ ਕੰਪਿਊਟਰ ਦੇ ਵਿੱਚ ਆਡੀਓ ਪਾਉਣੀ ਆ ਤਾਂ ਇੱਕ ਮਾਈਕ ਹੁਣ ਤੁਹਾਡੇ ਕੋਲ ਹੋਣਾ ਚਾਹੀਦਾ ਜਿਹਨੂੰ ਕਹਿੰਦੇ ਆ ਮਾਈਕ੍ਰੋਫੋਨ। ਤਾਂ ਤੁਸੀਂ ਮੋਬਾਈਲ ਦੇ ਵਿੱਚ ਗੱਲ ਕਰਦੇ ਆ, ਤੁਹਾਡੇ ਹੈੱਡਫੋਨ ਹੁੰਦੇ ਆ, ਹੈੱਡਫੋਨ ਦੇ ਵਿੱਚ ਇੱਥੇ ਅੱਗੇ ਜਾ ਕੇ ਇੱਕ ਛੋਟਾ ਜਿਹਾ ਮਾਈਕ੍ਰੋਫੋਨ ਲੱਗਾ ਹੁੰਦਾ। ਤਾਂ ਆਪਾਂ ਜੇ ਗੱਲ ਕਰਨੀ ਆ ਫੋਨ ਦੇ, ਆਹ ਫੋਨ ਦੇ ਨਾਲ ਅਟੈਚ ਹੈ ਤੇ ਇੱਥੇ ਇੱਕ ਮਾਈਕ੍ਰੋਫੋਨ ਲੱਗਾ ਹੁੰਦਾ। ਤਾਂ ਮਾਈਕ੍ਰੋਫੋਨ ਦਾ ਹੋਣਾ ਜ਼ਰੂਰੀ ਆ ਜੇ ਆਪਾਂ ਇਨਪੁਟ ਕਰਨੀ ਆਪਣੀ ਆਵਾਜ਼ ਕੰਪਿਊਟਰ ਦੇ ਵਿੱਚ। ਅੱਛਾ ਜੀ, ਸਪੀਕਰ ਕਦੋਂ ਯੂਜ਼ ਕਰਦੇ ਆ, ਜਦੋਂ ਆਊਟਪੁੱਟ ਕਰਨੀ ਹੋਵੇ। ਮਾਈਕ੍ਰੋਫੋਨ ਇਨਪੁਟ ਲੈਂਦਾ ਹੈ, ਸਪੀਕਰ ਕੀ ਲੈਂਦੇ ਨੇ, ਆਊਟਪੁੱਟ ਲੈਂਦੇ ਨੇ। ਸਪੀਕਰ ਸਮਝ ਗਏ ਨਾ, ਜਿਵੇਂ ਗੁਰਦੁਆਰਾ ਸਾਹਿਬ ਦੇ ਵਿੱਚ ਸਪੀਕਰ ਲੱਗਾ ਹੁੰਦਾ, ਉਹ ਆਊਟਪੁੱਟ ਜਨਰੇਟ ਕਰਦਾ। ਅੱਗੇ ਗੱਲ ਕਰਦੇ ਆ ਜੀ ਕਿਓਸਕ। ਕਿਓਸਕ ਤੁਸੀਂ ਏਟੀਐਮ ਦੇਖੇ ਹੋਣਗੇ, ਏਟੀਐਮ ਦੇਖ ਲਓ ਜਾਂ ਤੁਸੀਂ ਰੇਲਵੇ ਦੇ ਵਿੱਚ ਜਾਓਗੇ, ਤੁਹਾਨੂੰ ਉੱਥੇ ਰੇਲਵੇ ਦੀ ਇਨਫੋਰਮੇਸ਼ਨ ਮਿਲ ਜਾਂਦੀ ਹੈ ਕਿਹੜੀ ਟ੍ਰੇਨ ਕਿੰਨੀ ਲੇਟ ਹੈ, ਉਹਨੂੰ ਕਹਿ ਦਿੰਦੇ ਆ ਕਿਓਸਕ। ਕਿਓਸਕ ਉਹਨਾਂ ਮਸ਼ੀਨਾਂ ਵਾਸਤੇ ਵਰਤਿਆ ਜਾਂਦਾ ਜਿਹੜੇ ਆਟੋਮੈਟਿਕਲੀ ਕੰਮ ਕਰਦੀਆਂ ਨੇ। ਹੁਣ ਜਿਵੇਂ ਏਟੀਐਮ ਹੈ, ਏਟੀਐਮ ਦੇ ਵਿੱਚ ਜਾ ਕੇ ਆਪਾਂ ਆਪਣਾ ਕਾਰਡ ਪਾ ਦਿੰਦੇ ਹਾਂ, ਆਟੋਮੈਟਿਕਲੀ ਰੀਡ ਕਰਦਾ ਵੀ ਕੀ ਨਾਮ ਹੈ, ਕਿਹੜਾ ਕਿੰਨਾ ਬੈਲੈਂਸ ਹੈ, ਕਿੰਨਾ ਬਕਾਇਆ ਹੈ, ਕਿੰਨੇ ਪੈਸੇ ਕਢਾਉਣੇ ਆ ਤੁਸੀਂ, ਇਹਨੂੰ ਕਹਿ ਦਿੰਦੇ ਕਿਓਸਕ। ਕਹਿੰਦਾ ਵਿਚ ਆਫ ਦਾ ਫੋਲੋਇੰਗ ਰੈਫਰ ਟੂ ਦਾ ਸੈਲਫ ਕੰਟੇਨਡ ਕੰਪਿਊਟਿੰਗ ਟਰਮੀਨਲ ਦੈਟ ਪ੍ਰੋਵਾਈਡ ਅਸੈਸ ਟੂ ਦਾ ਔਨ ਡਿਮਾਂਡ ਇਨਫੋਰਮੇਸ਼ਨ ਐਂਡ ਟ੍ਰਾਂਜੈਕਸ਼ਨਸ। ਤਾਂ ਇਹਨੂੰ ਕਹਿੰਦੇ ਆ ਜੀ ਇਨਫੋਰਮੇਸ਼ਨ ਕਿਓਸਕ, ਜਿਵੇਂ ਤੁਹਾਡੀ ਰੇਲਵੇ ਦੇ ਉੱਪਰ ਲੱਗਾ ਹੁੰਦਾ। ਠੀਕ ਹੈ, ਇੱਥੋਂ ਵੀ ਕੁਐਸਚਨ ਪੁੱਛਿਆ ਜਾਂਦਾ ਹੈ। ਅੱਗੇ ਆ ਗਿਆ ਜੀ, ਤੁਹਾਨੂੰ ਮੈਂ ਐਕਸਲ ਦੇ ਸਾਰੇ ਫੰਕਸ਼ਨ ਕਿਸੇ ਨੇ ਨਹੀਂ ਤੁਹਾਨੂੰ ਕਰਾਏ ਹੋਣੇ YouTube ਤੇ, ਆਪਾਂ ਤੁਹਾਨੂੰ ਪ੍ਰੈਕਟੀਕਲੀ ਕਰਾਏ ਹੋਏ ਆ ਵਿਦ ਪ੍ਰੂਫ। ਉੱਥੇ ਮੈਂ ਇੱਕ ਲੈਂਥ ਫੰਕਸ਼ਨ ਕਰਾਇਆ ਸੀ। ਲੈਂਥ ਫੰਕਸ਼ਨ ਕੀ ਕਰਦਾ ਹੈ, ਟੈਕਸਟ ਜਿਵੇਂ ਮੰਨ ਲਓ ਕਿ ਮੈਂ ਇੱਥੇ ਲਿਖਤਾ ਜਿਵੇਂ ਬਲਜਿੰਦਰ, ਤਾਂ ਇਹ ਕਿੰਨੇ ਅੱਖਰ ਨੇ, ਜੇ 9 ਅੱਖਰ ਨੇ 8 ਅੱਖਰ ਨੇ, ਇਹਦੀ ਲੈਂਥ ਫਾਈਂਡ ਆਊਟ ਕਰਨ ਵਾਸਤੇ ਜਿਹੜਾ ਫੰਕਸ਼ਨ ਯੂਜ਼ ਕੀਤਾ ਜਾਂਦਾ ਹੈ ਲੈਂਥ, ਇਹ ਟੈਕਸਟ ਦੇ ਉੱਪਰ ਹੀ ਕੰਮ ਕਰਦਾ, ਨੰਬਰ ਦੇ ਉੱਪਰ ਕੰਮ ਨਹੀਂ ਕਰਦਾਗਾ। ਠੀਕ ਹੈ ਜੀ, ਤਾਂ ਇਹਦਾ ਰਾਈਟ ਆਂਸਰ ਕੀ ਆ, A। ਅੱਗੇ ਗੱਲ ਕਰਦੇ ਆ ਜੀ, ਕਹਿੰਦਾ ਆਪਰੇਟਿੰਗ ਸਿਸਟਮ ਕਿਹਨੂੰ ਬਿਲੋਂਗ ਕਰਦਾ ਹੈ। ਤਾਂ ਆਪਰੇਟਿੰਗ ਸਿਸਟਮ ਕੀ ਹੁੰਦਾ ਜੀ, ਸਿਸਟਮ ਸੌਫਟਵੇਅਰ ਤੁਹਾਨੂੰ ਮੈਂ ਦੱਸਿਆ ਜਿਹੜਾ ਸਿਸਟਮ ਨੂੰ ਚਲਾਉਣ ਦੇ ਕੰਮ ਆਉਂਦਾ ਹੈ। ਹੁਣ ਮੰਨ ਲਓ ਤੁਹਾਡੇ ਕੰਪਿਊਟਰ ਦੇ ਵਿੱਚ ਵਿੰਡੋ ਹੈ ਨਹੀਂਗੀ, ਆਪਰੇਟਿੰਗ ਸਿਸਟਮ ਦਾ ਮਤਲਬ ਕੀ ਹੈ, ਵਿੰਡੋ। ਠੀਕ ਹੈ ਜੀ, ਮੰਨ ਲਓ ਤੁਹਾਡੇ ਕੰਪਿਊਟਰ ਦੇ ਵਿੱਚ ਵਿੰਡੋ ਹੈ ਨਹੀਂਗੀ ਤਾਂ ਤੁਹਾਡਾ ਕੰਪਿਊਟਰ ਕੀ ਹੈ, ਯੂਜ਼ਲੈਸ ਹੈ। ਜਾਂ ਤੁਹਾਡੇ ਮੋਬਾਈਲ ਦੇ ਵਿੱਚ ਐਂਡਰੋਇਡ ਹੈ ਨਹੀਂਗਾ ਤਾਂ ਤੁਹਾਡਾ ਮੋਬਾਈਲ ਵੀ ਯੂਜ਼ਲੈਸ ਹੈ, ਉਹਨੂੰ ਕਹਿੰਦੇ ਸਿਸਟਮ ਸੌਫਟਵੇਅਰ। ਅੱਗੇ ਆ ਜੀ ਰੈਮ, ਮੈਂ ਦੋ ਤਰ੍ਹਾਂ ਦੀ ਕਰਾਈ ਹੋਈ ਆ। ਰੈਮ ਹੁੰਦੀ ਹੈ ਜੀ ਰੈਂਡਮ ਐਕਸੈਸ ਮੈਮਰੀ, ਇੱਕ ਹੁੰਦੀ ਹੈ ਜੀ ਸਟੈਟਿਕ ਰੈਮ, ਇੱਕ ਹੁੰਦਾ ਜੀ ਡਾਇਨਮਿਕ ਰੈਮ। ਡਾਇਨਮਿਕ ਰੈਮ ਦੇ ਅੰਡਰ ਵੀ ਇੱਕ ਦੋ ਰੈਮ ਹੁੰਦੇ, ਇੱਕ ਹੁੰਦੇ ਆ ਜੀ SD ਰੈਮ, ਉਹਨੂੰ ਕਹਿ ਦਿੰਦੇ ਆ ਜੀ ਸਿੰਕਰੋਨਸ ਡਾਇਨਮਿਕ ਰੈਂਡਮ ਐਕਸੈਸ ਮੈਮਰੀ। ਇਹਨੂੰ ਕਹਿ ਦਿੰਦੇ ਆ ਸਟੈਟਿਕ ਰੈਂਡਮ ਐਕਸੈਸ ਮੈਮਰੀ, ਇਹਨੂੰ ਕਹਿ ਦਿੰਦੇ ਆ ਡਾਇਨਮਿਕ। ਇਹਦੇ ਫਰਦਰ ਅੱਗੇ ਹੁੰਦਾ ਜੀ SRAM। ਸਿੰਕਰੋਨਸ ਦਾ ਮਤਲਬ ਕੀ ਹੁੰਦਾ ਜੀ, ਹੁਣ ਤੁਹਾਨੂੰ ਮੈਂ ਦੱਸਦਾ। ਹੁਣ ਮੰਨ ਲਓ ਆਹ ਬੰਦਾ ਹੈ, ਇਹ ਦੋਨੇ ਬੰਦਿਆਂ ਨੇ ਆਪਸ ਵਿੱਚ ਗੱਲ ਕਰਨੀ ਹੈ, ਆਹ ਬੰਦਾ ਹੁਣ ਬੋਲ ਰਿਹਾ ਤਾਂ ਇਹ ਸੁਣ ਰਿਹਾ ਹੈ, ਇਹ ਬੋਲੂਗਾ ਤੇ ਸੁਣੂਗਾ ਤਾਂ ਹੀ ਗੱਲਬਾਤ ਬਣੂਗੀ, ਮਤਲਬ ਤਾਲਮੇਲ ਬਿਠਾਉਣਾ। ਜੇ ਦੋਨੇ ਬੋਲਣ ਲੱਗ ਜਾਣਗੇ, ਦੋਨਾਂ ਦੀ ਆਵਾਜ਼ ਕੱਟੀ ਜਾਊਗੀ, ਫਿਰ ਤਾਂ ਬਹਿਸਾਂ ਬਸਾਈ ਹੋ ਜਾਊਗੀ, ਧੱਕੇ ਮੁੱਕੇ ਵੱਜ ਸਕਦੇ ਆ। ਬਟ ਜੇ ਇੱਕ ਨੇ ਬੋਲਣਾ ਇੱਕ ਨੇ ਸੁਣਨਾ, ਉਹਨੂੰ ਕਹਿੰਦੇ ਜੀ ਸਿੰਕਰੋਨਸ। ਤਾਂ ਕੰਪਿਊਟਰ ਹਮੇਸ਼ਾ ਸਿੰਕਰੋਨਸ ਦੇ ਵਿੱਚ ਕੰਮ ਕਰਦਾ। ਠੀਕ ਹੈ ਜੀ, ਵਰਡ ਪਤਾ ਲੱਗ ਗਿਆ ਹੋਊਗਾ ਸਿੰਕਰੋਨਸ ਦਾ ਮਤਲਬ ਕੀ ਹੈ। ਤਾਂ SD RAM ਦਾ ਮਤਲਬ ਹੁੰਦਾ ਜੀ, ਇੱਥੇ ਹੁਣ ਬੱਚੇ ਭੁਲੇਖਾ ਖਾ ਗਏ ਸੀ ਜਿਹਨਾਂ ਨੂੰ ਨਹੀਂ ਪਤਾ ਸੀ, ਉਹ ਸਟੈਟਿਕ ਡਾਇਨਮਿਕ ਰੈਂਡਮ ਐਕਸੈਸ ਮੈਮਰੀ ਲਾਏ ਹੋਏ ਸੀਗੇ। ਸਟੈਟਿਕ ਡਾਇਨਮਿਕ ਨਹੀਂ ਹੁੰਦਾ ਜੀ, ਇਹ ਸਿੰਕਰੋਨਸ ਡਾਇਨਮਿਕ ਰੈਂਡਮ ਐਕਸੈਸ ਮੈਮਰੀ ਹੁੰਦੀ ਹੈ। ਮੋਸਟ ਇੰਪੋਰਟੈਂਟ ਕੁਐਸਚਨ ਹੈ, ਨੋਟ ਕਰ ਲਿਓ। ਅੱਗੇ ਗੱਲ ਕਰਦੇ ਆ ਜੀ, ਕਹਿੰਦਾ ਵਿਚ ਆਫ ਦਾ ਫੋਲੋਇੰਗ ਕੰਪਿਊਟਰ ਸੌਫਟਵੇਅਰ ਐਕਟ ਐਜ਼ ਏ ਇੰਟਰਫੇਸ ਬਿਟਵੀਨ ਦਾ ਹਾਰਡਵੇਅਰ ਐਂਡ ਯੂਜ਼ਰ ਐਪਲੀਕੇਸ਼ਨ। ਤਾਂ ਰਾਜੇ ਹੁਣ ਆਪਣੇ ਕੋਲੇ ਹਾਰਡਵੇਅਰ ਹੈ, ਮਤਲਬ ਕੰਪਿਊਟਰ ਹੈਗਾ ਮੇਰੇ ਕੋਲੇ, ਕੀਬੋਰਡ ਵੀ ਹੈਗਾ, ਬਟ ਉਹਦੇ ਵਿੱਚ ਸੌਫਟਵੇਅਰ ਨਹੀਂ ਹੈਗਾਗਾ, ਕੰਮ ਨਹੀਂ ਕਰੂਗਾ। ਯੂਜ਼ਰ ਵੀ ਹੈਗੇ ਆ, ਹਾਰਡਵੇਅਰ ਵੀ ਹੈਗਾ, ਬਟ ਦੋਵਾਂ ਦੇ ਵਿਚਕਾਰ ਕੰਮ ਕਰਨ ਵਾਸਤੇ ਆਪਾਂ ਨੂੰ ਇੱਕ ਇੰਟਰਫੇਸ ਦਾ ਕੰਮ ਕੌਣ ਕਰਦਾ ਹੈ, ਆਪਰੇਟਿੰਗ ਸਿਸਟਮ, ਜਿਹਨੂੰ ਆਪਾਂ ਕਹਿੰਦੇ ਹਾਂ ਸਿਸਟਮ ਸੌਫਟਵੇਅਰ। ਓਕੇ ਆ ਜੀ, ਇੱਕ ਵਾਰੀ ਦੁਬਾਰਾ ਰਿਕਾਰਡਿੰਗ ਚੈੱਕ ਕਰ ਲਈਏ, ਕਿਤੇ ਇਹ ਨਾ ਹੋਈਏ ਮੈਂ ਇਕੱਲਾ ਹੀ ਬੋਲੀ ਜਾਵਾਂ ਤੇ ਰਿਕਾਰਡਿੰਗ ਹੋਵੇ ਨਾ। ਠੀਕ ਹੈ ਜੀ, ਚੱਲ ਰਹੀ ਹੈ ਜੀ, 50 ਮਿੰਟ ਦੀ ਰਿਕਾਰਡਿੰਗ ਹੋ ਗਈ ਹੈ, ਬੱਲੇ ਬੱਲੇ। ਅੱਗੇ ਚੱਲਦੇ ਹਾਂ ਜੀ ਆਪਾਂ। ਅੱਗੇ ਫੇਰ ਜੀ ਗੱਲ ਉਹੀ ਹੈ, ਕਰੈਕਟਰਿਸਟਿਕ ਤੇ ਗੱਲ ਆ ਗਈ ਹੈ, ਤੁਹਾਡੀ ਐਕੂਰੇਸੀ, ਸਪੀਡ, ਆਟੋਮੈਟਿਕ, ਵਰਸਟਿਲਿਟੀ। ਤਾਂ ਵੀਡੀਓ ਦੇਖਣੀ ਜ਼ਰੂਰੀ ਹੈ ਥਿਓਰੈਟੀਕਲੀ।
ਕਹਿੰਦਾ ਆਇਡੈਂਟੀਫਾਈ ਦਾ ਕਰੈਕਟਰਿਸਟਿਕ ਆਫ ਦਾ ਕੰਪਿਊਟਰ ਵਿਚ ਮੇਕ ਇਟ ਕੈਪੇਬਲ ਟੂ ਕੈਰੀ ਆਊਟ ਅ ਜੌਬ ਵਿਦ ਦਾ ਪਰਫੈਕਸ਼ਨ ਐਂਡ ਕਰੈਕਟਨੈਸ। ਹੁਣ ਆਪਾਂ ਨੂੰ ਪਤਾ ਵੀ ਕੰਪਿਊਟਰ ਨੂੰ ਅਜੇ ਆਪਾਂ ਕਹਿ ਦਈਏ ਵੀ 2 + 5 ਕਰਦੇ ਹੁਣ ਤਾਂ ਵੀ ਐਕੂਰੇਟ ਰਿਜ਼ਲਟ ਦੇਣਾ। ਜੇ ਮੈਂ ਉਹਨੂੰ ਕਹਿ ਦੂੰਗਾ 2.487 + 9.867 ਉਹਨੇ ਫੇਰ ਵੀ ਉਨੀ ਕਰੈਕਟਨੈਸ ਦੇ ਨਾਲ ਜਵਾਬ ਦੇਣਾ, ਉਨੀ ਐਕੂਰੇਸੀ ਨਾਲ ਜਵਾਬ ਦੇਣਾ। ਤਾਂ ਇਸ ਕਰੈਕਟਰਿਸਟਿਕ ਨੂੰ ਕੀ ਕਹਿ ਦਿੰਦੇ ਆ ਜੀ ਆਪਾਂ, ਐਕੂਰੇਸੀ। ਕਹਿਣ ਦਾ ਭਾਵ ਬਿਲਕੁਲ ਸਹੀ ਰਿਜ਼ਲਟ ਦਊਗਾ ਕੰਪਿਊਟਰ। ਅੱਗੇ ਗੱਲ ਕਰਦੇ ਹਾਂ ਜੀ, ਵਿਚ ਆਫ ਦਾ ਫੋਲੋਇੰਗ ਇਜ਼ ਅ ਸੈਟ ਆਫ ਪ੍ਰੋਗਰਾਮ ਡਿਜ਼ਾਈਨ ਟੂ ਪਰਫਾਰਮ ਅ ਵੈਲ ਡਿਫਾਈਨਡ ਫੰਕਸ਼ਨ ਯੂਜ਼ਿੰਗ ਅ ਕੰਪਿਊਟਰ ਸਿਸਟਮ। ਤਾਂ ਦੇਖੋ ਜੀ ਕੰਪਿਊਟਰ ਦੇ ਜਿਹੜੇ ਪ੍ਰੋਗਰਾਮ ਹੁੰਦੇ ਆ, ਜਿਹੜੇ ਡਿਜ਼ਾਈਨ ਕੀਤੇ ਜਾਂਦੇ ਆ, ਤੁਹਾਨੂੰ ਮੈਂ ਦੱਸਦਾ। ਪ੍ਰੋਗਰਾਮ ਦੇ ਵਿੱਚ ਹੁੰਦੀ ਹੈ ਜੀ ਕੋਡਿੰਗ, ਜਿਹਦੇ ਵਿੱਚ ਆਟੋਮੈਟਿਕਲੀ ਕੰਮ ਹੁੰਦਾ। ਮਲਟੀਪਲ ਪ੍ਰੋਗਰਾਮ ਤੋਂ ਕੀ ਬਣਦਾ, ਸੌਫਟਵੇਅਰ ਬਣਦਾ। ਸੌਫਟਵੇਅਰ ਕੀ ਕਰਦਾ ਜੀ, ਕੰਪਿਊਟਰ ਨੂੰ ਰਨ ਕਰਨ ਵਾਸਤੇ ਕੰਮ ਕਰਦਾ ਹੈ। ਤਾਂ ਇਹਦਾ ਆਨਸਰ ਕੀ ਆ ਜਾਊਗਾ ਜੀ, ਸੌਫਟਵੇਅਰ। ਕੋਈ ਵੀ ਕੰਪਿਊਟਰ ਨੂੰ ਚਲਾਉਣ ਵਾਸਤੇ ਸਿਸਟਮ ਸੌਫਟਵੇਅਰ ਚਾਹੀਦਾ ਹੈ, ਆਪਰੇਟਿੰਗ ਸਿਸਟਮ ਸੌਫਟਵੇਅਰ ਚਾਹੀਦਾ ਹੈ, ਐਪਲੀਕੇਸ਼ਨ ਸੌਫਟਵੇਅਰ ਚਾਹੀਦਾ। ਹੁਣ ਤੁਸੀਂ WhatsApp ਚਲਾਉਣਾ, ਤੁਹਾਨੂੰ ਕੀ ਚਾਹੀਦਾ ਹੋਊਗਾ, WhatsApp ਦਾ ਸੌਫਟਵੇਅਰ। ਫੇਸਬੁੱਕ ਚਲਾਉਣੀ ਹੈ, ਫੇਸਬੁੱਕ ਦਾ ਸੌਫਟਵੇਅਰ। ਤਾਂ ਸੌਫਟਵੇਅਰ ਕਾਹਦੇ ਵਾਸਤੇ ਚਾਹੀਦਾ ਜੀ ਆਪਾਂ ਨੂੰ, ਵੈਲ ਡਿਫਾਈਨਡ ਫੰਕਸ਼ਨ ਪਰਫਾਰਮ ਕਰਨ ਵਾਸਤੇ। ਅੱਗੇ ਗੱਲ ਕਰਦੇ ਆ ਜੀ, ਕਹਿੰਦਾ ਵਿਚ ਆਫ ਦਾ ਫੋਲੋਇੰਗ ਮੈਨੂ ਪੇਜ ਸੈਟਅਪ। ਪੇਜ ਸੈਟਅਪ ਦੇ ਵਿੱਚ ਕੀ ਹੁੰਦਾ ਬੇਟੇ, ਆਪਾਂ ਮਾਰਜਨ ਵਗੈਰਾ, ਪੇਜ ਦੀ ਲੈਂਥ ਵਗੈਰਾ, ਪੇਜ ਦਾ ਲੇਆਊਟ, ਓਰੀਐਂਟੇਸ਼ਨ ਆਪਾਂ ਸੈੱਟ ਕਰ ਸਕਦੇ ਹਾਂ। ਇਹ ਕਿਹੜੇ ਮੈਨੂ ਦੇ ਅੰਡਰ ਆਉਂਦਾ ਜੀ, ਇਹ ਪੇਜ ਲੇਆਊਟ ਦੇ ਅੰਡਰ ਆਉਂਦਾ। ਤੇ ਸਾਰਾ ਕੁਝ ਕਰਵਾਇਆ ਹੋਇਆ, ਚਾਹੇ 2007 ਦੀ ਗੱਲ ਕਰ ਲਓ, 2016 ਦੀ ਗੱਲ ਕਰ ਲਓ, 13 ਦੀ ਗੱਲ ਕਰ ਲਓ, 19 ਦੀ ਗੱਲ ਕਰ ਲਓ, ਸਾਰੇ ਸੇਮ ਹੀ ਨੇ। ਪੇਜ ਲੇਆਊਟ ਦੇ ਅੰਡਰ ਹੀ ਆਊਗਾ ਪੇਜ ਸੈਟਅਪ। ਠੀਕ ਹੈ ਜੀ, ਇਹ ਯਾਦ ਕਰ ਲਿਓ। ਹੁਣ ਜੇ ਮੰਨ ਲਓ ਇਨਸਰਟ ਦੇ ਅੰਡਰ ਕੀ ਆ ਜਾਂਦਾ, ਕੋਈ ਤੁਸੀਂ ਪਿਕਚਰ ਇਨਸਰਟ ਕਰਨੀ ਹੈ, ਟੇਬਲ ਇਨਸਰਟ ਕਰਨਾ ਹੈ, ਕੋਈ ਲਿੰਕ ਇਨਸਰਟ ਕਰਨਾ ਹੈ। ਠੀਕ ਹੈ, ਰਿਵਿਊ ਦੇ ਅੰਡਰ ਆਪਾਂ ਕੋਈ ਪੇਜ ਵਗੈਰਾ ਦਾ ਵਿਊ ਦੇਖਣਾ ਹੈ। ਹੋਮ ਦੇ ਅੰਡਰ ਥੋੜਾ ਜਿਹਾ ਇਹ ਮੇਨ ਆ ਜਾਊਗਾ ਜੀ, ਫਾਈਲ ਮੈਨੂ ਵਗੈਰਾ ਆ ਜਾਊਗਾ, ਨਿਊ ਫਾਈਲ ਲੈਣੀ ਹੈ। ਠੀਕ ਹੈ, ਸਾਰਾ ਕੁਝ ਇਹ ਸਾਰੀਆਂ ਆਪਸ਼ਨ ਤੁਸੀਂ ਦੇਖਣੀਆਂ ਇੱਕ ਵਾਰੀ ਜ਼ਰੂਰ। ਅੱਗੇ ਫਿਰ ਜੀ ਆਈਟੀ ਐਕਟ ਤੋਂ ਆ ਗਿਆ, ਕਹਿੰਦਾ ਚੈਪਟਰ 3 ਇਨ ਦਾ ਇੰਡੀਅਨ ਆਈਟੀ ਐਕਟ ਡੀਲ ਵਿਦ। ਤਾਂ ਚੈਪਟਰ ਜਿਹੜਾ 3 ਹੈ ਇੰਡੀਅਨ ਆਈਟੀ ਐਕਟ ਦਾ ਭਾਈ, ਉਹ ਡੀਲ ਕਰਦਾ ਇਲੈਕਟ੍ਰੋਨਿਕ ਗਵਰਨੈਂਸ ਦੇ ਨਾਲ। ਇਲੈਕਟ੍ਰੋਨਿਕ ਗਵਰਨੈਂਸ ਦਾ ਮਤਲਬ ਕੀ ਹੁੰਦਾ ਕਿ ਆਨਲਾਈਨ ਜਿੰਨੀਆਂ ਵੀ ਇਲੈਕਟ੍ਰੋਨਿਕ ਡਾਟਾ ਆਪਾਂ ਡੀਲ ਕਰਦੇ ਆ, ਉਹਨੂੰ ਗਵਰਨ ਕਰਨ ਵਾਸਤੇ ਚੈਪਟਰ 3 ਦੇ ਅੰਡਰ ਆਪਾਂ ਕੰਮ ਕਰਦੇ ਹਾਂ। ਅੱਗੇ ਗੱਲ ਕਰਦੇ ਆ ਜੀ, ਕਹਿੰਦਾ ਵਿਚ ਆਫ ਦਾ ਫੋਲੋਇੰਗ ਇਜ਼ ਅ ਪ੍ਰੋਸੈਸ ਦੈਟ ਮੈਨੇਜ ਹਾਊ ਐਂਡ ਵੇਅਰ ਦਾ ਡਾਟਾ ਸਟੋਰ ਔਨ ਦਾ ਸਟੋਰੇਜ ਡਿਸਕ। ਹਾਰਡ ਡਿਸਕ ਦੇ ਉੱਪਰ ਡਾਟਾ ਕਿਵੇਂ ਸਟੋਰ ਹੋਊਗਾ, ਕਿਹੜੇ ਫਾਰਮੈਟ ਦੇ ਵਿੱਚ ਹੋਊਗਾ, ਇਹ ਸਾਰਾ ਕੁਝ ਕੌਣ ਦੇਖਦਾ, ਫਾਈਲ ਸਿਸਟਮ ਦੇਖਦਾ। ਜੋ ਤੁਹਾਨੂੰ ਮੈਂ ਕਰਾ ਕੇ ਨਹੀਂ ਹਟਿਆ, ਫੈਟ, NTFS, REFS ਕਰਾ ਕੇ ਹਟਿਆ, ਉਹਨੂੰ ਕਹਿ ਦਿੰਦੇ ਜੀ ਫਾਈਲ ਸਿਸਟਮ। ਓਕੇ ਆ ਜੀ, ਅੱਗੇ ਚੱਲਦੇ ਆ। ਅੱਗੇ ਕਹਿੰਦਾ ਜੀ ਵਿਚ ਆਫ ਦਾ ਫੋਲੋਇੰਗ ਇਜ਼ ਅ ਫਾਲਸ ਵਿਦ ਰੈਫਰੈਂਸ ਟੂ ਰਿਲੇਸ਼ਨ ਬਿਟਵੀਨ ਦਾ ਕੰਪਿਊਟਰ ਸੌਫਟਵੇਅਰ ਐਂਡ ਹਾਰਡਵੇਅਰ। ਕਹਿੰਦਾ ਕੰਪਿਊਟਰ ਸੌਫਟਵੇਅਰ ਤੇ ਹਾਰਡਵੇਅਰ ਦੇ ਬਾਰੇ ਕਿਹੜੀ ਸਟੇਟਮੈਂਟ ਗਲਤ ਹੈ। ਤਾਂ ਦੇਖੋ ਬਾਕੀ ਸਾਰੀ ਸਟੇਟਮੈਂਟ ਸਹੀ ਹੋਣਗੀਆਂ। ਆ ਲਿਖਿਆ ਹੋਇਆ ਜੀ, ਕਹਿੰਦਾ ਕੰਪਿਊਟਰ ਸੌਫਟਵੇਅਰ ਕੈਨ ਬੀ ਯੂਜ਼ਡ ਵਿਦਆਊਟ ਸਪੋਰਟ ਫਰਮ ਦਾ ਹਾਰਡਵੇਅਰ। ਤਾਂ ਕਦੇ ਨਹੀਂ ਹੋ ਸਕਦਾ ਭਾਈ, ਇਹ ਕੰਪਿਊਟਰ ਸੌਫਟਵੇਅਰ ਤੇ ਹਾਰਡਵੇਅਰ ਇੱਕੋ ਗੱਡੀ ਦੇ ਦੋ ਪਹੀਏ ਨੇ। ਜੇ ਸੌਫਟਵੇਅਰ ਹੋਊਗਾ ਤੇ ਹਾਰਡਵੇਅਰ ਹੈ ਨਹੀਂ ਤਾਂ ਵੀ ਕੰਮ ਨਹੀਂ ਬਣਨਾ, ਜੇ ਹਾਰਡਵੇਅਰ ਹੈਗਾ ਸੌਫਟਵੇਅਰ ਹੈ ਨਹੀਂ ਤਾਂ ਵੀ ਕੰਮ ਨਹੀਂ ਬਣਨਾ। ਸੌਫਟਵੇਅਰ ਤੇ ਹਾਰਡਵੇਅਰ ਬੋਥ ਚਾਹੀਦੇ ਆ ਜੇ ਤੁਸੀਂ ਕੰਮ ਕਰਨਾ। ਤਾਂ ਵਿਦਆਊਟ ਕੈਨ ਬੀ ਯੂਜ਼ਡ ਵਿਦਆਊਟ ਨਹੀਂ, ਵਿਦ ਸਪੋਰਟ ਆਊਗਾ। ਤਾਂ ਇਹ ਕੀ ਆਊਗਾ ਤੁਹਾਡਾ, ਨੋਟ ਪੁੱਛਿਆ ਸੀ ਤਾਂ ਰਾਈਟ ਆਨਸਰ ਕੀ ਬਣ ਜਾਊਗਾ, 1 ਬਣ ਜਾਊਗਾ। ਅੱਗੇ ਗੱਲ ਕਰਦੇ ਆ, ਫਿਰ ਕੁਐਸਚਨ ਘੁਮਾ ਕੇ ਪੁੱਛਿਆ ਗਿਆ ਹੈ, ਫਾਈਲ ਸਿਸਟਮ ਦੇ ਉੱਪਰ ਹੀ ਹੈ। ਕਹਿੰਦਾ ਵਿਚ ਆਫ ਦਾ ਫੋਲੋਇੰਗ ਇਜ਼ ਅ ਪ੍ਰੋਸੈਸ ਦੈਟ ਮੈਨੇਜ ਹਾਊ ਦਾ ਵੇਅਰ ਡਾਟਾ ਔਨ ਦਾ ਸਟੋਰੇਜ ਡਿਸਕ, ਹਾਰਡ ਡਿਸਕ ਡਰਾਈਵ ਇਜ਼ ਸਟੋਰਡ, ਅਸੈਸ ਐਂਡ ਮੈਨੇਜ। ਤਾਂ ਕੌਣ ਦੇਖਦਾ ਸਾਰਾ ਕੁਝ, ਡਾਟਾ ਕਿਵੇਂ ਸਟੋਰ ਹੋਊਗਾ, ਕਿਵੇਂ ਮੈਨੇਜ ਹੋਊਗਾ, ਕਿਵੇਂ ਅਸੈਸ ਹੋਊਗਾ, ਤਾਂ ਫਾਈਲ ਸਿਸਟਮ ਹੀ ਦੇਖੂਗਾ। ਆ ਦੇਖੋ ਜੀ ਮੋਸਟ ਇੰਪੋਰਟੈਂਟ ਕੁਐਸਚਨ ਹੈ, ਤੇ ਇਹ ਸਾਰੀਆਂ ਐਰਰ ਜਿਹੜੀਆਂ ਵੀ ਐਕਸਲ ਦੇ ਵਿੱਚ ਐਰਰ ਆਉਂਦੀਆਂ, ਮੈਂ ਵਿਦ ਪ੍ਰੂਫ ਲਾਈਵ ਵੀਡੀਓ ਚ ਕਰਾਈਆਂ ਹੋਈਆਂ ਵੀ ਕਿਹੜੀ ਕਿਹੜੀ ਐਰਰ ਕਦੋਂ ਆਉਂਦੀ ਹੈ, ਕਿਉਂਕਿ ਲਾਈਵ ਕਰਨ ਦੇ ਨਾਲ ਆਪਣੇ ਦਿਮਾਗ 'ਚ ਬੈਠ ਜਾਂਦਾ। ਹੁਣ ਜਿਹੜੀ ਆ ਹੈਸ਼ ਨਲ ਐਰਰ ਆਉਂਦੀ ਹੈ ਕਦੋਂ ਆਉਂਦੀ ਹੈ, ਥੋੜਾ ਥੋੜਾ ਦੱਸ ਦਿੰਦਾ, ਜ਼ਿਆਦਾ ਡਿਟੇਲ 'ਚ ਨਹੀਂ ਜਾਊਂਗਾ। ਜਿਹੜੀ ਹੈਸ਼ ਨਲ ਐਰਰ ਆਉਂਦੀ ਹੈ ਉਦੋਂ ਆਉਂਦੀ ਹੈ, ਜਿਵੇਂ ਮੰਨ ਲਓ ਤੁਹਾਨੂੰ ਮੈਂ ਦੱਸਦਾ, ਮੇਰੇ ਕੋਲ ਡਾਟਾ ਸੀਗਾ ਐਕਸਲ ਦੇ ਵਿੱਚ, ਆ ਮੇਰਾ ਸੈੱਲ ਐਡਰੈਸ ਹੈਗਾ, ਆ ਮੇਰਾ ਇਦਾਂ ਹੁੰਦਾ। ਚਲੋ ਜਦੋਂ ਆਪਾਂ ਰੇਂਜ ਦਾ ਆਪਰੇਟਰ ਗਲਤ ਪਾ ਦਿੰਦੇ ਹਾਂ, ਮਤਲਬ A1 ਆ ਹੈਗਾ ਜੀ, A ਤੇ B ਤੇ C, ਇਹ ਹੈਗਾ ਜੀ 1 2 3, ਇਹਦਾ ਐਡਰੈਸ ਹੈਗਾ A1 A2 A3, ਇਹਦਾ ਹੈਗਾ ਜੀ B1 B2 B3। ਮੰਨ ਲਓ ਮੈਂ ਰੇਂਜ ਲੈ ਲਈ, A1 ਤੋਂ ਲੈ ਕੇ A3 B3 ਤੱਕ ਡਾਟਾ ਸਿਲੈਕਟ ਕਰਨਾ, ਉਹਨੂੰ ਕਹਿ ਦਿੰਦੇ ਜੀ ਰੇਂਜ। ਤਾਂ ਰੇਂਜ ਵਾਸਤੇ ਆਪਾਂ ਕਰਦੇ ਆ ਜੀ A1 ਤੋਂ ਲੈ ਕੇ B3, ਤਾਂ ਉਹਦੇ ਵਾਸਤੇ ਇੱਕ ਆਪਰੇਟਰ ਯੂਜ਼ ਹੁੰਦਾ, ਉਹਨੂੰ ਕਹਿ ਦਿੰਦੇ ਆ ਰੇਂਜ ਆਪਰੇਟਰ। ਆ ਹੁੰਦਾ ਜੀ, ਜੇ ਮੈਂ ਰੇਂਜ ਆਪਰੇਟਰ ਗਲਤ ਪਾਦਾ, ਮੈਂ ਇਸ ਥਾਂ ਤੇ ਸੈਮੀ ਕੋਲਨ ਪਾਦਾ, ਉਦੋਂ ਕਿਹੜੀ ਐਰਰ ਆਊਗੀ, ਨਲ ਐਰਰ ਆਊਗੀ। ਕਹਿਣ ਦਾ ਭਾਵ ਇਹ ਐਰਰ ਉਦੋਂ ਆਉਂਦੀ ਹੈ ਜਦੋਂ ਮੈਂ ਰੇਂਜ ਆਪਰੇਟਰ ਗਲਤ ਪਾ ਦਿੰਦਾ। ਜੇ ਮੈਂ ਠੀਕ ਪਾਉਂਗਾ, ਬਿਲਕੁਲ ਠੀਕ ਪਾਉਂਗਾ, ਸਿੰਗਲ ਕੋਲਨ ਪਾਉਂਗਾ, ਤਾਂ ਕਦੇ ਵੀ ਇਹ ਐਰਰ ਨਹੀਂ ਆਊਗੀ। ਅਗਲੀ ਐਰਰ ਜੀ ਕਹਿੰਦਾ ਫੋਲੋਇੰਗ ਐਰਰ ਅਰਾਈਜ਼ ਵੈਨ देयर इज ए टाइपो इन द फार्मूला नेम।
ਕਹਿਣ ਦਾ ਭਾਵ ਕਿ ਜੇ ਮੈਂ ਫਾਰਮੂਲੇ ਦਾ ਨੇਮ ਗਲਤ ਪਾ ਦਾਂ, ਹੁਣ ਜਿਵੇਂ ਸਮ ਫਾਰਮੂਲਾ ਹੁੰਦਾ ਹੈ, ਸਮ ਨੂੰ ਜੇ ਮੈਂ SAM ਪਾ ਦੂੰਗਾ ਉਦੋਂ ਕਿਹੜੀ ਐਰਰ ਆ ਜਾਊਗੀ, ਤੁਹਾਡੀ ਹੈਸ਼ ਨੇਮ ਐਰਰ ਆ ਜਾਊਗੀ। ਇਸ ਤੋਂ ਬਾਅਦ ਰੈਫਰੈਂਸ ਐਰਰ ਕਦੋਂ ਆਉਂਦੀ ਹੈ, ਰੈਫਰੈਂਸ ਨਾਮ ਤੋਂ ਕਲੀਅਰ ਹੈ, ਜਦੋਂ ਮੈਂ ਕੋਈ ਸੈੱਲ ਰੈਫਰੈਂਸ ਦੇ ਰਿਹਾ, ਮੈਂ ਕਹਤਾ ਜੀ A1 ਤੋਂ ਲੈ ਕੇ C3 ਤੱਕ, ਬਟ ਜਦੋਂ C3 ਸੈੱਲ ਹੋਵੇ ਹੀ ਨਾ ਉਹਦੇ ਵਿੱਚ, ਜਾਂ ਗਲਤ ਹੋਵੇ, ਜਾਂ ਮੈਂ ਕਹਦਾ ਵਾਂ C3.2, 3.2 ਕਦੇ ਹੋ ਨਹੀਂ ਸਕਦਾ, ਜਦੋਂ ਮੈਂ ਸੈੱਲ ਰੈਫਰੈਂਸ ਗਲਤ ਦੇ ਰਿਹਾ, ਇਨਵੈਲਿਡ ਦੇ ਰਿਹਾ, ਉਦੋਂ ਕਿਹੜੀ ਆਊਗੀ, ਰੈਫਰੈਂਸ ਐਰਰ ਆਊਗੀ। ਠੀਕ ਹੈ। ਵੈਲਿਊ ਐਰਰ ਕਦੋਂ ਆਉਂਦੀ ਹੈ, ਵੈਲਿਊ ਐਰਰ ਉਦੋਂ ਆਉਂਦੀ ਹੈ ਜਦੋਂ ਆਪਾਂ ਗਲਤ ਫਾਰਮੈਟ ਪਾ ਦਿੰਦੇ ਆ। ਇਹ ਤੁਹਾਨੂੰ ਮੈਂ ਸਮਝਾ ਦਿੰਦਾ, ਜਿਵੇਂ ਮੰਨ ਲਓ ਇੱਥੇ ਆਈਟਮ ਸੀ, ਇੱਥੇ ਕਾਸਟ ਸੀਗੀ, ਤਾਂ ਇੱਥੇ ਜੇ ਮੈਂ ਕਾਸਟ ਪਾ ਰਿਹਾ ਤਾਂ ਬਿਲਕੁਲ ਠੀਕ ਹੈ, ਪਰ ਜੇ ਮੈਂ ਕਾਸਟ ਜਗ੍ਹਾ ਤੇ ਕੋਈ ਨਿਊਮੈਰੀਕਲ ਵੈਲਿਊ ਜਗ੍ਹਾ ਤੇ ਕੋਈ ਟੈਕਸਟ ਵੈਲਿਊ ਪਾਤੀ ਤਾਂ ਇੱਥੇ ਕੀ ਆ ਜਾਊਗੀ, ਵੈਲਿਊ ਐਰਰ ਆ ਜਾਊਗੀ। ਤਾਂ ਕਹਿਣ ਦਾ ਭਾਵ ਸਾਰੀਆਂ ਐਰਰ ਤੁਸੀਂ ਯਾਦ ਰੱਖਣੀਆਂ ਨੇ, ਤੁਹਾਨੂੰ ਕਿਤੇ ਨਾ ਕਿਤੇ ਕੀ ਆ ਹੈਲਪਫੁਲ ਹੋਣਗੀਆਂ। ਤਾਂ ਇਸ ਕਰਕੇ ਰਾਜੇ ਸਾਰਾ ਕੁਝ ਥਿਓਰੈਟੀਕਲ ਪੜ੍ਹ ਲਿਆ ਕਰੋ, ਕਿਉਂਕਿ ਜਿਹੜਾ ਬੰਦਾ ਥਿਓਰੈਟੀਕਲ ਇੱਕ ਵਾਰੀ ਪੜ੍ਹ ਗਿਆ ਨਾ, ਉਹ MCQ ਚੁਟਕੀਆਂ 'ਚ ਕਰੂਗਾ ਤੇ ਕੋਈ ਪੇਪਰ ਵੀ, ਮੈਂ ਕਹਿੰਦਾ ਕੰਪਿਊਟਰ ਦੀ ਗਾਰੰਟੀ ਦਿੰਦਾ ਵੀ ਕੰਪਿਊਟਰ ਦੇ ਵਿੱਚ ਜੇ 10 ਨੰਬਰ ਦਾ ਨਾ ਤਾਂ 10 ਤੋਂ 10 ਲੈ ਸਕਦਾ ਆਰਾਮ ਦੇ ਨਾਲ, 10 ਤੋਂ 10 ਲੈ ਸਕਦਾ ਤੇ ਬੱਚਿਆਂ ਨੇ ਲਏ ਵੀ ਹੈ ਤੇ ਸਿਲੈਕਟ ਵੀ ਹੋਏ ਆ। ਅੱਗੇ ਗੱਲ ਕਰਦੇ ਆ ਜੀ, which of the following option best describe the truthfulness of the given statement, ਮਤਲਬ ਕਿ ਕਿਹੜੀਆਂ ਸਟੇਟਮੈਂਟ ਠੀਕ ਨੇ। ਪਹਿਲਾ ਕਹਿੰਦਾ ਜੀ ਸੌਫਟਵੇਅਰ ਕੈਨ ਬੀ ਫਿਜ਼ੀਕਲੀ ਟੱਚ ਐਂਡ ਕੈਨ ਬੀ ਯੂਜ਼ਡ, ਸੌਫਟਵੇਅਰ ਕਦੇ ਫਿਜ਼ੀਕਲ ਟੱਚ ਨਹੀਂ ਕਰ ਸਕਦੇ, ਆਪਾਂ ਹਾਰਡਵੇਅਰ ਨੂੰ ਕਰ ਸਕਦੇ ਹਾਂ, ਇਹ ਗਲਤ ਹੋ ਗਿਆ ਜੀ। ਕਹਿੰਦਾ ਐਨ ਐਗਜ਼ਾਮਪਲ ਆਫ ਸੌਫਟਵੇਅਰ ਇਜ਼ ਹਾਰਡ ਡਰਾਈਵ, ਮੋਨੀਟਰ, CPU, ਨਹੀਂ ਜੀ ਇਹ ਸਾਰੇ ਹਾਰਡਵੇਅਰ ਹੁੰਦੇ ਆ। ਕਹਿਣ ਦਾ ਭਾਵ ਉਲਟ ਲਿਖਿਆ ਹੋਇਆ, ਇਹ ਉਲਟ ਲਿਖਿਆ ਹੋਇਆ, ਤਾਂ ਦੋਨੇ ਕੀ ਹੋ ਗਈਆਂ, ਫਾਲਸ ਸਟੇਟਮੈਂਟ ਹੋ ਗਈਆਂ। ਅੱਛਾ ਜੀ, ਕਈ ਚੈਨਲ ਕਹਿ ਦਿੰਦੇ, ਚੈਨਲ ਕੀ ਕਈ ਬੱਚੇ ਕਹਿ ਦਿੰਦੇ ਆ ਕਿ ਡਾਇਰੈਕਟ MCQ ਦੇ ਦਿਓ, MCQ ਪੜੋ। ਡਾਇਰੈਕਟ MCQ ਮੈਂ ਕਹਿੰਦਾ ਵੀ ਕਦੇ ਵੀ ਨਹੀਂ ਕਰਨੇ ਚਾਹੀਦੇ, ਨਾ ਕਦੇ ਖਰੀਦਣੇ ਚਾਹੀਦੇ ਆ। ਪਹਿਲਾਂ ਥਿਊਰੀ ਕਰੋ, ਥਿਊਰੀ ਆਪਾਂ 101% ਕਰਾਈ ਆ, ਬਾਕੀ ਤੁਹਾਨੂੰ ਇੱਕ ਖੁਸ਼ਖਬਰੀ ਦੇ ਦਿੰਦੇ ਆ, ਆਪਾਂ PSSS ਬੋਰਡ ਵਾਸਤੇ ਥਿਊਰੀ ਦੁਬਾਰਾ ਤੋਂ ਸਟਾਰਟ ਕਰ ਰਹੇ ਹਾਂ, ਜੋ ਸਪੈਸ਼ਲ PSSS ਬੋਰਡ ਵਾਸਤੇ ਆਪਾਂ ਕਰਾਂਗੇ 101% ਫ੍ਰੀ। ਠੀਕ ਹੈ ਜੀ। ਕਈ ਬੱਚੇ ਕਹਿ ਦਿੰਦੇ ਸਰ ਜੀ ਪੇਡ ਸ਼ੁਰੂ ਕਰ ਲਓ, ਉਹਨਾਂ ਨੂੰ ਐਂ ਲੱਗਦਾ ਵੀ ਉਹਨਾਂ ਦੇ ਦਿਮਾਗ 'ਚ ਕੀ ਆ ਵੀ ਪੰਜਾਬ ਦੇ ਵਿੱਚ ਇੱਕ ਗੱਲ ਬੈਠ ਗਈ ਆ ਵੀ ਪੇਡ ਦੇ ਵਿੱਚ ਹੀ ਸਾਰਾ ਕੁਝ ਸਹੀ ਮਿਲੂਗਾ, ਫ੍ਰੀ 'ਚ ਪਤਾ ਨਹੀਂ ਕੋਈ ਦਿੰਦਾ ਹੀ ਨਹੀਂਗਾ। ਤਾਂ ਇਹ ਦਿਮਾਗ 'ਚੋਂ ਗੱਲ ਛੱਡ ਦਿਓ, ਆਪਣੇ ਚੈਨਲ ਤੇ ਸਭ ਕੁਝ ਫ੍ਰੀ ਕਰਾਇਆ ਵੀ ਹੋਇਆ, ਬਾਕੀ ਆਪਾਂ PSSS ਬੋਰਡ ਦਾ 101% ਫ੍ਰੀ ਕਰਾਵਾਂਗੇ ਥਿਊਰੀ ਸਾਰੀ, MCQ ਵਗੈਰਾ ਪੇਡ ਲਾਂਚ ਕਰ ਦਾਂਗੇ, ਬਟ ਫਿਲਹਾਲ ਥਿਊਰੀ ਕਰਨੀ ਜ਼ਰੂਰੀ ਹੈ। ਤਾਂ ਆਪਾਂ ਹੁਣ ਥਿਊਰੀ ਬਸ ਅਵਾਰਡ ਦਾ ਪੇਪਰ ਹੋ ਜੇ 14 ਤਰੀਕ ਤੋਂ ਬਾਅਦ ਆਪਾਂ ਥਿਊਰੀ ਸਟਾਰਟ ਕਰਾਂਗੇ PSSS ਬੋਰਡ ਦੀ ਸਪੈਸ਼ਲ। ਅੱਗੇ ਗੱਲ ਕਰਦੇ ਆ ਜੀ, ਕਹਿੰਦਾ ਵਿਚ ਆਫ ਦਾ ਫੋਲੋਇੰਗ ਰੈਫਰ ਟੂ ਐਨੀ ਫੈਸਿਲਿਟੀ ਫਰੋਮ ਵੇਅਰ ਅਸੈਸ ਟੂ ਦਾ ਇੰਟਰਨੈਟ ਇਜ਼ ਆਫਰਡ ਬਾਈ ਐਨੀ ਪਰਸਨ। ਠੀਕ ਹੈ, ਤੁਸੀਂ ਕੁਐਸਚਨ ਪੜ੍ਹ ਲਿਓ। ਕਹਿਣ ਦਾ ਭਾਵ ਕਿ ਕੋਈ ਬੰਦਾ ਤੁਹਾਨੂੰ ਆਫਰ ਕਰਦਾ ਵੀ ਤੁਸੀਂ ਇੱਥੇ ਇੰਟਰਨੈਟ ਦੀ ਫੈਸਿਲਿਟੀ ਯੂਜ਼ ਕਰ ਸਕਦੇ ਹੋ, ਫਲਾਨਾ ਢਮਕਾ, ਤਾਂ ਉਹ ਕੀ ਹੁੰਦਾ ਜੀ, ਤੁਹਾਡਾ ਸਾਈਬਰ ਕੈਫੇ। ਠੀਕ ਹੈ, ਪਹਿਲਾਂ ਸਾਈਬਰ ਕੈਫੇ ਬੜੇ ਮਸ਼ਹੂਰ ਹੁੰਦੇ ਸੀਗੇ, ਜਦੋਂ ਲੋਕਾਂ ਦੇ ਹੱਥਾਂ 'ਚ ਮੋਬਾਈਲ ਫੋਨ ਨਹੀਂ ਆਏ ਸੀਗੇ, ਲੋਕ ਸਾਈਬਰ ਕੈਫੇ ਜਾਂਦੇ ਸੀਗੇ, 50 ਰੁਪਏ ਦਿੰਦੇ ਸੀਗੇ 5-10 ਮਿੰਟਾਂ ਦੇ ਯੂਜ਼ ਕਰਨ ਵਾਸਤੇ ਕੰਪਿਊਟਰ ਇੰਟਰਨੈਟ। ਠੀਕ ਹੈ, ਅੱਗੇ ਗੱਲ ਕਰਦੇ ਆ ਜੀ, ਕਹਿੰਦਾ ਪ੍ਰੀਵੈਂਟਿੰਗ ਅਨਆਥੋਰਾਈਜ਼ਡ ਐਕਸੈਸ ਟੂ ਦਾ ਪ੍ਰੋਗਰਾਮ ਐਂਡ ਡਾਟਾ ਇਜ਼ ਕੰਸੀਡਰਡ ਐਜ਼ ਵਿਚ ਆਫ ਦਾ ਫੋਲੋਇੰਗ ਐਕਟੀਵਿਟੀ ਆਫ ਆਪਰੇਟਿੰਗ ਸਿਸਟਮ। ਤਾਂ ਸਿਕਿਉਰਿਟੀ ਕਹਿ ਦਿੰਦੇ ਭਾਈ, ਹੁਣ ਮੰਨ ਲਓ ਆਪਾਂ ID ਪਾਸਵਰਡ ਲਾ ਦਿੰਦੇ ਆ, ਤਾਂ ਉਹਦਾ ਮਤਲਬ ਕੀ ਹੁੰਦਾ, ਸਿਕਿਉਰਿਟੀ ਹੁੰਦੀ ਹੈ ਵੀ ਕੋਈ ਅਨਆਥੋਰਾਈਜ਼ਡ ਬੰਦੇ ਨੂੰ ਯੂਜ਼ ਨਾ ਕਰ ਸਕੇ। ਅੱਗੇ ਫਿਰ ਜੀ ਵਰਸੈਟਿਲਿਟੀ ਤੋਂ ਵਿੱਚੋਂ ਆ ਗਿਆ ਕੁਐਸਚਨ, ਦੇਖੋ ਕਰੈਕਟਰਿਸਟਿਕ ਦੇ ਵਿੱਚੋਂ, ਨਾ ਕਰੈਕਟਰਿਸਟਿਕ ਆਫ ਅ ਕੰਪਿਊਟਰ ਦੈਟ ਕੈਨ ਪਰਫਾਰਮ ਟਾਸਕ ਵਿਦਆਊਟ ਮੈਨੂਅਲ ਇੰਟਰਵੈਂਸ਼ਨ ਰੈਫਰ ਟੂ ਦਾ। ਤਾਂ ਕਹਿੰਦਾ ਵੀ ਜੇ ਮੰਨ ਲਓ ਕੋਈ ਕੰਮ ਕਰ ਰਿਹਾ, ਜਿਵੇਂ ਹੁਣ ਅਲੈਕਸਾ ਦੀ ਐਗਜ਼ਾਮਪਲ ਲੈ ਲੈਂਦੇ ਆ, ਉਹਦੇ ਵਿੱਚ ਆਪਾਂ ਕੋਈ ਮੈਨੂਅਲੀ ਕੰਮ ਨਹੀਂ ਕਰਦੇ, ਆਪਾਂ ਉਹਨੂੰ ਇੰਸਟਰਕਸ਼ਨ ਦੇ ਦਿੰਦੇ ਆ, ਉਹ ਗਾਣਾ ਪਲੇ ਕਰਨਾ ਸਟਾਰਟ ਕਰ ਦਿੰਦੀ ਆ, ਇਹਨੂੰ ਕਹਿ ਦਿੰਦੇ ਜੀ ਆਟੋਮੇਸ਼ਨ, ਕਿ ਕੋਈ ਕੰਮ ਆਟੋਮੈਟਿਕਲੀ ਹੋ ਰਿਹਾ, ਆਟੋਮੈਟਿਕਲੀ, ਜਿਵੇਂ ATM ਕੰਮ ਕਰਦਾ, ਇਹਨੂੰ ਕਹਿ ਦਿੰਦੇ ਆ ਆਟੋਮੇਸ਼ਨ। ਅੱਗੇ ਗੱਲ ਕਰਦੇ ਆ ਜੀ, ਕਹਿੰਦਾ ਵਿਚ ਆਫ ਦਾ ਫੋਲੋਇੰਗ ਟੂਲ ਬਾਰ ਇਨ MS Word 2007 ਅਨੇਬਲ ਐਡਜਸਟ ਡਿਸਪਲੇ ਡਿਫਰੈਂਟ ਵਿਊਜ਼। ਜਿੰਨੇ ਵੀ ਵਿਊਜ਼ ਹੁੰਦੇ ਆ ਰਾਜੇ, ਉਹ ਵਿਊਜ਼ ਟੂਲ ਬਾਰ ਦੇ ਅੰਡਰ ਹੁੰਦੇ ਆ। ਠੀਕ ਹੈ, ਡਾਕੂਮੈਂਟ ਦਾ ਵਿਊਜ਼ ਦੇਖਣਾ ਹੋਵੇ ਤਾਂ ਵਿਊਜ਼ ਟੂਲ ਬਾਰ ਦੇ ਅੰਡਰ ਜਾਣਾ ਪਊਗਾ। ਅੱਗੇ ਫਿਰ ਕਹਿੰਦਾ ਜੀ ਵਿਦ ਰੈਫਰੈਂਸ ਟੂ ਦਾ ਕਰੈਕਟਰਿਸਟਿਕ ਆਫ ਅ ਕੰਪਿਊਟਰ ਮੈਚ ਦਾ ਫੋਲੋਇੰਗ। ਆਪਾਂ ਦੇਖੋ ਮੈਚ ਤਾਂ ਹੀ ਕਰ ਸਕਦੇ ਜੇ ਆਪਾਂ ਨੂੰ ਮਤਲਬ ਪਤਾ ਹੋਊਗਾ। ਡੈਲੀਗੇਟਸ ਦਾ ਮਤਲਬ ਹੀ ਨਹੀਂ ਪਤਾ, ਜੇ ਆਪਾਂ ਨੂੰ ਆਪਾਂ ਕਿੱਦਾਂ ਮੈਚ ਕਰ ਲਾਂਗੇ। ਰਿਲਾਇਬਿਲਿਟੀ ਦਾ ਮਤਲਬ ਨਹੀਂ ਪਤਾ, ਵਰਸਟਿਲਿਟੀ ਦਾ ਮਤਲਬ ਨਹੀਂ ਪਤਾ, ਤਾਂ ਹੀ ਮੈਂ ਕਹਿ ਰਿਹਾ, ਦੇਖੋ ਥਿਊਰੀ ਦੇਖੋ, ਇਹਦਾ ਰਾਈਟ ਆਂਸਰ ਕੀ ਦੇਖੋ, 4th ਬਣਦਾ ਹੈ। ਡੈਲੀਗੇਟਸ ਦਾ ਮਤਲਬ ਹੁੰਦਾ ਰਾਜੇ ਮਿਲੀਅਨ ਆਫ ਦਾ ਟਾਸਕ ਔਰ ਕੈਲਕੂਲੇਸ਼ਨ, ਕਿ ਕੰਪਿਊਟਰ ਨੂੰ ਚਾਹੇ ਤੁਸੀਂ ਇੱਕ ਕੰਮ ਦੇ ਦਿਓ ਚਾਹੇ 10 ਦੇ ਦਿਓ, ਉਹ ਕਦੇ ਥੱਕਦਾ ਨਹੀਂ ਹੈਗਾਗਾ। ਠੀਕ ਹੈ, ਉਹਨੂੰ ਕਹਿ ਦਿੰਦੇ ਡੈਲੀਗੇਟਸ। ਦੂਜੇ ਦਾ ਇਹ ਰਿਲਾਇਬਿਲਿਟੀ ਦਾ ਮਤਲਬ ਕੀ ਹੈ ਜੀ, ਕੰਸਿਸਟੈਂਟ ਰਿਜ਼ਲਟ। ਠੀਕ ਹੈ ਜੀ, ਉਹ ਮਤਲਬ ਕਿ ਕੰਸਿਸਟੈਂਟ ਰਿਜ਼ਲਟ ਤੁਹਾਨੂੰ ਦਿੰਦਾ ਰਹੂਗਾ। ਇਸ ਤੋਂ ਬਾਅਦ ਗੱਲ ਕਰੀਏ ਆਪਾਂ ਲਾਸਟ ਵਨ ਦੀ ਗੱਲ ਕਰੀਏ, ਵਰਸਟਿਲਿਟੀ ਤੁਹਾਨੂੰ ਮੈਂ ਕਰਵਾ ਕੇ ਹਟਿਆ ਵੀ ਡਿਫਰੈਂਟ ਕਾਈਂਡ ਆਫ ਵਰਕਸ, ਚਾਹੇ ਉਹਨੂੰ ਸੌਖਾ ਕੰਮ ਦੇ ਦਿਓ ਚਾਹੇ ਔਖਾ ਦੇ ਦਿਓ, ਉਹਦੇ ਵਾਸਤੇ ਕੋਈ ਚੱਕਰ ਨਹੀਂ ਹੈਗਾ। ਤੇ ਇਹਦਾ ਰਾਈਟ ਆਂਸਰ ਕੀ ਬਣਦਾ, 4th ਵਨ ਬਣਦਾ। ਅੱਗੇ ਗੱਲ ਕਰਦੇ ਜੀ, ਸੌਖਾ ਕੁਐਸਚਨ ਹੈ, ਕਹਿੰਦਾ ਵੀ ਕੋਈ ਬੰਦਾ ਗਾਣਾ ਸੁਣ ਰਿਹਾ ਹੈ। ਠੀਕ ਹੈ, ਗਾਣਾ ਸੁਣਨਾ ਆਨਲਾਈਨ, ਉਹਦੇ ਕੋਲ 4 ਚੀਜ਼ਾਂ ਨੇ, ਇੱਕ ਤਾਂ ਹੈਗਾ ਜੀ ਇੰਟਰਨੈਟ ਕਨੈਕਸ਼ਨ, ਇੱਕ ਹੈਗਾ ਜੀ ਆਈਪੋਡ, ਇੱਕ ਹੈਗਾ ਜੀ ਸਪੀਕਰ, ਤੇ ਇੱਕ ਹੈਗਾ ਜੀ MP3 ਫਾਈਲ। ਕਹਿੰਦੇ ਨੇ ਚਾਰਾਂ ਦੇ ਵਿੱਚੋਂ ਸੌਫਟਵੇਅਰ ਕਿਹੜਾ ਤੇ ਹਾਰਡਵੇਅਰ ਕਿਹੜਾ।
देखो इंटरनेट कनैक्शन की है फिजिकली हार्डवेयर है, आईपोड भी फिजिकली है हार्डवेयर है, स्पीकर है मेरे को भी हार्डवेयर है, बट कला ਜਿਹੜਾ ਸੌਫਟਵੇਅਰ ਕਿਹੜਾ ਹੈ MP3 ਫਾਈਲ। MP3 ਫਾਈਲ ਕੀ ਇੱਕ ਸੌਫਟਵੇਅਰ ਹੈ, तो ਉਹੀ ਪੁੱਛ ਰਿਹਾ ਵੀ ਕਿਹੜਾ ਇਹਨਾਂ ਚਾਰਾਂ ਦੇ ਵਿੱਚੋਂ ਕਿਹੜਾ ਸੌਫਟਵੇਅਰ ਨੂੰ ਰਿਪਰੈਜ਼ੈਂਟ ਕਰ ਰਿਹਾ, ਤਾਂ MP3 ਫਾਈਲ ਕਰ ਰਹੀ ਹੈ। ਦੇਖੋ ਕਿੰਨਾ ਸੌਖਾ ਕੁਐਸਚਨ ਹੈ, ਸਟੇਟਮੈਂਟ ਨੂੰ ਥੋੜਾ ਜਿਹਾ ਪੜਿਆ ਕਰੋ, ਸਟੇਟਮੈਂਟ ਦੇਖ ਕੇ ਡਰਿਆ ਨਾ ਕਰੋ ਕਦੇ ਵੀ। ਅੱਗੇ ਗੱਲ ਕਰਦੇ ਹਾਂ ਜੀ, ਸੌਖਾ ਕੁਐਸਚਨ ਪੁੱਛਿਆ ਗਿਆ, ਕਹਿੰਦਾ ਵਿਚ ਆਫ ਦਾ ਫੋਲੋਇੰਗ ਐਗਜ਼ਾਮਪਲ ਆਫ ਦਾ ਪ੍ਰਾਇਮਰੀ ਮੈਮਰੀ। ਤਾਂ ਮੈਮਰੀ ਤੁਹਾਨੂੰ ਮੈਂ ਕਰਵਾਈ ਹੋਈ ਆ, ਰੈਮ ਤੇ ਰੋਮ ਜਿਹੜੀਆਂ ਦੋਨੇ ਨੇ ਪ੍ਰਾਇਮਰੀ ਮੈਮਰੀ ਨੇ, ਤੇ ਇੱਥੇ ਰੋਮ ਆ ਗਿਆ ਜੀ ਤੁਹਾਡਾ ਰਾਈਟ ਆਂਸਰ। ਅੱਗੇ ਫੇਰ ਆ ਗਿਆ ਜੀ, ਕਹਿੰਦਾ ਵਿਚ ਆਫ ਦਾ ਫੋਲੋਇੰਗ ਇਨਫੋਰਮੇਸ਼ਨ ਕਿਓਸਕ ਇਜ਼ ਏ ਮਲਟੀਟਾਸਕਰ used in the office and industries to do services like printing scanning। ਤਾਂ ਰਾਜੇ ਡਾਕੂਮੈਂਟ ਕਿਓਸਕ ਹੁੰਦਾ ਜਿਹਦੇ ਵਿੱਚ ਕੀ ਆ ਆਟੋਮੈਟਿਕਲੀ ਸਕੈਨਿੰਗ ਹੁੰਦੀ ਹੈ। ਹੁਣ ਤੁਸੀਂ ਬੈਂਕਾਂ ਦੇ ਵਿੱਚ ਜਾਂਦੇ ਹੋਵੋਗੇ, ਤੁਸੀਂ ਆਪਣੀ ਜਿਹੜੀ ਕੈਸ਼ ਬੁੱਕ ਹੈਗੀ ਹੈ, ਜਾਂ ਤੁਸੀਂ ਜਿਹੜੀ ਤੁਹਾਡੇ ਕੋਲੇ ਉਹ ਹੁੰਦੀ ਹੈ ਆਪਣੀ ਕਾਪੀ ਹੁੰਦੀ ਬੈਂਕ ਦੀ, ਜਿਹਨੂੰ ਆਪਾਂ ਕਹਿ ਦਿੰਦੇ ਹਾਂ ਉਹ ਪ੍ਰਿੰਟ ਕਰਨੀ ਹੋਵੇ, ਉੱਥੇ ਕਿਓਸਕ ਲੱਗੇ ਹੁੰਦੇ ਆ, ਆਪਾਂ ਕਾਪੀ ਵਿੱਚ ਪਾਉਣੇ ਆ, ਪ੍ਰਿੰਟ ਹੋ ਕੇ ਬਾਹਰ ਆ ਜਾਂਦੀ ਹੈ, ਉਹਨੂੰ ਕਹਿ ਦਿੰਦੇ ਆ ਡਾਕੂਮੈਂਟ ਕਿਓਸਕ। ਅੱਗੇ ਆ ਜੀ ਡਿਜੀਟਲ ਸਿਗਨੇਚਰ ਤੇ ਫੇਰ ਆ ਗਿਆ, ਕਹਿੰਦਾ ਜਿਹੜਾ ਡਿਜੀਟਲ ਸਿਗਨੇਚਰ ਹੁੰਦਾ ਕਿਹਦੇ ਉੱਪਰ ਬੇਸ ਹੁੰਦਾ ਰਾਜੇ, ਡਿਜੀਟਲ ਸਿਗਨੇਚਰ ਦੇ ਵਿੱਚ ਦੋ ਕੀਜ਼ ਯੂਜ਼ ਹੁੰਦੀਆਂ, ਪਬਲਿਕ ਤੇ ਪ੍ਰਾਈਵੇਟ, ਤੇ ਸਿਮੈਟ੍ਰਿਕ ਤੇ ਐਸਿਮੈਟ੍ਰਿਕ ਹੁੰਦਾ, ਲੇਕਿਨ ਜਿਹੜਾ ਮੇਨ ਇਹਦੀ ਕ੍ਰਿਪਟੋਗ੍ਰਾਫੀ ਉਹ ਕਿੱਥੇ ਬੇਸਡ ਹੈ, ਪਬਲਿਕ ਕੀ ਦੇ ਉੱਪਰ ਬੇਸ ਹੈ, ਠੀਕ ਹੈ, ਪ੍ਰਾਈਵੇਟ ਦੇ ਨਹੀਂ ਹੁੰਦੀ, ਪਬਲਿਕ ਕੀ ਦੇ ਉੱਪਰ ਬੇਸ ਹੁੰਦੀ ਹੈ। ਅੱਗੇ ਗੱਲ ਕਰਦੇ ਹਾਂ ਜੀ, ਕਹਿੰਦਾ ਵਿਚ ਆਫ ਦਾ ਫੋਲੋਇੰਗ ਆਪਰੇਸ਼ਨ ਇਜ਼ ਨਾਟ ਮੈਨੇਜਡ ਬਾਈ ਦਾ ਫਾਈਲ ਸਿਸਟਮ। ਦੇਖੋ ਰਾਜੇ ਫਾਈਲ ਸਿਸਟਮ ਦੇ ਵਿੱਚ ਫਾਈਲ ਦਾ ਨੇਮ ਦੇਣਾ, ਮੈਟਾ ਡਾਟਾ ਕੀ ਹੁੰਦਾ ਹੈ, ਡਾਟਾ ਅਬਾਊਟ ਡਾਟਾ। ਡਾਟਾ ਅਬਾਊਟ ਡਾਟਾ ਹੁੰਦਾ ਜਿਵੇਂ ਤੁਹਾਡੇ ਇੰਡੈਕਸ ਲਿਖਿਆ ਹੁੰਦਾ ਨਾ ਬੁੱਕ ਦੇ ਅੱਗੇ, ਇੰਡੈਕਸ ਲਿਖਿਆ ਹੁੰਦਾ ਵੀ ਫਲਾਣਾ ਪੇਜ ਤੇ ਫਲਾਣਾ ਚੈਪਟਰ ਆ, ਫਲਾਣੇ ਪੇਜ ਤੇ ਫਲਾਣਾ ਚੈਪਟਰ ਆ, ਉਹ ਡਾਟਾ ਦੇ ਬਾਹਰੇ ਡਾਟਾ ਹੁੰਦਾ ਨਾ। ਇੰਡੈਕਸ ਕੀ ਹੁੰਦਾ, ਡਾਟਾ ਦੇ ਬਾਹਰੇ ਡਾਟਾ ਹੁੰਦਾ, ਉਹਨੂੰ ਕਹਿੰਦੇ ਮੈਟਾ ਡਾਟਾ। ਡਾਇਰੈਕਟਰੀਜ਼ ਦਾ ਫਾਈਲ ਸਿਸਟਮ ਹੈ, ਸਿਰਫ ਨੈਟਵਰਕ ਮੈਨੇਜਮੈਂਟ ਕੀ ਹੈ ਫਾਈਲ ਸਿਸਟਮ ਦੇ ਅੰਡਰ ਨਹੀਂ ਆਉਂਦਾਗਾ। ਉਹਨੇ ਨੋਟ ਪੁੱਛਿਆ ਸੀ ਤਾਂ ਰਾਈਟ ਆਂਸਰ ਕੀ ਬਣ ਗਿਆ, 2 ਬਣ ਗਿਆ। ਅੱਗੇ ਗੱਲ ਕਰਦੇ ਹਾਂ ਜੀ, ਕਹਿੰਦਾ ਵਿਚ ਆਫ ਦਾ ਫੋਲੋਇੰਗ ਸਟੇਟਮੈਂਟ ਇਜ਼ ਫਾਲਸ। ਤਾਂ ਦੋਨੇ ਸਟੇਟਮੈਂਟ ਮਤਲਬ ਕਿ ਫਾਲਸ ਪੁੱਛ ਰਿਹਾ, ਤਾਂ ਇਹਦੇ ਵਿੱਚ ਨਾ ਜਿਹੜੀ ਫਸਟ ਸਟੇਟਮੈਂਟ ਆ ਫਾਲਸ ਹੈ, ਕਿਉਂਕਿ ਜਿਹੜਾ ਲਾਈਨਕਸ ਹੋ ਗਿਆ, ਯੂਨਿਕਸ ਹੋ ਗਿਆ ਰਾਜੇ, ਇਹ ਸਾਰੇ ਕੀ ਨੇ ਮਲਟੀਟਾਸਕਿੰਗ। ਤੁਹਾਨੂੰ ਮੈਂ ਕਰਵਾਇਆ ਹੋਇਆ ਸਿੰਗਲ ਯੂਜ਼ਰ, ਮਲਟੀ ਯੂਜ਼ਰ, ਮਲਟੀਟਾਸਕਿੰਗ ਸਭ ਕੁਝ ਕਰਵਾਇਆ ਹੋਇਆ। ਤਾਂ ਲਾਈਨਕਸ ਰਾਜੇ ਸਭ ਤੋਂ ਪਹਿਲਾਂ ਮਲਟੀਟਾਸਕਿੰਗ ਦੇ ਵਿੱਚ ਆਇਆ ਸੀਗਾ, ਤਾਂ ਪਹਿਲੀ ਸਟੇਟਮੈਂਟ ਕੀ ਆ ਗਲਤ ਹੈ, ਦੂਜੀ ਬਿਲਕੁਲ ਠੀਕ ਹੈ, ਵਿੰਡੋ ਵੀ ਮਲਟੀਟਾਸਕਿੰਗ ਹੁੰਦੀ ਹੈ ਤੇ ਯੂਨਿਕਸ ਵੀ ਮਲਟੀਟਾਸਕਿੰਗ ਹੁੰਦਾ ਹੈ, ਠੀਕ ਹੈ, ਮਤਲਬ ਕਿ ਦੋਨੇ ਸਟੇਟਮੈਂਟ ਟਰੂ ਨੇ। ਉਹਨੇ ਫਾਲਸ ਪੁੱਛਿਆ ਤਾਂ ਪਹਿਲੀ ਫਾਲਸ ਹੈ, ਨੋਟ ਨਹੀਂ ਆਊਗਾ, ਇਹ ਦੋਨੇ ਮਲਟੀਟਾਸਕਿੰਗ ਹੁੰਦੇ ਆ। ਅੱਗੇ ਫੇਰ ਆ ਗਿਆ ਜੀ ਤੁਹਾਡਾ 66A, ਠੀਕ ਹੈ, ਆਰਟੀਕਲ। ਉਹ ਚ ਪਨਿਸ਼ਮੈਂਟ ਪੁੱਛ ਰਿਹਾ ਵੀ ਪਨਿਸ਼ਮੈਂਟ ਕਿੰਨੀ ਦੇਰ ਦੀ ਹੁੰਦੀ ਹੈ। ਤਾਂ ਵੈਸੇ ਤਾਂ ਅੱਜ ਕੱਲ ਇਹ ਖਤਮ ਕਰਤਾ, ਲੇਕਿਨ ਪਨਿਸ਼ਮੈਂਟ ਕਿੰਨੀ ਹੁੰਦੀ ਹੈ ਰਾਜੇ, ਤਾਂ ਜੇਲ੍ਹ ਹੋ ਜਾਂਦੀ ਹੈ ਆਪਾਂ ਨੂੰ ਇੱਕ, ਤੇ ਉਹਦੇ ਵਿੱਚ ਨਾ 3 ਸਾਲ ਦੀ ਜੇਲ੍ਹ ਹੋ ਸਕਦੀ ਹੈ ਜਾਂ ਇਸ ਤੋਂ ਵੱਧ ਹੋ ਸਕਦੀ ਹੈ, ਤੇ ਨਾਲ ਕੀ ਹੈ ਫਾਈਨ ਪੈਂਦਾ ਆਪਾਂ ਨੂੰ ਜੇ ਆਪਾਂ ਮੰਨ ਲਓ ਕੋਈ ਗਲਤ ਮੈਸੇਜ ਵਗੈਰਾ ਭੇਜਦੇ ਹਾਂ ਆਨਲਾਈਨ। ਅੱਗੇ ਹੈਗਾ ਜੀ ਵਿਚ ਆਫ ਦਾ ਫੋਲੋਇੰਗ ਸੌਫਟਵੇਅਰ ਇਜ਼ ਯੂਜ਼ਡ ਟੂ ਆਰਗੇਨਾਈਜ਼ ਡਾਟਾ ਇਨਟੂ ਦਾ ਗ੍ਰਿਡ। ਗ੍ਰਿਡ ਦਾ ਮਤਲਬ ਕੀ ਹੁੰਦਾ ਹੈ, ਰੋਜ਼ ਤੇ ਕਾਲਮ ਦੀ ਫਾਰਮ 'ਚ ਡਾਟਾ ਕਿੱਥੇ ਸੇਵ ਹੁੰਦਾ ਹੈ, ਤੁਹਾਨੂੰ ਪਤਾ ਹੀ ਸਾਰਿਆਂ ਨੂੰ, ਐਕਸਲ ਦੇ ਵਿੱਚ, ਜਿਹਨੂੰ ਆਪਾਂ ਕਹਿ ਦਿੰਦੇ ਹਾਂ ਸਪਰੈਡ ਸ਼ੀਟ, ਠੀਕ ਹੈ, ਵਰਕਸ਼ੀਟ ਵੀ ਕਹਿ ਦਿੰਦੇ ਆ, ਸਪਰੈਡ ਸ਼ੀਟ ਵੀ ਕਹਿ ਦਿੰਦੇ ਆ। ਅੱਗੇ ਫੇਰ ਆ ਗਿਆ ਜੀ ਡੈਲੀਗੈਂਸ ਕਰੈਕਟਰਿਸਟਿਕ। ਦੇਖੋ ਮੈਂ ਵਾਰ-ਵਾਰ ਜਿਹੜੀ ਗੱਲ ਬੋਲਦਾ ਉਹੀ ਚੀਜ਼ ਹੁੰਦੀ ਹੈ। ਆ ਦੇਖੋ ਡੈਲੀਗੈਂਸ ਕਰੈਕਟਰਿਸਟਿਕ, ਵਰਸਟੈਲਿਟੀ, ਠੀਕ ਹੈ, ਟਾਇਰਡਨੈਸ, ਇਹ ਸਾਰਾ ਕੁਝ ਪੁੱਛਿਆ ਜਾਂਦਾ। ਡੈਲੀਗੈਂਸ ਦਾ ਮਤਲਬ ਕੀ ਹੈ, ਕਹਿੰਦਾ ਇਟ ਇਜ਼ ਫ੍ਰੀ ਫਰੋਮ ਦਾ ਮੋਨੋਟੀ, ਟਾਇਰਡਨੈਸ, ਲੈਕ ਆਫ ਕੰਸੈਂਟ੍ਰੇਸ਼ਨ। ਤਾਂ ਕਹਿਣ ਦਾ ਮਤਲਬ ਡੈਲੀਗੈਂਸ ਕਦੋਂ ਹੋਊਗਾ ਕਿ ਕੰਪਿਊਟਰ ਨੂੰ ਚਾਹੇ ਤੁਸੀਂ 12 ਘੰਟੇ ਕੰਮ ਲੈ ਲਓ, ਚਾਹੇ ਲੈ ਲਓ 20 ਘੰਟੇ, ਚਾਹੇ ਲੈ ਲਓ 24 ਘੰਟੇ ਕੰਮ, ਉਹਨੇ ਨਾ ਤਾਂ ਥੱਕਣਾ ਤੇ ਨਾ ਹੀ ਉਹਦੀ ਕੰਸੈਂਟ੍ਰੇਸ਼ਨ ਕੀ ਹੋਣੀ ਹੈ, ਭੰਗ ਹੋਣੀ ਹੈ। ਹੁਣ ਇਨਸਾਨ ਦੀ ਤਾਂ ਹੋ ਜਾਊਗੀ, ਇਨਸਾਨ ਤਾਂ 2 ਘੰਟੇ ਬਿਠਾਵਾਂਗੇ ਪੜ੍ਹਨ ਵਾਸਤੇ, ਕਹੂਗਾ ਭਾਈ ਥੱਕ ਗਿਆ ਮੈਨੂੰ ਚਾਹ ਪਾਣੀ ਪਿਆਓ, ਕੰਪਿਊਟਰ ਤਾਂ ਕਦੇ ਨਹੀਂ ਕਹਿੰਦਾ ਮੈਨੂੰ ਚਾਹ ਪਾਣੀ ਪਿਆਓ, ਤੈਨੂੰ ਕਹਿ ਦਿੰਦੇ ਜੀ ਡੈਲੀਗੈਂਸ। ਮੋਸਟ ਇੰਪੋਰਟੈਂਟ ਕੁਐਸਚਨ ਆ ਗਿਆ ਜੀ, ਤੁਹਾਨੂੰ ਮੈਂ ਕਰਾਇਆ ਹੋਇਆ, ਸੀਸੀ ਕਰਾਇਆ ਹੋਇਆ, ਬੀਸੀਸੀ ਕਰਾਇਆ ਹੋਇਆ, ਠੀਕ ਹੈ ਜੀ। ਸੀਸੀ ਹੁੰਦਾ ਜੀ ਕਾਰਬਨ ਕਾਪੀ, ਬੀਸੀਸੀ ਹੁੰਦਾ ਜੀ ਬੱਚੇ ਲਾ ਕੇ ਆਉਂਦੇ ਬਲੈਂਕ ਕਾਰਬਨ ਕਾਪੀ, ਨੋ ਨੋ ਨੋ, ਇਹਨੂੰ ਕਹਿ ਦਿੰਦੇ ਜੀ ਬਲਾਈਂਡ ਕਾਰਬਨ ਕਾਪੀ। ਇਹਦੀ ਮੈਂ ਐਗਜ਼ਾਮਪਲ ਵੀ ਕਰਾਈ ਹੋਈ ਹੈ, ਲਾਈਵ ਪ੍ਰੈਕਟੀਕਲ ਵੀ ਕਰਾਇਆ ਹੋਇਆ। ਬਲਾਈਂਡ ਕਾਰਬਨ ਕਾਪੀ ਯਾਦ ਰੱਖਿਓ, ਤੁਹਾਨੂੰ ਪੁੱਛਿਆ ਜਾਊਗਾ, ਇਹ ਗਰੰਟੀ ਆ। ਦੇਖੋ 101% ਕੁਐਸਚਨ ਆਊਗਾ, ਸਕਰੀਨਸ਼ਾਟ ਲੈ ਲਿਓ ਤੇ ਆਊਗਾ ਜ਼ਰੂਰ। ਅੱਗੇ ਗੱਲ ਕਰਦੇ ਹਾਂ ਜੀ, ਵਿਚ ਆਫ ਦਾ ਫੋਲੋਇੰਗ ਕੈਨ ਬੀ ਕੰਸੀਡਰ ਐਜ਼ ਦਾ ਲਿਮਿਟੇਸ਼ਨ ਆਫ ਦਾ ਕੰਪਿਊਟਰ। ਤਾਂ ਕੰਪਿਊਟਰ ਦੀ ਲਿਮਿਟੇਸ਼ਨ ਕਿਹੜੀ ਹੈ ਜੀ, ਕਹਿੰਦਾ ਇਟ ਨੀਡਸ ਹਿਊਮਨ ਇੰਸਟਰਕਸ਼ਨ ਇਨ ਦਾ ਫਾਰਮ ਆਫ ਪ੍ਰੋਗਰਾਮ। ਤਾਂ ਕੰਪਿਊਟਰ ਆਪਣੇ ਆਪ ਕੰਮ ਨਹੀਂ ਕਰ ਸਕਦਾ ਭਾਈ, ਉਹਨੂੰ ਇੰਸਟਰਕਸ਼ਨ ਚਾਹੀਦੀਆਂ ਨੇ, ਚਾਹੇ ਉਹ ਪ੍ਰੋਗਰਾਮ ਹੋਵੇ ਚਾਹੇ ਕੋਈ ਸੌਫਟਵੇਅਰ ਹੋਵੇ, ਉਹਨੂੰ ਚਲਾਉਣ ਵਾਸਤੇ ਸੌਫਟਵੇਅਰ ਦੀ ਜ਼ਰੂਰਤ ਪਊਗੀ। ਤੇ ਸੌਫਟਵੇਅਰ ਕੌਣ ਬਣਾਉਂਦਾ ਭਾਈ, ਬੰਦਾ ਬਣਾਉਂਦਾ, ਹਿਊਮਨ ਬੀਇੰਗ ਬਣਾਉਂਦਾ ਹੈ। ਅੱਗੇ ਗੱਲ ਕਰਦੇ ਹਾਂ ਜੀ, ਕਹਿੰਦਾ ਵਿਚ ਆਫ ਦਾ ਫੋਲੋਇੰਗ ਇਜ਼ ਏ ਫਾਲਸ ਵਿਦ ਰੈਫਰੈਂਸ ਟੂ ਦਾ ਸੈੱਲ ਐਡੀਟਿੰਗ। ਤਾਂ ਰਾਜੇ ਸੈੱਲ ਐਡੀਟਿੰਗ ਮੈਂ ਤੁਹਾਨੂੰ ਕਰਾਇਆ, ਸੈੱਲ ਐਡੀਟਿੰਗ ਆਪਾਂ 4-5 ਮੈਥਡ ਨਾਲ ਕਰ ਸਕਦੇ ਹਾਂ। ਪਹਿਲਾਂ ਆਪਾਂ ਕੀ ਕਰ ਸਕਦੇ ਹਾਂ, ਡਬਲ ਕਲਿੱਕ ਕਰ ਸਕਦੇ ਹਾਂ। ਮੰਨ ਲਓ ਸੈੱਲ ਹੈ, ਸੈੱਲ ਦੇ ਉੱਪਰ ਆਪਾਂ ਡਬਲ ਕਲਿੱਕ ਕਰਾਂਗੇ ਤਾਂ ਆਪਾਂ ਐਡਿਟ ਕਰ ਸਕਦੇ ਹਾਂ, ਜਾਂ ਆਪਾਂ ਇੱਕ ਫਾਰਮੂਲਾ ਬਾਰ ਹੁੰਦੀ ਹੈ ਉੱਪਰ, ਉਹਦੇ ਤੋਂ ਵੀ ਐਡਿਟ ਕਰ ਸਕਦੇ ਹਾਂ, ਜਾਂ ਫਿਰ ਆਪਾਂ F2 ਕੀ ਨੱਪ ਕੇ ਵੀ ਐਡਿਟ ਕਰ ਸਕਦੇ ਹਾਂ। ਬਟ ਜਿਹੜੀ ਪਹਿਲੀ ਹੈਗੀ F5 ਕੀ, ਇਹਦੇ ਨਾਲ ਆਪਾਂ ਨਹੀਂ ਕਰ ਸਕਦੇ, ਉਹਨਾਂ ਨੇ ਨੋਟ ਹੀ ਪੁੱਛਿਆ, ਫਾਲਸ ਪੁੱਛਿਆ, ਤਾਂ F5 ਕੀ ਦੇ ਨਾਲ ਆਪਾਂ ਨਹੀਂ ਕਰ ਸਕਦੇ, ਠੀਕ ਹੈ।
ਅੱਗੇ ਬਹੁਤ ਸੌਖਾ ਕੁਐਸਚਨ ਹੈ, ਕਹਿੰਦਾ ਵਿਚ ਆਫ ਦਾ ਫੋਲੋਇੰਗ ਰੈਫਰ ਟੂ ਦਾ ਸਪੈਸੀਫਿਕ ਐਡਰੈਸ ਐਸੋਸੀਏਟ ਵਿਦ ਈਚ ਵੈਬ ਪੇਜ ਐਂਡ। ਅੱਛਾ ਜੀ, ਹੁਣ ਕੋਈ ਵੀ ਵੈਬਸਾਈਟ ਹੈ, ਮੈਂ ਇੱਥੇ ਲਿਖਦਾ ਵਾਂ www.google.com ਤੇ ਗੂਗਲ ਖੋਲ ਦੂਗੀ। ਮੈਂ ਲਿਖਦਾ ਵਾਂ gmail.com, yahoo.com, facebook.com। ਤਾਂ ਹਰੇਕ ਵੈਬਸਾਈਟ ਦਾ ਆਪਣਾ ਆਪਣਾ ਐਡਰੈਸ ਹੈ, ਜਿਹਨੂੰ ਕਹਿ ਦਿੰਦੇ ਆ ਯੂਨੀਫਾਰਮ ਰਿਸੋਰਸ ਲੋਕੇਟਰ URL। ਅੱਗੇ ਗੱਲ ਕਰਦੇ ਆ ਜੀ, ਕਹਿੰਦਾ ਵਿਚ ਆਫ ਦਾ ਫੋਲੋਇੰਗ ਇਜ਼ ਅ ਪਾਰਟ ਆਫ CPU। ਤਾਂ CPU ਦੇ ਭਾਈ ਦੋ ਪਾਰਟ ਮੇਨ ਹੁੰਦੇ ਆ, CPU ਕੰਟਰੋਲ ਯੂਨਿਟ ਤੇ ਅਰਥਮੈਟਿਕ ਲੌਜਿਕ ਯੂਨਿਟ। ਤਾਂ ਰਾਈਟ ਆਂਸਰ ਕੀ ਆ, ALU। ਸੌਖਾ ਕੁਐਸਚਨ ਹੈ। ਅੱਗੇ ਕਹਿੰਦਾ ਜੀ ਆਡੀਓ ਕਨਵਰਜ਼ਨ ਡਿਵਾਈਸ। ਆਡੀਓ ਕਨਵਰਜ਼ਨ ਹੁੰਦਾ ਰਾਜੇ, ਜਿਵੇਂ ਹੁਣ ਕੋਈ ਵੀ ਆਡੀਓ ਹੁੰਦੀ ਆ, ਉਹ ਕੀ ਹੈ, ਉਹ ਹੁੰਦੀ ਹੈ ਜੀ ਐਨਾਲੌਗ ਸਿਗਨਲ ਦੇ ਵਿੱਚ, ਐਨਾਲੌਗ ਵੇਵ ਦੇ ਵਿੱਚ ਹੁੰਦੀ ਹੈ। ਐਨਾਲੌਗ ਵੇਵ ਆਪਾਂ ਯੂਜ਼ ਕੀਤੀ, ਜਿਹਦੇ ਵਿੱਚ ਐਂਪਲੀਟਿਊਡ ਵਗੈਰਾ ਆਪਾਂ ਫਾਈਂਡ ਆਊਟ ਕਰਦੇ ਹਾਂ, ਜਿੱਥੇ ਆ ਘੱਟ ਹੁੰਦਾ ਇੱਥੇ ਮੈਕਸਿਮਮ ਹੁੰਦਾ। ਬਟ ਜਿਹੜਾ ਕੰਪਿਊਟਰ ਹੈਗਾ ਉਹ 0 ਤੇ 1 ਦੀ ਫਾਰਮ ਦੇ ਵਿੱਚ ਯੂਜ਼ ਕਰਦਾ। ਤਾਂ ਆਡੀਓ ਕਨਵਰਜ਼ਨ ਡਿਵਾਈਸ ਕੀ ਕਰਦੀ ਹੈ, ਕਹਿੰਦਾ ਕਨਵਰਟ ਆਡੀਓ ਆਫ ਵੇਰੀਅਸ ਫਾਰਮੈਟ ਇਨਟੂ ਦਾ ਡਿਜੀਟਲ ਫਾਰਮੈਟ। ਠੀਕ ਹੈ, ਆਡੀਓ ਕਨਵਰਜ਼ਨ ਡਿਵਾਈਸ ਯੂਜ਼ ਕੀਤੀਆਂ ਜਾਂਦੀਆਂ। ਅੱਗੇ ਗੱਲ ਕਰਦੇ ਆ ਜੀ, ਕਹਿੰਦਾ ਵਿਚ ਆਫ ਦਾ ਫੋਲੋਇੰਗ ਟਾਈਪ ਆਫ ਆਪਰੇਟਿੰਗ ਸਿਸਟਮ ਇਜ਼ ਨਾਨ ਇੰਟਰੈਕਟਿਵ। ਤਾਂ ਤੁਹਾਨੂੰ ਮੈਂ ਕਰਵਾਇਆ ਜਿਹੜਾ ਬੈਚ ਸਾਰਾ ਕੁਝ ਕਰਾਇਆ ਹੋਇਆ, ਟਾਈਪਸ ਆਫ ਆਪਰੇਟਿੰਗ ਸਿਸਟਮ ਸਾਰੇ ਕਰਾਏ ਆ ਮੈਂ, ਬੈਚ, ਮਲਟੀਟਾਸਕਿੰਗ, ਮਲਟੀ ਪ੍ਰੋਸੈਸਿੰਗ, ਆਪਣਾ ਟਾਈਮ ਸ਼ੇਅਰਿੰਗ, ਰੀਅਲ ਟਾਈਮ, ਸਭ ਕੁਝ ਕਰਾਇਆ। ਜਿਹੜਾ ਬੈਚ ਆਪਰੇਟਿੰਗ ਸਿਸਟਮ ਸੀਗਾ, ਉਸ ਟਾਈਮ ਤੇ ਇਹਨੂੰ ਚਲਾਉਣ ਵਾਸਤੇ ਸਪੈਸ਼ਲ ਟ੍ਰੇਨਿੰਗ ਦਿੱਤੀ ਜਾਂਦੀ ਸੀਗੀ। ਆਮ ਬੰਦਾ ਨਹੀਂ ਚਲਾ ਸਕਦਾ ਸੀ, ਜਿਵੇਂ ਅੱਜ ਕੱਲ੍ਹ ਹਰੇਕ ਬੰਦਾ ਲੈਪਟਾਪ ਖੋਲ ਕੇ ਉਹਨੂੰ ਚਲਾ ਸਕਦਾ ਹੈ। ਤਾਂ ਬੈਚ ਆਪਰੇਟਿੰਗ ਸਿਸਟਮ ਦੇ ਵਿੱਚ ਨੂੰ ਕੀ ਕਹਿੰਦੇ ਆ, ਨਾਨ ਇੰਟਰੈਕਟਿਵ, ਕਿਉਂਕਿ ਹਰੇਕ ਬੰਦਾ ਇਹਨੂੰ ਨਹੀਂ ਚਲਾ ਸਕਦਾ ਸੀ। ਅੱਗੇ ਗੱਲ ਕਰਦੇ ਹਾਂ ਜੀ, ਫੇਰ ਆ ਗਿਆ ਜੀ ਤੁਹਾਡਾ ਕਰੈਕਟਰਿਸਟਿਕ ਤੋਂ ਗੱਲ ਆ ਗਈ ਹੈ, ਦਾ ਅਬਿਲਿਟੀ ਟੂ ਡੂ ਐਰਰ ਫ੍ਰੀ ਕੈਲਕੂਲੇਸ਼ਨ। ਐਰਰ ਫ੍ਰੀ ਕੈਲਕੂਲੇਸ਼ਨ ਕੌਣ ਕਰਦਾ ਜੀ, ਕੰਪਿਊਟਰ ਵਿਦ ਦਾ ਐਕੂਰੇਸੀ। ਅੱਗੇ ਗੱਲ ਕਰਦੇ ਹਾਂ ਜੀ, ਸੌਖਾ ਕੁਐਸਚਨ ਹੈ, ਕਹਿੰਦਾ ਵੀ ਜਿਹੜਾ ਅੱਜ ਕੱਲ੍ਹ ਆਪਾਂ ਦੇਖਦੇ ਹਾਂ ਵੀ ਕੰਪਿਊਟਰ ਦੀ ਜਿੰਨੀਆਂ ਵੀ ਡਿਵਾਈਸਿਸ ਹੋ ਗਈਆਂ, ਜਾਂ ਨੈਟਵਰਕ ਕੰਪੋਨੈਂਟ ਹੋ ਗਏ, ਜਾਂ ਕੋਈ ਆਪਾਂ ਕਹਿ ਸਕਦੇ ਹਾਂ ਆਰਗੇਨਾਈਜੇਸ਼ਨ ਹੈ ਕੋਈ ਜਿਹੜੀ ਬਿਜ਼ਨਸ ਕਰਦੀ ਹੈ ਕੰਪਿਊਟਰ ਦੇ ਥਰੂ, ਜਾਂ ਕੁਝ ਵੀ ਕੰਮ ਹੁੰਦਾ ਹੈ, ਉਸ ਵਾਸਤੇ ਇੱਕ ਟਰਮ ਯੂਜ਼ ਕੀਤੀ ਜਾਂਦੀ ਹੈ ICT, ਜਿਹਨੂੰ ਕਹਿ ਦਿੰਦੇ ਆ ਜੀ ਇਨਫੋਰਮੇਸ਼ਨ ਐਂਡ ਕਮਿਊਨੀਕੇਸ਼ਨ ਟੈਕਨੋਲੋਜੀ, ICT। ਅੱਗੇ ਗੱਲ ਕਰਦੇ ਹਾਂ ਜੀ, ਬਹੁਤ ਸੌਖਾ ਕੁਐਸਚਨ ਹੈ। ਤੁਸੀਂ ਮੰਨ ਲਓ ਮੀਰ ਖਾਨ ਵਾਲੀ ਫਿਲਮ ਦੇਖੀ ਹੈ, ਮੈਂ ਵਾਰ-ਵਾਰ ਕਹਿਣਾ ਹੁੰਦਾ, 3 ਇਡੀਅਟ। ਉਹਦੇ ਵਿੱਚ ਉਹ ਕੀ ਕਰਦਾ, ਰਿਪਲੇਸ ਕਰ ਦਿੰਦਾ ਹੈ, ਚਮਤਕਾਰ ਨੂੰ ਬਲਾਤਕਾਰ ਕਰ ਦਿੰਦਾ ਹੈ, ਤੇ ਉੱਥੇ ਬੜਾ ਹਾਸਾ ਆਉਂਦਾ ਹੈ। ਤਾਂ ਉਹ ਅਮੀਰ ਖਾਨ ਕਿਵੇਂ ਕਰਦਾ ਜੀ, Ctrl+H ਨੱਪਦਾ। Ctrl+H ਹੁੰਦਾ ਜੀ ਸ਼ਾਰਟਕਟ ਕਾਹਦੇ ਵਾਸਤੇ, ਰਿਪਲੇਸ ਡਾਇਲੌਗ ਬਾਕਸ ਖੋਲਣ ਵਾਸਤੇ। ਜੇ ਮੈਂ Ctrl+F ਕਰੂੰਗਾ ਤਾਂ ਮੈਂ ਫਾਈਂਡ ਡਾਇਲੌਗ ਬਾਕਸ ਖੋਲ ਸਕਦਾ। ਜੇ ਮੈਂ Ctrl+G ਕਰੂੰਗਾ, ਮੈਂ ਗੋ ਟੂ ਵਾਲਾ ਡਾਇਲੌਗ ਬਾਕਸ ਖੋਲ ਲੂੰਗਾ। ਗੋ ਟੂ ਹੁੰਦਾ ਮੰਨ ਲਓ ਕਿ 10 ਲਾਈਨਾਂ ਲਿਖੀਆਂ, ਤੁਸੀਂ ਡਾਇਰੈਕਟ ਜੰਪ ਕਰਨਾ, 5ਵੀਂ ਲਾਈਨ ਤੇ ਜਾਂ ਚੌਥੀ ਲਾਈਨ ਤੇ ਤੁਸੀਂ ਡਾਇਰੈਕਟ ਜੰਪ ਕਰ ਸਕਦੇ ਹੋ। ਪਰ ਪੇਪਰ ਦੇ ਵਿੱਚ ਮੋਸਟਲੀ ਪੁੱਛਿਆ ਜਾਂਦਾ ਹੈ ਰਿਪਲੇਸ ਡਾਇਲੌਗ ਬਾਕਸ। ਤਾਂ Ctrl+H ਯਾਦ ਰੱਖ ਲਿਓ। ਠੀਕ ਹੈ, 3 ਇਡੀਅਟ, ਇਡੀਅਟ ਦੇ ਵਿੱਚ 3 ਬੰਦੇ ਹੁੰਦੇ ਆ, ਤਾਂ H ਤੋਂ ਯਾਦ ਰੱਖ ਲਿਓ, ਇੱਕ ਬੰਦਾ ਇਹ ਤੇ ਇੱਕ ਆਹ ਤੇ ਇੱਕ ਬੰਦਾ ਲੰਮਾ ਪਿਆ, 3 ਬੰਦੇ। ਅੱਗੇ ਫਿਰ ਜੀ ਡਿਜੀਟਲ ਸਿਗਨੇਚਰ ਤੇ ਗੱਲ ਆ ਗਈ ਹੈ। ਠੀਕ ਹੈ, ਕੁਐਸਚਨ ਪੜ੍ਹ ਲਿਓ, ਕਹਿੰਦਾ ਵਿਚ ਆਫ ਦਾ ਫੋਲੋਇੰਗ ਇਜ਼ ਅਥੈਂਟੀਕੇਸ਼ਨ ਆਫ ਐਨੀ ਇਲੈਕਟ੍ਰੋਨਿਕ ਰਿਕਾਰਡ। ਉਹੀ ਸੇਮ ਕੁਐਸਚਨ ਹੈ, ਤਾਂ ਡਿਜੀਟਲ ਸਿਗਨੇਚਰ ਦੇਖੋ ਰਿਪੀਟ ਹੋਇਆ ਹੋਇਆ ਕੁਐਸਚਨ ਹੈ। ਅੱਗੇ ਕਹਿੰਦਾ ਜੀ ਫਾਈਂਡ ਔਡ ਵਨ ਆਊਟ। ਦੇਖੋ ਨੋਟਪੈਡ ਹੋ ਗਿਆ, ਵਰਡਪੈਡ ਹੋ ਗਿਆ, ਮਾਈਕਰੋਸਾਫਟ ਵਰਡ ਹੋ ਗਿਆ, ਤਿੰਨੇ ਕੀ ਹੈ, ਟੈਕਸਟ ਦਾ ਕੰਮ ਕਰਦੇ ਆ, ਵਰਡ ਪ੍ਰੋਸੈਸਿੰਗ ਦਾ ਕੰਮ ਕਰਦੇ ਆ। ਬਟ ਜਿਹੜਾ ਗੂਗਲ ਕ੍ਰੋਮ ਆ ਜਾਂ ਕ੍ਰੋਮ ਆਪਰੇਟਿੰਗ ਸਿਸਟਮ ਹੈ, ਉਹ ਕਾਹਦਾ ਕੰਮ ਕਰਦਾ ਹੈ, ਉਹ ਤਾਂ ਆਪਰੇਟਿੰਗ ਸਿਸਟਮ ਆ ਗਿਆ। ਠੀਕ ਹੈ, ਤਾਂ ਅਲੱਗ ਚੀਜ਼ ਹੈ। ਠੀਕ ਹੈ, ਤਾਂ ਉਹ ਇੱਕ ਆਪਰੇਟਿੰਗ ਸਿਸਟਮ ਹੈ, ਬਾਕੀ ਸਾਰੇ ਕੀ ਆ, ਵਰਡ ਪ੍ਰੋਸੈਸਿੰਗ ਸੌਫਟਵੇਅਰ। ਜਾਂ ਇਹ ਕਹਿ ਸਕਦੇ ਹਾਂ ਬਾਕੀ ਸਾਰੇ ਐਪਲੀਕੇਸ਼ਨ ਸੌਫਟਵੇਅਰ ਨੇ, ਇਹ ਕੀ ਇੱਕ ਸਿਸਟਮ ਸੌਫਟਵੇਅਰ ਹੈ। ਤਾਂ ਔਡ ਵਨ ਆਊਟ ਜਿਵੇਂ ਮਰਜ਼ੀ ਫਾਈਂਡ ਆਊਟ ਕਰ ਲਓ। ਤਾਂ ਆਈ ਹੋਪ ਤੁਹਾਨੂੰ ਪਸੰਦ ਆਈ ਹੋਊਗੀ ਵੀਡੀਓ, ਬਹੁਤ ਵਧੀਆ। ਬਾਕੀ ਕੋਸ਼ਿਸ਼ ਕਰਾਂਗੇ ਕੋਈ ਹੋਰ ਵੀ ਤੁਹਾਨੂੰ ਨਵੇਂ ਕੁਐਸਚਨ ਕਰਾਏ ਜਾਣ। ਬਾਕੀ ਸ਼ੇਅਰ ਕਰ ਦੂੰਗਾ ਮੈਂ ਸਾਰੀਆਂ ਆਪਣੇ ਟੈਲੀਗ੍ਰਾਮ ਚੈਨਲ ਤੇ ਵੀ, ਥਿਓਰੈਟੀਕਲ ਵੀਡੀਓ ਜਿਹੜੀ ਤੁਸੀਂ ਦੇਖ ਕੇ ਜਾਣੀ ਹੈ PSPCL ਵਾਸਤੇ। ਤੇ ਪਰਮਾਤਮਾ ਕਰੇ ਜਿਹੜੇ ਬੱਚੇ ਜਿਨ੍ਹਾਂ ਦਾ ਹਜੇ ਤੱਕ ਕਿਸੇ ਨੰਬਰ ਨਹੀਂ ਆਇਆ ਪਟਵਾਰੀ ਦੇ ਵਿੱਚ, ਜਾਂ ਕੋਈ ਕੋਆਪਰੇਟਿਵ ਬੈਂਕ ਦੇ ਵਿੱਚ, ਜਾਂ ਕਿਸੇ ਹੋਰ ਪੇਪਰ ਦੇ ਵਿੱਚ, ਪਰਮਾਤਮਾ ਉਹਨਾਂ ਨੂੰ ਜੌਬ ਬਖਸ਼ੇ, ਉਹਨਾਂ ਦੀ ਕੀਤੀ ਮਿਹਨਤ ਦਾ ਮੁੱਲ ਵਾਪਸ ਦੇਵੇ, ਤੇ ਉਹ PSPCL ਦੇ ਵਿੱਚ ਸਿਲੈਕਟ ਹੋ ਜਾਣ। ਇੱਕ ਮੈਂ ਬੇਨਤੀ ਕਰੂੰਗਾ, ਜੇ ਕੋਈ ਬੱਚਾ ਪਟਵਾਰੀ ਦੇ ਵਿੱਚ ਸਿਲੈਕਟ ਹੋਇਆ, ਜਾਂ ਕੋਆਪਰੇਟਿਵ ਬੈਂਕ ਦੇ ਵਿੱਚ ਹੋਇਆ, ਜਾਂ ਕਿਸੇ ਹੋਰ ਪੇਪਰ ਦੇ ਵਿੱਚ ਹੋਇਆ, ਕਿਰਪਾ ਕਰਕੇ ਉਹ ਇੱਕ ਜਗ੍ਹਾ ਜੁਆਇਨ ਕਰੇ, ਬਾਕੀ ਜਗ੍ਹਾ ਤੇ ਲਿਖ ਕੇ ਦੇ ਆਵੇ ਕਿ ਮੇਰੀ ਸੀਟ ਖਾਲੀ ਹੈ, ਕੋਈ ਵੀ ਜੁਆਇਨ ਕਰ ਸਕਦਾ ਹੈ। ਕਿਉਂਕਿ ਇਸ ਤਰ੍ਹਾਂ ਤੁਸੀਂ ਹੈਲਪ ਕਰੋਗੇ, ਤੁਹਾਡਾ ਕੋਈ ਨਾ ਕੋਈ ਭੈਣ ਭਰਾ ਲੱਗ ਜਾਊਗਾ। ਨਹੀਂ ਤਾਂ ਫਿਰ ਉਹ ਸੀਟ ਬਲੈਕ ਲੌਗ ਦੇ ਵਿੱਚ ਚਲੀ ਜਾਂਦੀ ਹੈ, ਕਿਉਂਕਿ ਪੰਜਾਬ ਦੇ ਵਿੱਚ ਵੇਟਿੰਗ ਲਿਸਟ ਨਹੀਂ ਆਉਂਦੀ। ਤੇ ਵੇਟਿੰਗ ਲਿਸਟ ਦੇ ਵਾਸਤੇ ਆਪਣਾ ਚੱਲ ਰਹੀ ਹੈ ਜਦੋਜਹਿਦ। ਤੇ ਧਰਨੇ ਤੇ ਜ਼ਰੂਰ ਪਹੁੰਚਿਆ ਕਰੋ, ਮੈਂ ਧਰਨੇ ਦੀ ਵੀਡੀਓ ਪਾਉਂਦਾ ਰਹਿਣਾ ਹੁੰਦਾ। ਇਹ ਸਭ ਕੁਝ ਤੁਹਾਡੇ ਵਾਸਤੇ ਹੀ ਹੈ। ਬਾਕੀ ਇੱਕ ਜਾਣਕਾਰੀ ਦੇ ਦਿੰਦੇ ਆ, ਵਾਰਡੈਂਟ ਦਾ ਪੇਪਰ ਹੋਣ ਜਾ ਰਿਹਾ 14 ਨਵੰਬਰ ਨੂੰ। ਉਹਦੇ ਵਾਸਤੇ ਸਪੈਸ਼ਲ ਥਿਊਰੀ ਤੇ MCQ ਨੋਟਸ ਨੇ, ਪੰਜਾਬੀ ਭਾਸ਼ਾ ਦੇ ਵਿੱਚ ਨੇ। 300 ਰੁਪਏ ਉਹਨਾਂ ਦਾ ਮੁੱਲ ਹੈ ਭਾਈ। ਜੇ ਕਿਸੇ ਨੇ ਲੈਣੇ ਹੋਣ ਤਾਂ ਆਪਣੇ ਭੈਣ ਭਰਾਵਾਂ ਨੂੰ ਦੱਸ ਦਿਓ, ਕਿਸੇ ਨਾ ਕਿਸੇ ਦੀ ਹੈਲਪ ਹੋ ਜਾਊਗੀ, ਤੇ ਮੇਰੀ ਵੀ ਹੈਲਪ ਹੋ ਜਾਊਗੀ ਥੋੜੀ ਬਹੁਤੀ ਫਾਈਨੈਂਸ਼ਲੀ। ਇਹ ਨੰਬਰ ਹੈ ਜੀ 84 277 52 303 ਤੇ ਤੁਸੀਂ ਮੈਨੂੰ WhatsApp ਕਰ ਸਕਦੇ ਹੋ, ਤੇ ਤੁਹਾਨੂੰ ਨੋਟਸ ਮਿਲ ਜਾਣਗੇ। ਬਾਕੀ PSSB ਬੋਰਡ ਵਾਸਤੇ ਵੀ ਬਹੁਤ ਬੱਚੇ ਨੋਟਸ ਲੈ ਰਹੇ ਆ,
ਉਹਨਾਂ ਨੂੰ ਮੈਂ ਇਹੀ ਗੁਜ਼ਾਰਿਸ਼ ਕਰਦਾ ਕਿ ਫਿਲਹਾਲ ਤੁਸੀਂ ਦੇਖੋ ਥਿਊਰੀ, ਬਾਕੀ ਸਪੈਸ਼ਲ ਆਪਾਂ ਥਿਊਰੀ ਵੀ ਲਾਂਚ ਕਰਾਂਗੇ ਤੇ ਐਮਸੀਕਿਊ ਵੀ ਲਾਂਚ ਕਰਾਂਗੇ। ਤੇ ਮੈਰਾਥਨ ਕਲਾਸਿਸ ਦੇਖ ਲਓ, ਪੀਟਰ ਪਲੱਸ ਬੋਰਡ ਦਾ ਕੋਈ ਵੀ ਕੁਐਸਚਨ ਤੁਹਾਡਾ ਕੰਪਿਊਟਰ ਦਾ ਨਹੀਂ ਰਹਿੰਦਾ। ਬਾਕੀ ਜੀਕੇ ਵਗੈਰਾ ਵੀ ਸਟਾਰਟ ਕਰਾਂਗੇ। ਮਿਲਦੇ ਆਪਾਂ ਇੱਕ ਨਵੀਂ ਵੀਡੀਓ ਨਾਲ, ਤਦ ਤੱਕ ਵਾਸਤੇ ਧੰਨਵਾਦ। ਸਰਬਤ ਦਾ ਭਲਾ, ਬਾਬਾ ਮਿਹਰ ਕਰੇ, ਤੁਹਾਨੂੰ ਜੋਬ ਬਖਸ਼ੇ, ਤੰਦਰੁਸਤੀਆਂ ਬਖਸ਼ੇ, ਚੜ੍ਹਦੀਆਂ ਕਲਾ ਚ ਰੱਖੇ। ਸ਼ੁਕਰੀਆ।